ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਦਾ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 10:17 ਹੋਏ ਨੇ ਤੇ 17 ਹੀ ਅਗਸਤ ਹੈ 2022 ਦਾ ਬੁੱਧਵਾਰ ਹੈ। ਭਾਦੋਂ ਦੀ ਸੰਗਰਾਂਦ ਹੈ 1 ਭਾਦੋਂ ਨਾਨਕਸ਼ੇ ਸੰਮਤ 554। ਨਿੱਘਾ ਹਾਰਦਿਕ ਸਵਾਗਤ ਹੈ ਜੀ। ਚੱਲਾਂਗੇ ਪੰਜਾਬ ਨੂੰ। ਦੇਸ਼ ਪੰਜਾਬ ਦੇ ਝਰੋਖੇ 'ਚ ਸਰਦਾਰ ਨਵਕਿਰਨ ਸਿੰਘ ਪੱਤੀ ਗੱਲਬਾਤ ਕਰਨਗੇ। ਉਸ ਤੋਂ ਬਾਅਦ ਅਗਲੇ ਘੰਟੇ 'ਚ ਇੱਕ ਖਾਸ ਗੱਲਬਾਤ ਉੱਗੇ ਵਕੀਲ ਬ੍ਰਿਜ ਮੋਹਨ ਹੋਣੀ ਕਰਨਗੇ। ਬ੍ਰਿਜ ਮੋਹਨ ਉਹਨਾਂ ਨਾਲ ਪਾਲਤੂ ਜਾਨਵਰਾਂ ਦੇ ਬਾਰੇ, ਜਿਹੜੇ ਪਾਲਤੂ ਜਾਨਵਰ ਜਿਨ੍ਹਾਂ ਨੇ ਰੱਖੇ ਨੇ ਘਰੇ, ਉਹਨਾਂ 'ਤੇ ਕਾਨੂੰਨ ਕਿਹੜਾ ਲਾਗੂ ਹੁੰਦਾ, ਇਹ ਖਾਸ ਗੱਲਬਾਤ ਚੱਲਣੀ ਹੈ। ਕਹਾਣੀ ਅੱਜ 1947 ਪੰਜਾਬ ਦੀ ਵੰਡ ਜਿਹੜੀ ਹੋਈ ਉਹਦੇ ਵਿੱਚ 10 ਲੱਖ ਰੂਹਾਂ ਜਿਹੜੀਆਂ ਸਰੀਰ ਛੱਡ ਗਈਆਂ, ਹਜ਼ਾਰਾਂ ਹੀ ਬਲਾਤਕਾਰ ਹੋਏ, ਉੱਜੜ ਗਏ, ਲੱਖੋਂ ਕੱਖ ਦੇ ਹੋ ਗਏ। ਸਾਵਲ ਧਾਮੀ ਦੀ ਕਹਾਣੀ ਤੁਹਾਡੇ ਸਨਮੁਖ ਕਰਨੀ ਆ। ਮੱਲਮ ਵੇਖਾਂਗੇ, ਮੱਲਮ ਲਾ ਕੇ ਜੇ ਲੱਗੇ। 104 204 0600 ਆਉਣੇ ਨੰਬਰ ਹੈ। ਜੇ ਗੱਲਬਾਤ ਕਰਨੀ ਹੈ ਤਾਂ ਇਹੀ ਨੰਬਰ ਹੈ ਟੈਕਸਟ ਲਈ। ਜੇ ਟੈਕਸਟ ਘੱਲਣਾ ਕਿਸੇ ਨੇ, ਹੂ ਬਹੂ ਪੜ੍ਹ ਕੇ ਤੁਹਾਡਾ ਸੁਣਾ ਦਾਂਗੇ। ਤੇ ਨਾਲ ਹੀ 604 729 1224 WhatsApp ਤੇ ਟੈਕਸਟ ਲਈ ਮੇਰਾ ਨੰਬਰ ਹੈ 604 729 1224। ਹੱਥ ਜੋੜ ਕੇ ਬੇਨਤੀ ਹੈ, ਇੱਕ ਫੋਨ ਕਰਕੇ ਛੱਡ ਦਿਆ ਕਰੋ, ਮੈਂ ਵਾਪਸ ਕਰ ਲੈਣਾ। 5-7 ਦਾ ਵੀ ਉਨਾ ਹੀ ਜ਼ੋਰ ਹੈ ਜਿੰਨਾ ਇੱਕ ਦਾ ਹੈ। ਅਤੇ ਜਦ ਵਾਪਸ ਕਰਦਾ ਤਾਂ ਚੁੱਕ ਲਿਆ ਕਰੋ। ਫਿਰ ਚੁੱਕਦੇ ਨਹੀਂ, ਫਿਰ ਤੁਹਾਡਾ ਆਉਂਦਾ, ਫਿਰ ਮੈਂ ਕਰਦਾ, ਫਿਰ ਤੁਹਾਡਾ ਆਉਂਦਾ ਹੈ। ਕੰਮ ਖਾਸੇ ਹੁੰਦੇ ਆ ਸ਼ੋਅ ਤੋਂ ਬਾਅਦ। ਬੇਨਤੀ ਹੋਈ ਹੈ। ਅਤੇ 604 729 1224 ਇਹ ਤੁਹਾਡੇ ਲਈ ਨੰਬਰ ਦਿੱਤਾ ਹੈ। ਪਹਿਲੇ ਦਿਨੋਂ 13 ਵਰ੍ਹੇ ਹੋ ਗਏ ਜਦ ਦਾ ਸ਼ੋਅ ਸ਼ੁਰੂ ਕੀਤਾ, ਪਹਿਲੇ ਦਿਨੋਂ ਤੁਹਾਨੂੰ ਨੰਬਰ ਦਿੱਤਾ ਹੈ ਕਿ ਇਸ ਨੰਬਰ 'ਤੇ ਤੁਸੀਂ ਗੱਲਬਾਤ ਕਰਦੇ ਹੋ। ਰਾਮੂ ਵਾਲੀਏ ਸਾਹਿਬ ਦੇ ਕਹਿਣ ਵਾਂਗੂ ਬੇਨਤੀ ਮੰਨ ਲਿਆ ਕਰੋ। ਲੇਖਾਂ ਦੇ ਨਕਸ਼ਿਆਂ 'ਤੇ ਪੈਣਾ ਦਾ ਇਹ ਚੰਦੋਆ, ਬੜਾ ਲਾਮਿਸਾਲ ਹੁੰਦਾ ਫੁੱਲਾਂ ਦਾ ਵੀ ਨੜੋਆ। ਸਾਹਾਂ 'ਚ ਮੌਤ ਰਹਿੰਦੀ, ਰੂਹ ਦਾ ਸ਼ਿੰਗਾਰ ਬਣ ਕੇ, ਉਸ ਦੀ ਗਲੀ ਦਾ ਚਾਨਣ ਮੇਰੇ ਹੌਸਲੇ 'ਚ ਛਣਕੇ। ਅੰਬਰ ਨੂੰ ਉੱਡ ਗਿਆ ਹੈ ਕੋਈ ਜੀਬ ਦਲਦਲਾਂ ਦਾ, ਜੋ ਹੁਸਨ ਹੈ ਹਵਾ ਦਾ, ਇਹ ਅੰਤ ਹੈ ਕਲਾ ਦਾ। ਤੇਗਾਂ 'ਚ ਢਲ ਗਈ ਹੈ ਤੇਰੇ ਕੌਤਕਾਂ ਦੀ ਚਾਂਦੀ, ਖਾਬਾਂ ਤੋਂ ਉੱਚੀ ਹੋ ਗਈ ਹੁਣ ਇਸ਼ਕ ਦੀ ਪਰਾਂਦੀ। ਇੱਕੋ ਡਲੀ ਦੀ ਖੱਤਰ ਧਰਤੀ ਲੁਟਾ ਸਕਦੇ ਹਾਂ, ਸਿਰ ਵੀ ਕਟਾ ਸਕਦੇ ਹਾਂ, ਖੱਲ ਵੀ ਲੁਹਾ ਸਕਦੇ ਹਾਂ, ਨਦੀਆਂ ਨੂੰ ਵੀ ਆ ਸਕਦਾ ਸੁਪਨਾ ਕਿਸੇ ਤਲਾ ਦਾ। ਇਹ ਹੁਸਨ ਹੈ ਹਵਾ ਦਾ, ਇਹ ਅੰਤ ਹੈ ਕਲਾ ਦਾ। ਜਦੋਂ ਰੁਮਕਿਆਂ ਦੀ ਲਿਪੀ ਕਰਦੀ ਹਲਾਕ ਅੱਖਾਂ, ਉਹ ਚਾਨਣਾ ਦੇ ਚਿਮਟੇ ਇਕਸਾਰ ਵੱਜਦੇ ਲੱਖਾਂ। ਸਮਿਆਂ ਦੀ ਪੌੜੀ ਚੜ੍ਹ ਕੇ ਭਟਕਣ ਹਸੀਨ ਹੋ ਗਈ, ਗਿੱਧੇ 'ਚ ਵੜ ਗਈ ਤਾਜ਼ੀ ਤਰੀਨ ਹੋ ਗਈ। ਅਸੀਂ ਧੂੜ ਬੇਲਿਆਂ ਦੀ ਬਣੀ, ਧੂੜ ਬੇਲਿਆਂ ਦੀ ਆਧਾਰ ਤਕਸ਼ਲਾ ਦਾ। ਹੁਸਨ ਹੈ ਹਵਾ ਦਾ, ਇਹ ਅੰਤ ਹੈ ਕਲਾ ਦਾ। ਮੇਰੇ ਪੋਟਿਆਂ 'ਚ ਤਪਿਆ ਇਹ ਕਿਸ ਤਰ੍ਹਾਂ ਦਾ ਤਾਂਬਾ, ਮੈਨੂੰ ਵਾਰ-ਵਾਰ ਸੁਣਦਾ ਹੈ ਡੂੰਘੇ ਵਣਾਂ ਦਾ ਕਾਂਬਾ। ਰੋਹੀ ਦਾ ਰੰਗ ਮੈਨੂੰ ਤੇਰੇ ਹਾਲ ਵਰਗਾ ਲੱਗਦਾ ਹੈ, ਅੰਬਰ ਪੈਗੰਬਰਾਂ ਨੂੰ ਇੱਕ ਥਾਲ ਵਰਗਾ ਲੱਗਦਾ ਹੈ। ਗੀਤਾਂ 'ਚ ਮੜਿਆ ਜਾਂਦਾ ਕੋਈ ਸੁਨ ਕੋਈ ਖਲਾ ਦਾ। ਹੁਸਨ ਹੈ ਹਵਾ ਦਾ, ਇਹ ਅੰਤ ਹੈ ਕਲਾ ਦਾ। ਧੁੱਪਾਂ ਦਾ ਟੂ ਮਸ਼ੱਲਾ ਕਵਿਤਾ 'ਚ ਬੋਲਦਾ ਹੈ, ਅੱਠਰ ਗਈ ਜ਼ੁਬਾਨ 'ਤੇ ਪਾਣੀ ਵੀ ਟੋਲਦਾ ਹੈ। ਮੁਖੜਾ ਪਪੀਸੀਆਂ ਦਾ ਨਾਗਾਂ ਦੇ ਫਨ ਖਿਲਾਰੇ, ਜਿਸ ਦਾ ਆਕਾਰ ਹੈ ਨਹੀਂ ਉਹ ਸਭ ਦੇ ਆਕਾਰੇ। ਲੋਕਾਂ ਨੇ ਕਦ ਸਮਝਣਾ ਹੈ ਔਰ ਰੱਬ ਨਾਮ ਕਿਸ ਬਲਾ ਦਾ। ਹੁਸਨ ਹੈ ਹਵਾ ਦਾ, ਇਹ ਅੰਤ ਹੈ ਕਲਾ ਦਾ। ਹੁਸਨ ਹੈ ਹਵਾ ਦਾ, ਇਹ ਅੰਤ ਹੈ ਕਲਾ ਦਾ। ਹਰਮਨਜੀਤ ਦੇ ਪੱਲੇ ਆਉਂਦੀਆਂ ਇਹ ਚੀਜ਼ਾਂ। ਤੇ ਤੀਰ ਵਾਲਾ ਕੰਮ ਔਖਾ ਵੀ ਖਿਆਲ ਰੱਖਿਓ। 604 204 0600 ਆਉਣੇ ਨੰਬਰ ਹੈ। ਤੇ ਸਰਦਾਰ ਨਵਕਿਰਨ ਸਿੰਘ ਪੱਤੀ ਸੇਖਵਾਂ ਬਰਨਾਲਿਓਂ ਮੇਰੇ ਨਾਲ ਨੇ। ਸਰਦਾਰ ਨਵਕਿਰਨ ਸਿੰਘ ਪੱਤੀ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ। ਹਾਂ, MLA ਦਾ ਕਿਹੜੇ ਦਾ ਚੱਕਰ ਪੈ ਗਿਆ? ਆਂਦੇ ਡਵਿੱਡਾ ਜੋੜੀ ਫਿਰਦਾ ਸੀ। ਗਿੱਲ ਸਾਹਿਬ, ਇਹ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦਾ MLA ਹਰਮੀਤ ਸਿੰਘ ਪਠਾਨ ਮਾਜਰਾ ਇੱਕ ਬਹੁਤ ਵੱਡੇ ਵਿਵਾਦ ਦੇ ਵਿੱਚ ਇਹ MLA ਘਿਰਦਾ ਨਜ਼ਰ ਆ ਰਿਹਾ ਹੈ। ਦਰਅਸਲ ਗਿੱਲ ਸਾਹਿਬ, MLA ਪਠਾਨ ਮਾਜਰਾ ਨੇ 2 ਵਿਆਹ ਕਰਾਏ ਹੋਏ ਆ। ਇਹ ਗੱਲ ਅੱਜ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪੂਰੇ ਪੰਜਾਬ ਦੇ ਵਿੱਚ ਇਸ ਗੱਲ ਦੀ ਖੂਬ ਚਰਚਾ ਹੋ ਰਹੀ ਆ। ਹੋਇਆ ਇਹ ਕਿ MLA ਪਠਾਨ ਮਾਜਰਾ ਪਹਿਲਾਂ ਵੀ ਵਿਆਹਿਆ ਹੋਇਆ ਸੀਗਾ ਔਰ ਹੁਣ
ਅੱਜ ਇੱਕ ਔਰਤ ਜਿਹੜੀ ਸਾਹਮਣੇ ਆਈ ਆ ਉਹਦੇ ਨਾਲ ਇਹ ਐਮਐਲਏ ਸਾਹਿਬ ਆਪ ਮੰਨਦੇ ਆ ਵੀ ਮੈਂ ਪਿਛਲੇ 8-9 ਸਾਲ ਤੋਂ ਰਿਲੇਸ਼ਨ ਦੇ ਵਿੱਚ ਸੀ, ਸਾਡੇ ਰਿਲੇਸ਼ਨ ਸੀ। ਔਰ ਸਾਲ ਕੁ ਪਹਿਲਾਂ ਜਦੋਂ ਟਿਕਟ ਕਲੀਅਰ ਹੋ ਗਈ ਵੋਟਾਂ ਤੋਂ ਐਨ ਪਹਿਲਾਂ ਇਹਨੂੰ ਲੱਗਿਆ ਕਿ ਕੋਈ ਵਿਵਾਦ ਨਾ ਖੜਾ ਹੋ ਜੇ, ਤਾਂ ਇਸ ਐਮਐਲਏ ਸਾਹਿਬ ਨੇ ਉਸ ਲੜਕੀ ਦੇ ਨਾਲ ਜਿਹੜਾ ਆਨੰਦ ਕਾਰਜ ਕਰਾ ਲਏ। ਉਹ ਲੜਕੀ ਦਾ ਕਹਿਣਾ ਗਿੱਲ ਸਾਹਿਬ ਇਹ ਹੈ ਕਿ ਇਸ ਨੇ ਮੈਨੂੰ ਕਿਹਾ ਕਿ ਹੁਣ ਮੇਰੀ ਟਿਕਟ ਕਲੀਅਰ ਹੋ ਗਈ ਹੈ, ਟਿਕਟ ਮੈਨੂੰ ਮਿਲ ਰਹੀ ਆ, ਆਪਾਂ ਗੁਰਦੁਆਰਾ ਸਾਹਿਬ ਆਨੰਦ ਕਾਰਜ ਕਰਾ ਲਈਏ, ਉੱਥੇ ਕਰਾਵਾਂਗੇ ਜਿੱਥੇ ਸੀਸੀਟੀਵੀ ਕੈਮਰਾ ਨਾ ਹੋਇਆ, ਕੋਈ ਫੋਟੋ ਨਹੀਂ ਖਿੱਚਣੀ ਆਪਾਂ ਆਨੰਦ ਕਾਰਜ ਕਰਾਉਂਦਿਆਂ ਦੀ, ਤੇ ਤੇਰਾ ਕੋਈ ਰਿਸ਼ਤੇਦਾਰ ਨਾ ਹੋਵੇ, ਮੇਰਾ ਕੋਈ ਰਿਸ਼ਤੇਦਾਰ ਨਹੀਂ ਹੋਊ। ਉਹ ਕਹਿੰਦੀ ਇਹ ਸਿਰਫ 2 ਜਣੇ ਆਏ, ਇੱਕ ਇਹਦੇ ਮਾਮੇ ਦਾ ਮੁੰਡਾ ਤੇ ਇੱਕ ਇਹ, ਪਰ ਮੇਰੇ ਕੁਝ ਰਿਸ਼ਤੇਦਾਰ ਸੀਗੇ, ਅਗਲਿਆਂ ਨੇ ਵੀ ਫੋਟੋ ਗਿੱਲ ਸਾਹਿਬ ਕਿਸੇ ਹਿਸਾਬ ਦੀ ਲੈ ਲਈ। ਔਰ ਅੱਜ ਉਹਦੀ ਇੱਕ ਅਸ਼ਲੀਲ ਵੀਡੀਓ ਵੀ ਜਿਹੜੀ ਹੈ ਉਹ ਵਾਇਰਲ ਹੋ ਰਹੀ ਹੈ ਐਮਐਲਏ ਸਾਹਿਬ ਦੀ। ਉਹ ਗੱਲ ਕਰ ਰਹੇ ਨੇ ਕਿਸੇ ਨਾਲ, ਵੀਡੀਓ ਕਾਲ ਕਰ ਰਹੇ ਨੇ, ਵੀਡੀਓ ਕਾਲ ਦੇ ਦੌਰਾਨ ਉਹ ਅਸ਼ਲੀਲ ਵੀਡੀਓ ਹੈ ਜਿਹੜੀ ਉਹ ਵਾਇਰਲ ਹੋ ਚੁੱਕੀ ਆ। ਔਰ ਉਦੋਂ ਬਾਅਦ ਹੁਣ ਗਿੱਲ ਸਾਹਿਬ ਦੋਨੇ ਧਿਰਾਂ ਇੱਕ ਦੂਜੇ ਦੇ ਉੱਤੇ ਇਲਜ਼ਾਮਬਾਜ਼ੀ ਹੈ ਜਿਹੜੀ ਲਾ ਰਹੀਆਂ ਨੇ। ਉਹ ਲੜਕੀ ਦਾ ਕਹਿਣਾ ਤਾਂ ਇਹ ਹੈ ਕਿ ਪਹਿਲਾਂ ਵਿਆਹਿਆ ਹੋਇਆ ਸੀ ਆਲਰੇਡੀ, ਔਰ ਇਹਨੇ ਮੇਰੇ ਨਾਲ ਵਿਆਹ ਕਰਾਇਆ, ਮੈਨੂੰ ਅੱਡ ਇੱਕ ਘਰ ਲੈ ਕੇ ਮਤਲਬ ਉੱਥੇ ਰੱਖਿਆ ਜੀਰਕਪੁਰ ਪੁਲਿਸ ਸਟੇਸ਼ਨ ਦੇ ਵਿੱਚ। ਅੱਜ ਉਹਨੇ ਬਕਾਇਦਾ ਲਿਖਤੀ ਸ਼ਿਕਾਇਤ ਕੀਤੀ, ਉਹ 'ਚ ਸਾਰੀਆਂ ਗੱਲਾਂ ਲਿਖੀਆਂ ਨੇ ਕਿ ਕਿਵੇਂ ਉਹ ਕਹਿੰਦੀ ਮੈਨੂੰ ਅਲੱਗ ਤੌਰ ਦੇ ਉੱਤੇ ਰੱਖਿਆ ਗਿਆ। ਔਰ ਜਦੋਂ ਇਹਨੇ ਨੋਮੀਨੇਸ਼ਨ ਪੇਪਰ ਫਾਈਲ ਕੀਤੇ ਉਹਦੇ 'ਚ ਆਪਦੀ ਪਹਿਲੀ ਪਤਨੀ ਦਾ ਨਾਮ ਆ ਜਿਹੜਾ ਲਿਖਿਆ, ਮੇਰਾ ਨਹੀਂ ਲਿਖਿਆ। ਔਰ ਹੁਣ ਗਿੱਲ ਸਾਹਿਬ ਜਿਹੜੀ ਗੱਲ ਸਾਹਮਣੇ ਆ ਰਹੀ ਹੈ, ਇਹ ਕਹਿ ਰਿਹਾ ਮੇਰਾ ਆਪਦੀ ਪਤਨੀ ਨਾਲ ਪੰਚਾਇਤੀ ਜਿਹੜਾ ਡਾਈਵੋਰਸ ਆ ਉਹ ਹੋ ਗਿਆ ਸੀਗਾ। ਹਾਲਾਂਕਿ ਕਾਨੂੰਨੀ ਤੌਰ ਦੇ ਉੱਤੇ ਜਦੋਂ ਤੱਕ ਤਲਾਕ ਬੰਦਾ ਨਹੀਂ ਲੈਂਦਾ ਉਦੋਂ ਤੱਕ ਦੂਜਾ ਵਿਆਹ ਨਹੀਂ ਕਰਵਾ ਸਕਦਾ। ਤਾਂ 2 ਵਿਆਹ ਬਿਨਾਂ ਕਾਨੂੰਨੀ ਤਲਾਕ ਲੈ ਕਿਵੇਂ ਹੋ ਗਏ? ਇਹ ਆਉਣ ਵਾਲੇ ਦਿਨਾਂ ਦੇ ਵਿੱਚ ਮਸਲਾ ਚਰਚਾ ਦਾ ਵਿਸ਼ਾ ਬਣੂਗਾ। ਭਗਵੰਤ ਮਾਨ ਹੋਰਾਂ ਨੂੰ ਇਸ ਵਿਸ਼ੇ ਤੇ ਬੋਲਣਾ ਪਊ, ਮਸਲਾ ਗਾਂਹ ਵੀ ਜਾਊਗਾ। ਲੇਕਿਨ ਅੱਜ ਇਸ ਮਸਲੇ ਦੀ ਬਹੁਤ ਚਰਚਾ ਗਈ ਜਿਹੜੀ ਉਹ ਹੋ ਰਹੀ ਆ, ਹੋਣੀ ਵੀ ਚਾਹੀਦੀ ਆ। ਇਹ ਕਿਸੇ ਦਾ ਮਤਲਬ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਦੇਖੋ ਜੀ ਇਹ ਤਾਂ ਨਿੱਜੀ ਮਸਲਾ ਹੈ, ਲੇਕਿਨ ਜਿਹੜਾ ਵਿਅਕਤੀ ਨਿੱਜੀ ਮਸਲਾ ਉਦੋਂ ਤੱਕ ਆਗਾ ਜਦੋਂ ਤੱਕ ਉਹ ਲੋਕਾਂ ਦਾ ਨੁਮਾਇੰਦਾ ਨਹੀਂ ਹੈ। ਹੁਣ ਇਹ ਲੋਕਾਂ ਦਾ ਨੁਮਾਇੰਦਾ ਹੈ, ਇਹ ਲੋਕਾਂ ਦਾ ਚੁਣਿਆ ਹੋਇਆ ਵਿਧਾਇਕ ਆ, ਲੋਕਾਂ ਨੇ ਚੁਣਿਆਗਾ। ਇਸ ਕਰਕੇ ਜੇਕਰ ਕੋਈ 2 ਵਿਆਹ ਕਰਵਾਉਂਦਾਗਾ ਜਾਂ ਇਸ ਤਰ੍ਹਾਂ ਦੀ ਗੱਲਬਾਤ ਕਰਦਾਗਾ ਤਾਂ ਸਰਕਾਰ ਨੂੰ ਉਹਦੇ ਉੱਤੇ ਮਤਲਬ ਜਵਾਬ ਆ ਜਿਹੜਾ ਦੇਣਾ ਬਣਦਾਗਾ। ਜੀ ਗਿੱਲ ਸਾਹਿਬ ਕਹਿੰਦਾ ਮੇਰੀ ਜਨਤਕ ਕਰਤੀ ਰਹੀ ਨਹੀਂ ਕੱਖ, ਜਦ ਅੰਦਰ ਬਹਿ ਕੇ ਪੌੜੀਆਂ ਛਕਦਾ ਸੀ ਉਦੋਂ ਨਹੀਂ ਸੀ ਪਤਾ, ਹੁਣ ਗੱਲਾਂ ਕਰਦਾ। ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜੇਲ੍ਹ 'ਚ ਬੰਦ ਨੌਜਵਾਨ ਦੀ ਪਿੱਠ ਤੇ ਗੈਂਗਸਟਰ ਲਿਖਤਾ ਜੀ। ਜੀ ਗਿੱਲ ਸਾਹਿਬ, ਇਹ ਬੜੀ ਮੰਦਭਾਗੀ ਘਟਨਾ ਜੀ। ਇਸ ਨੌਜਵਾਨ ਦੀ ਪਿੱਠ ਦੇ ਉੱਤੇ ਜਿਹੜਾ ਗੈਂਗਸਟਰ ਲਿਖਿਆ ਉਹ ਗਿੱਲ ਸਾਹਿਬ ਕੋਈ ਐ ਨਹੀਂ ਹੈ ਵੀ ਕਿਸੇ ਪੈਨ ਨਾਲ ਜਾਂ ਚਾਕ ਨਾਲ ਲਿਖਤਾ, ਲੋਹੇ ਦਾ ਸਰੀਆ ਗਰਮ ਕਰਕੇ ਇਸ ਨੌਜਵਾਨ ਦੀ ਢੂਹੀ ਦੇ ਉੱਤੇ ਪਿੱਠ ਦੇ ਉੱਤੇ ਗੈਂਗਸਟਰ ਲਿਖਿਆ ਹੋਇਆ ਵੱਡੇ ਵੱਡੇ ਅੱਖਰਾਂ ਦੇ ਵਿੱਚ। ਲੋਹੇ ਦਾ ਸਰੀਆ ਗਰਮ ਕਰਕੇ ਉਹਨੂੰ ਕਿਵੇਂ ਢਾਹਿਆ ਹੋਊ, ਕਿਵੇਂ ਲਿਖਿਆ ਹੋਊਗਾ, ਇਹ ਬੜਾ ਮੰਦਭਾਗਾ ਵਰਤਾਰਾਗਾ, ਬੜੀ ਮਾੜੀ ਗੱਲ ਹੈਗੀ। ਔਰ ਗਿੱਲ ਸਾਹਿਬ ਇਹ ਤਾਂ ਸ਼ਾਇਦ ਗੱਲ ਸਾਹਮਣੇ ਨਾ ਆਉਂਦੀ, ਕਿਉਂਕਿ ਇਹ ਜੇਲ੍ਹ ਦੇ ਵਿੱਚੋਂ ਕਿਹੜਾ ਜੇਲ੍ਹ ਦੀਆਂ ਐਡੀਆਂ ਉੱਚੀਆਂ ਕੰਧਾਂ ਨੇ ਵਿੱਚੋਂ ਚੀਕਾਂ ਸੁਣਦੀਆਂ ਨੇ ਜਾਂ ਵਿੱਚੋਂ ਕੋਈ ਮਸਲੇ ਸਾਹਮਣੇ ਆਉਂਦੇ ਨੇ। ਫਿਰੋਜ਼ਪੁਰ ਜੇਲ੍ਹ ਦਾ ਇਹ ਮਸਲਾ ਗਾ। ਇਹ ਨੌਜਵਾਨ ਹੈਗਾ ਜਿਹੜਾ ਤਰਸੇਮ ਸਿੰਘ ਇਹਦਾ ਨਾਂ ਗਾ, ਇਹ ਹਵਾਲਾਤੀ ਦੇ ਤੌਰ ਦੇ ਉੱਤੇ ਪਿਛਲੇ 4-5 ਸਾਲ ਤੋਂ ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚ ਬੰਦ ਆਗਾ। ਔਰ ਇਹਦੀ ਪਿੱਠ ਦੇ ਉੱਤੇ ਪੰਜਾਬੀ ਭਾਸ਼ਾ ਦੇ ਵਿੱਚ ਗੈਂਗਸਟਰ ਜਿਹੜਾ ਸ਼ਬਦ ਆਗਾ ਉਹ ਗਰਮ ਸਰੀਆ ਕਰਕੇ ਲਿਖਿਆ ਹੋਇਆ ਇਹ ਗਿੱਲ ਸਾਹਿਬ ਕਿ ਅੱਜ ਇਸ ਨੌਜਵਾਨ ਨੂੰ ਕਪੂਰਥਲਾ ਦੀ ਅਦਾਲਤ ਦੇ ਵਿੱਚ ਇਹਦੀ ਇੱਕ ਕੇਸ 'ਚ ਪੇਸ਼ੀ ਸੀ, ਉੱਥੇ ਇਹਨੂੰ ਕਪੂਰਥਲਾ ਦੀ ਅਦਾਲਤ ਦੇ ਵਿੱਚ ਲਿਜਾਇਆ ਗਿਆ। ਔਰ ਜਦੋਂ ਕਪੂਰਥਲਾ ਦੀ ਅਦਾਲਤ ਦੇ ਵਿੱਚ ਲਿਜਾ ਕੇ ਜੱਜ ਸਾਹਿਬ ਦੇ ਸਾਹਮਣੇ ਇਹਨੂੰ ਪੇਸ਼ ਕੀਤਾ ਤਾਂ ਇਹਨੇ ਜਦੋਂ ਜੱਜ ਸਾਹਿਬ ਦੇ ਸਾਹਮਣੇ ਖੜਾ ਹੋਇਆ ਤਾਂ ਉਹਦੀ ਸ਼ਰਟ ਖੋਲ ਕੇ ਇਹਨੇ ਆਪਦੀ ਪਿੱਠ ਜੱਜ ਸਾਹਿਬ ਨੂੰ ਦਿਖਾਈ ਕਿ ਦੇਖੋ ਜੀ ਮੇਰੀ ਪਿੱਠ ਦੇ ਉੱਤੇ ਪੁਲਿਸ ਵਾਲਿਆਂ ਨੇ ਗੈਂਗਸਟਰ ਲਿਖਿਆ ਸਰੀਆ ਗਰਮ ਕਰਕੇ। ਔਰ ਉਦੋਂ ਬਾਅਦ ਗਿੱਲ ਸਾਹਿਬ ਇਹਦਾ ਮੈਡੀਕਲ ਕਰਵਾਇਆ ਗਿਆ ਕਪੂਰਥਲਾ ਦੇ ਵਿੱਚ। ਔਰ ਹੁਣ ਪੁਲਿਸ ਮੁਲਾਜ਼ਮ ਤਾਂ ਕਹਿ ਰਹੇ ਨੇ ਕਿ ਅਸੀਂ ਨਹੀਂ ਲਿਖਿਆ ਜੀ ਗੈਂਗਸਟਰ, ਇਹ ਤਾਂ ਕਹਿੰਦੇ ਇਹਦੇ ਸਾਥੀ ਆ, ਇਹਦੇ ਮਿੱਤਰ ਨੇ, ਉਹਨੇ ਲਿਖਿਆ ਹੈਗਾ। ਹੁਣ ਕੋਈ ਮਿੱਤਰ ਲੋਹੇ ਦਾ ਸਰੀਆ ਗਰਮ ਕਰਕੇ ਗੈਂਗਸਟਰ ਥੋੜੀ ਲਿਖਦਾ ਹੁੰਦਾ। ਅਗਲੀ ਗੱਲ, ਲੋਹੇ ਦਾ ਸਰੀਆ ਕਿੱਥੋਂ ਆਇਆ ਜੇਲ੍ਹ ਦੇ ਵਿੱਚ ਉਹਨਾਂ ਕੋਲੇ ਉਹਨੂੰ ਗਰਮ ਕਿੱਥੋਂ ਕੀਤਾ? ਉਸ ਤੋਂ ਬਾਅਦ ਜੇ ਪੁਲਿਸ ਨੂੰ ਇਹ ਗੱਲ ਪਤਾ ਸੀ ਤਾਂ ਕੀ ਪੁਲਿਸ ਨੇ ਉਸ ਤੋਂ ਬਾਅਦ ਕੇਸ ਦਰਜ ਕੀਤਾ ਉਹਨਾਂ ਲੋਕਾਂ ਦੇ ਖਿਲਾਫ, ਇਹਦੇ ਉਹ ਦੋਸਤਾਂ ਦੇ ਖਿਲਾਫ ਜਿਨ੍ਹਾਂ ਨੇ ਗੈਂਗਸਟਰ ਲਿਖਿਆ ਇਹਦੇ ਤੇ? ਇਹ ਅਣਮਨੁੱਖੀ ਵਰਤਾਰਾ ਗਾ। ਇਦਾਂ ਕੋਈ ਝੋਟੇ ਦੇ ਦਾਗ ਨਹੀਂ ਦਿੰਦਾ ਜਿਸ ਤਰੀਕੇ ਦੇ ਨਾਲ ਇਸ ਨੌਜਵਾਨ ਦੀ ਢੂਹੀ ਦੇ ਉੱਤੇ ਗੈਂਗਸਟਰ ਲਿਖਿਆ ਹੋਇਆ ਗਾ। ਤਾਂ ਪਸ਼ੂਆਂ ਨਾਲ ਕੋਈ ਇਦਾਂ ਬਿਹੇਵ ਨਹੀਂ ਕਰਦਾ ਜਿਸ ਤਰੀਕੇ ਨਾਲ ਮਨੁੱਖ ਨਾਲ ਬਿਹੇਵ ਕੀਤਾ ਗਿਆ ਗਾ। ਸੋ ਇਹਦੀ ਜਾਂਚ ਹੋਣੀ ਚਾਹੀਦੀ ਹੈ ਜੀ।
ਔਰ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਜੀ। ਰਾਵੀ ਦਾ ਪਾਣੀ ਚੜੀ ਜਾਂਦਾ ਹੈ। ਜੀ ਗਿੱਲ ਸਾਹਿਬ, ਰਾਵੀ ਦਾ ਪਾਣੀ ਜਿਹੜਾ ਚੜ ਰਿਹਾ ਗਾ, ਕਈ ਥਾਵਾਂ ਦੇ ਉੱਤੇ ਹੋਰ ਵੀ ਜਿਹੜੇ ਨੇ ਉਹ ਬੰਨ ਖੋਲੇ ਗਏ ਨੇ, ਜਿਹਦੇ ਕਰਕੇ ਹਜ਼ਾਰਾਂ ਏਕੜ ਫਸਲ ਆ ਜਿਹੜੀ ਪਾਣੀ ਦੇ ਵਿੱਚ ਡੁੱਬੀ ਨਜ਼ਰ ਆਈ ਆ। ਦਰਅਸਲ ਦਰਿਆ ਰਾਵੀ ਦੇ ਵਿੱਚ ਆਏ ਹੜ੍ਹ ਨੇ ਜਿੱਥੇ ਸਰਹੱਦੀ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ 'ਚ ਵਾਧਾ ਕੀਤਾ, ਉੱਥੇ ਹੀ ਦਰਿਆ ਨਾਲ ਲੱਗਦੀਆਂ ਫਸਲਾਂ ਵੀ ਬਰਬਾਦ ਕਰ ਦਿੱਤੀਆਂ, ਜਿਸ ਕਰਕੇ ਕਿਸਾਨ ਵੀ ਕਾਫੀ ਪਰੇਸ਼ਾਨ ਨੇ। ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਪਿੰਡ ਘਣੀਏ ਕੇ ਬੇਟ ਦੀ ਲਿੰਕ ਸੜਕ ਦੇ ਵਿੱਚ ਕੱਲ ਵੱਡਾ ਪਾੜ ਪੈ ਗਿਆ ਸੀ ਗਿੱਲ ਸਾਹਿਬ, ਉਹਨੂੰ ਪੂਰਿਆ ਨਹੀਂ ਜਾ ਸਕਿਆ। ਹਾਲਾਂਕਿ ਆਰਮੀ, ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਪ੍ਰਬੰਧ ਕੀਤੇ ਹੋਏ ਨੇ, NDRF ਤੇ ਫੌਜ ਦੀਆਂ ਟੀਮਾਂ ਨੇ ਜਿਹੜੀਆਂ ਉਹ ਲਗਾਤਾਰ ਕੋਸ਼ਿਸ਼ ਕਰ ਰਹੀਆਂ ਨੇ। ਪਿੰਡਾਂ ਦਾ ਆਪਸ ਦੇ ਵਿੱਚ ਸੰਪਰਕ ਟੁੱਟ ਚੁੱਕਿਆ ਗਾ। ਰਾਵੀ ਦਰਿਆ ਦੇ ਜਿਹੜੇ ਪਾਰ ਦੇ ਪਿੰਡ ਨੇ, ਪਿੰਡ ਘੋਨੇਵਾਲ, ਘਣੀਏ ਕੇ ਬੇਟ, ਕਮਾਲਪੁਰ, ਕੱਸੋਵਾਲ, ਲਾਲੂਵਾਲ, ਇਹ ਪਿੰਡਾਂ ਦੇ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ। ਇਸ ਤਰ੍ਹਾਂ ਹੀ ਦਰਿਆ ਦੇ ਇਸ ਪਾਰ ਵੀ ਨਾਲ ਲੱਗਦੀਆਂ ਕਮਾਦ ਤੇ ਝੋਨੇ ਦੀਆਂ ਹਜ਼ਾਰਾਂ ਏਕੜ ਫਸਲਾਂ ਡੁੱਬ ਚੁੱਕੀਆਂ ਨੇ। ਔਰ ਗਿੱਲ ਸਾਹਿਬ, ਕਿਸਾਨ ਦੱਸਦੇ ਨੇ ਕਿ ਉਹਨਾਂ ਦਾ ਬਹੁਤ ਜ਼ਿਆਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਗਾ। ਔਰ ਰਾਵੀ ਦਰਿਆ ਦੇ ਵਿੱਚ ਆਏ ਹੜ੍ਹ ਦੇ ਮੱਦੇਨਜ਼ਰ ਆਰਮੀ ਜਵਾਨਾਂ ਵੱਲੋਂ ਮੋਰਚਾ ਜ਼ਰੂਰ ਸਾਂਭਿਆ ਗਿਆ, ਹਰ ਸੰਭਵ ਮਦਦ ਵੀ ਕੀਤੀ ਜਾ ਰਹੀ ਹੈ, ਮੈਡੀਕਲ ਕੈਂਪ ਵੀ ਲਾਇਆ ਗਿਆ ਗਾ। ਪਰ ਦੂਸਰੇ ਪਾਸੇ ਗੱਲ ਇਹ ਹੈਗੀ ਕਿ ਜੇ ਇਹੀ ਸਾਰੀਆਂ ਚੀਜ਼ਾਂ ਪਹਿਲਾਂ ਹੋ ਜਾਂਦੀਆਂ, ਐਡੀ ਨੌਬਤ ਨਾ ਆਉਂਦੀ, ਮਤਲਬ ਆਪਣੇ ਸਥਿਤੀ ਇਹ ਹੈਗੀ ਕਿ ਪ੍ਰਬੰਧ ਬਾਅਦ ਦੇ ਵਿੱਚ ਸਾਰੇ ਕੀਤੇ ਜਾਂਦੇ ਨੇ, ਉਹ ਪ੍ਰਬੰਧ ਪਹਿਲਾਂ ਨਹੀਂ ਕੀਤੇ ਜਾਂਦੇ। ਹੁਣ ਗਿੱਲ ਸਾਹਿਬ, ਹੋਰ ਵੀ ਕਈ ਡੈਮ ਨੇ ਜਿਹੜੇ ਉੱਥੋਂ ਪਾਣੀ ਵੱਧ ਛੱਡਿਆ ਗਿਆ ਗਾ, ਔਰ ਸਰਹੱਦੀ ਇਲਾਕੇ ਦੇ ਜਾਂ ਨੀਵੇਂ ਥਾਂ ਦੇ ਉੱਤੇ ਬੈਠੇ ਬਹੁਤ ਸਾਰੇ ਲੋਕਾਂ ਨੂੰ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਨੇ ਉੱਠਣ ਦੇ ਲਈ। ਸੋ ਐਤਕੀ ਮੀਂਹ ਕਾਫੀ ਪਿਆ ਗਾ, ਖਾਸ ਕਰਕੇ ਪਹਾੜੀ ਏਰੀਆ ਦੇ ਵਿੱਚ। ਸੋ ਨੌਬਤ ਕਾਫੀ ਆਈ ਪਈ ਹੈ ਜੀ ਇਹ। ਜੀ ਗਿੱਲ ਸਾਹਿਬ। ਅੱਛਾ ਜੀ, ਲਖੀਮਪੁਰ ਖੀਰੀ ਨੂੰ ਫਿਰ ਜਾ ਰਹੇ ਨੇ ਕਿਸਾਨ। ਵਾਕਈ ਜੀ, ਪੰਜਾਬ ਦੇ ਵੱਡੀ ਗਿਣਤੀ ਕਿਸਾਨ ਨੇ ਜਿਹੜੇ ਲਖੀਮਪੁਰ ਖੀਰੀ ਨੂੰ ਜੀ ਗਿੱਲ ਸਾਹਿਬ, ਪੰਜਾਬ ਦੇ ਕਾਫੀ ਗਿਣਤੀ 'ਚ ਕਿਸਾਨ ਲਖੀਮਪੁਰ ਖੀਰੀ ਜਾ ਰਹੇ ਨੇ। ਪੰਜਾਬ ਦੇ ਵਿੱਚੋਂ ਟ੍ਰੇਨਾਂ ਅੱਜ ਮੈਂ ਦੇਖਿਆ ਸਵੇਰ ਦੀਆਂ ਭਰੀਆਂ ਜਾ ਰਹੀਆਂ, ਚਾਹੇ ਕੋਈ ਲੁਧਿਆਣਿਓਂ ਜਾ ਰਹੀ ਹੈ, ਚਾਹੇ ਅੰਬਾਲੇ ਨੂੰ ਜਾ ਰਹੀ ਹੈ। ਔਰ ਟ੍ਰੇਨਾਂ ਦੇ ਰਾਹੀਂ ਹਜ਼ਾਰਾਂ ਪੰਜਾਬ ਦਾ ਕਿਸਾਨ ਹੈਗਾ ਜਿਹੜਾ ਝੰਡੇ ਫੜ ਕੇ ਲਖੀਮਪੁਰ ਖੀਰੀ ਜਾ ਰਿਹਾ। ਬੱਸਾਂ ਜਾ ਰਹੀਆਂ ਨੇ। ਇਸ ਤੋਂ ਇਲਾਵਾ ਹੋਰ ਆਪੋ ਆਪਣੇ ਵਹੀਕਲਾਂ ਦੇ ਉੱਤੇ ਜਾਂ ਕੈਂਟਰਾਂ ਦੇ ਰਾਹੀਂ ਜਿਹੜਾ ਲਖੀਮਪੁਰ ਨੂੰ ਕੂਚ ਕੀਤਾ ਜਾ ਰਿਹਾ। 72 ਘੰਟੇ ਦਾ ਧਰਨਾ ਦੇਣਾ ਗਿੱਲ ਸਾਹਿਬ ਉੱਥੇ। ਅੱਜ 17 ਅਗਸਤ ਨੂੰ ਇੱਥੋਂ ਕੂਚ ਕੀਤਾ, 20 ਅਗਸਤ ਤੱਕ ਦਾ ਧਰਨਾ ਹੈਗਾ 72 ਘੰਟੇ ਦਾ। ਔਰ ਉਸ ਧਰਨੇ ਦੇ ਵਿੱਚ ਇਹ ਮੰਗ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਆਪਣੀ ਗੱਡੀ ਥੱਲੇ ਦੜਨ ਵਾਲੇ ਉਸ ਮੰਤਰੀ ਦੇ ਪੁੱਤਰ ਨੂੰ ਤਾਂ ਸਖਤ ਸਜ਼ਾ ਦਾ ਜਿਹੜਾ ਸਰਕਾਰ ਪੈਰਵਾਈ ਕਰਕੇ ਇੰਤਜ਼ਾਮ ਕਰਾਵੇ। ਔਰ ਉਸ ਮੰਤਰੀ ਨੂੰ ਜਿਹੜਾ ਕੇਂਦਰ ਦੇ ਵਿੱਚ ਗ੍ਰਹਿ ਰਾਜ ਮੰਤਰੀ ਹੈ, ਉਹਦੀ ਵੀ ਛੁੱਟੀ ਕਰਨੀ ਬਣਦੀ ਆ। ਇਸ ਤੋਂ ਇਲਾਵਾ ਕਿਸਾਨਾਂ ਨਾਲ ਜਿਹੜੇ ਵਾਅਦੇ ਕੀਤੇ ਸੀ, ਜਿਨ੍ਹਾਂ ਦੇ ਵਿੱਚ ਇਹ ਸੀਗਾ ਕਿ ਬਿਜਲੀ ਸੋਧ ਬਿੱਲ ਜਿਹੜਾ ਉਹ ਨਹੀਂ ਲੈ ਕੇ ਆਊ ਸਰਕਾਰ, ਉਹਨੂੰ ਪਾਰਲੀਮੈਂਟ ਦੇ ਵਿੱਚ ਲਿਆਂਦਾ ਗਿਆ, ਜਿਹਦੇ ਤਹਿਤ ਸਬਸਿਡੀ ਜਿਹੜੀ ਹੈ ਕਿਸਾਨਾਂ ਦੀ ਉਹ ਖਤਮ ਕਰਨ ਦੀ ਸਥਿਤੀ ਚੱਲ ਰਹੀ ਹੈ। MSP ਦੀ ਕਾਨੂੰਨੀ ਗਰੰਟੀ ਦੇਣ ਤੋਂ ਹੱਥ ਪਿੱਛੇ ਖਿੱਚ ਲਿਆ। ਰਾਜ ਸਭਾ ਦੇ ਵਿੱਚ, ਸੰਸਦ ਦੇ ਵਿੱਚ ਖੜ ਕੇ ਦੇਸ਼ ਦੇ ਖੇਤੀਬਾੜੀ ਮੰਤਰੀ ਨੇ ਕਹਿ ਦਿੱਤਾ ਗਾ ਕਿ ਅਸੀਂ ਕਾਨੂੰਨੀ ਗਰੰਟੀ MSP ਦੀ ਨਹੀਂ ਦੇ ਸਕਦੇ, ਜਿਹਦਾ ਸਾਫ਼ ਮਤਲਬ ਆ ਕਿ ਕਿਸਾਨਾਂ ਦੀਆਂ ਮੰਗਾਂ ਐਜ਼ ਇਟ ਇਜ਼ ਪੈਂਡਿੰਗ ਨੇ। ਸਿਰਫ ਖੇਤੀ ਕਾਨੂੰਨ ਵਾਪਸ ਲਏ ਨੇ, ਇੱਕ ਪੈਰ ਪਿੱਛੇ ਖਿੱਚਿਆ ਗਾ। ਅਦਰਵਾਈਜ਼ ਸਰਕਾਰ ਆ ਜਿਹੜੀ ਉਹ ਕਿਸਾਨਾਂ ਦੀ ਆਮਦਨਾਂ ਵਧਾਉਣ ਦੀ ਗੱਲ ਕਰਦੀ ਸੀ, ਉਹ ਤੋਂ ਪਿੱਛੇ ਜਾ ਚੁੱਕੀ ਆ। ਸੋ ਹੁਣ ਲਖੀਮਪੁਰ ਖੀਰੀ ਤੋਂ ਦੁਬਾਰੇ ਸੰਘਰਸ਼ਾਂ ਦਾ ਮੋਢਾ ਗਾ ਜਿਹੜਾ ਉਹ ਬੰਨਿਆ ਜਾ ਰਿਹਾ। ਤਾਂ ਵੱਡੀ ਗਿਣਤੀ 'ਚ ਕਿਸਾਨ ਲਖੀਮਪੁਰ ਖੀਰੀ ਨੂੰ ਪੰਜਾਬ ਦੇ ਕੂਚ ਕਰ ਰਹੇ ਨੇ ਅੱਜ ਜੀ। ਮੋਗੇ ਸਟੇਡੀਅਮ 'ਚ ਖਿਡਾਰ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ, ਕਿਹੜੇ ਦੁਸ਼ਟ ਸੀ ਇਹ, ਕਿਹਨੇ ਕੀਤੀ? ਗਿੱਲ ਸਾਹਿਬ, ਇਹ ਬੜੀ ਮੰਦਭਾਗੀ ਗੱਲ ਵਾਪਰੀ ਹੈ। ਮੋਗੇ ਨਾ ਅਸਲ ਦੇ ਵਿੱਚ ਇੱਕ ਇੰਡੋਰ ਸਟੇਡੀਅਮ ਹੈ। ਆਪਣੇ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਦੇਖਿਆ ਹੋਊਗਾ, ਜਦੋਂ ਇੱਧਰੋਂ ਜਗਰਾਵਾਂ ਵਾਲੀ ਸਾਈਡ ਤੋਂ ਜਾਂਦੇ ਆ ਤਾਂ ਖੱਬੇ ਹੱਥ ITI ਲੰਘ ਕੇ ਜਾਂ ਇੰਡੋਰ ਸਟੇਡੀਅਮ ਜਿਹੜਾ ਕਾਫੀ ਵੱਡਾ ਬਣਿਆ ਹੈਗਾ, ਉੱਥੇ ਕੁੜੀ ਨਾ ਉੱਤਰ ਪ੍ਰਦੇਸ਼ ਦੀ ਬੈਕਗਰਾਊਂਡ ਵਾਲੀ ਲੜਕੀ ਹੈਗੀ। ਔਰ ਉੱਥੇ ਇਹ ਉੱਤਰ ਪ੍ਰਦੇਸ਼ ਪਿਛੋਕੜ ਦੀ ਪੀੜਤ ਲੜਕੀ ਹੈ ਜਿਹੜੀ ਉਹ ਸਟੇਡੀਅਮ ਦੇ ਵਿੱਚ ਖੇਡਣ ਜਾਂਦੀ ਹੁੰਦੀ ਸੀ ਲਗਭਗ ਹਰ ਰੋਜ਼। ਇਹ ਬਾਸਕਟਬਾਲ ਦੀ ਵਧੀਆ ਖਿਡਾਰਨਾ, ਉੱਥੇ ਕੋਚਿੰਗ ਲੈ ਰਹੀ ਸੀ ਸਟੇਡੀਅਮ ਦੇ ਵਿੱਚ। ਔਰ ਉੱਥੇ ਗਿੱਲ ਸਾਹਿਬ ਇਹਦੇ ਨਾਲ ਬਲਾਤਕਾਰ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਇਸ ਲੜਕੀ ਨੇ ਵਿਰੋਧ ਕੀਤਾ ਤਾਂ ਇਸ ਲੜਕੀ ਨੂੰ ਸਟੇਡੀਅਮ ਦੀ ਛੱਤ ਤੋਂ ਥੱਲੇ ਸਿੱਟ ਦਿੱਤਾ ਗਿਆ, ਜਿਹਦੇ ਕਰਕੇ ਇਸ ਲੜਕੀ ਦੀਆਂ ਦੋਨੇ ਲੱਤਾਂ ਟੁੱਟ ਗਈਆਂ, ਜਵਾੜਾ ਟੁੱਟ ਗਿਆ। ਪਹਿਲਾਂ ਇਹਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਡਾਕਟਰਾਂ ਨੇ ਇਹਦੀ ਨਾਜ਼ੁਕ ਹਾਲਤ ਦੇਖਦਿਆਂ ਇਹਨੂੰ DMC ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਹੁਣ ਇਸ ਵਕਤ ਇਹ DMC ਲੁਧਿਆਣਾ ਗਈ। ਤਾਂ ਉਹ ਜਿਹੜੇ ਗਿੱਲ ਸਾਹਿਬ ਦੋਸ਼ੀ ਨੇ
ਉਹ ਦੋਸ਼ੀ ਦੇ ਪੁਲਿਸ ਕੇਸ ਦਰਜ ਹੋ ਚੁੱਕਿਆ ਹੈਗਾ ਔਰ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰ ਰਹੀ ਹੈ। ਪੁਲਿਸ ਦਾ ਕਹਿਣਾ ਇਹ ਹੈ ਕਿ ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਫੋਨ ਕਰਨ ਵਾਲੇ ਵਿਅਕਤੀ ਨੇ ਕਿਹਾ ਸੀ ਕਿ ਲੜਕੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਜਾ ਰਿਹਾ। ਉਸ ਤੋਂ ਬਾਅਦ ਅਸੀਂ ਪਹੁੰਚੇ ਔਰ ਸਾਨੂੰ ਇਹੀ ਪਤਾ ਹੈਗਾ। ਉਹਦੇ ਪਿਤਾ ਦਾ ਕਹਿਣਾ ਇਹ ਹੈਗਾ ਕਿ ਲੜਕੀ ਟਿਊਸ਼ਨ ਜਾਂਦੀ ਸੀ, ਟਿਊਸ਼ਨ ਤੋਂ ਬਾਅਦ ਕੋਚਿੰਗ ਲੈਣ ਦੇ ਲਈ ਬਾਸਕਟਬਾਲ ਦੀ ਉਸ ਇੰਡੋਰ ਸਟੇਡੀਅਮ ਦੇ ਵਿੱਚ ਆਉਂਦੀ ਸੀਗੀ। ਗਿੱਲ ਸਾਹਿਬ ਹੁਣ ਲੜਕੀ ਦਾ ਜਵਾੜਾ ਟੁੱਟਣ ਦੇ ਕਰਕੇ ਉਹ ਬੋਲਣ ਦੀ ਹਾਲਤ ਦੇ ਵਿੱਚ ਫਿਲਹਾਲ ਨਹੀਂ ਹੈ। ਜਦੋਂ ਉਹ ਲੜਕੀ ਆਪਣੇ ਬਿਆਨ ਦੇਵੇਗੀ ਉਸ ਤੋਂ ਬਾਅਦ ਹੋਰ ਗੱਲਾਂ ਸਾਹਮਣੇ ਆਉਣਗੀਆਂ। ਲੇਕਿਨ ਪੁਲਿਸ ਨੇ ਹੁਣ ਤੱਕ ਜਿਹੜਾ ਜਤਨ ਕੰਡਾ ਨਾਂ ਦੇ ਨੌਜਵਾਨ ਤੇ ਦੋ ਅਣਪਛਾਤਿਆਂ ਖਿਲਾਫ ਧਾਰਾ 307, 376, 511 ਤੇ 34 IPC ਤਹਿਤ ਮਾਮਲਾ ਦਰਜ ਕਰ ਲਿਆ ਗਾ ਜੀ। ਅੱਛਾ ਜੀ, ਵਿਜੀਲੈਂਸ ਲੁਧਿਆਣਾ ਕੇਸ ਦਰਜ ਕਰ ਲਿਆ ਤੇ ਮੰਡੀਕਰਨ ਬੋਰਡ ਦੇ ਅਧਿਕਾਰੀ ਭੱਜੇ ਫਿਰਦੇ ਆ। ਹੱਲ ਹੋ ਗਈ ਫਿਰ? ਜੀ ਗਿੱਲ ਸਾਹਿਬ, ਮਸਲਾ ਬੜਾ ਵੱਡਾ ਇਹ ਮਸਲੇ ਨੇ ਗਿੱਲ ਸਾਹਿਬ। ਕਾਫੀ ਚੀਜ਼ਾਂ ਨੇ ਜਿਹੜੀਆਂ ਉਹ ਖੋਲ ਕੇ ਰੱਖ ਦਿੱਤੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਕਿਵੇਂ ਚੀਜ਼ਾਂ ਨੇ ਜਿਹੜੀਆਂ ਉਹ ਚੱਲਦੀਆਂ ਸੀ ਪਿਛਲੀ ਸਰਕਾਰ ਵੇਲੇ। ਦਰਅਸਲ ਗੱਲ ਇਹ ਹੋਈ ਵੀ ਕਾਂਗਰਸ ਸਰਕਾਰ ਵੇਲੇ ਇੱਕ ਟੈਂਡਰ ਪਾਇਆ ਗਿਆ ਕਿਸੇ ਵਿਅਕਤੀ ਦੇ ਵੱਲੋਂ, ਜਿਹੜਾ ਅਨਾਜ ਮੰਡੀਆਂ ਦੇ ਵਿੱਚ ਲੇਬਰ ਦੇ ਟੈਂਡਰਾਂ ਦੀ ਚਰਚਾ ਪਿਛਲੇ ਦਿਨਾਂ ਦੇ ਵਿੱਚ ਚੱਲ ਰਹੀ ਸੀ। ਇੱਕ ਸਾਬਕਾ ਮੰਤਰੀ, ਕਾਂਗਰਸੀ ਮੰਤਰੀ ਤੇ ਗਾਜ਼ ਡਿੱਗਣ ਵਾਲੀ ਆ, ਉਹਦੇ 'ਚ ਹੋਰ ਵੀ ਕਈ ਗੱਲਾਂ ਸਾਹਮਣੇ ਆਈਆਂ। ਹੁਣ ਗਿੱਲ ਸਾਹਿਬ ਇਹ ਪਤਾ ਲੱਗਿਆ ਵੀ ਟੈਂਡਰ ਪਾਇਆ ਉਹਨੇ, ਟੈਂਡਰ ਦੇ ਵਿੱਚ ਉਹਨੇ ਦੱਸਿਆ ਮੇਰੇ ਕੋਲ ਆਹ ਇੰਨੇ ਟਰੱਕ ਨੇ, ਆਹ ਨੰਬਰ ਨੇ ਉਹਨਾਂ ਦੇ, ਔਰ ਉਹ ਜਿਹੜੇ ਗਿੱਲ ਸਾਹਿਬ ਉਹਨੂੰ ਟੈਂਡਰ ਜਾਰੀ ਕਰਤਾ ਵੀ ਠੀਕ ਆ ਜੀ, ਤੇਰੇ ਵਹੀਕਲ ਹੈਗੇ ਨੇ ਤੇਰੇ ਕੋਲੇ, ਆਹ ਚੱਕ ਤੂੰ ਸਮਾਨ ਦੀ ਜਿਹੜੀ ਆਵਾਜਾਈ ਦੇ ਰਾਹੀਂ ਲੋਡਿੰਗ ਅਨਲੋਡਿੰਗ ਕਰ। ਔਰ ਉਹਦੇ 'ਚ ਜਿਹੜੇ ਉਹਨੇ ਗਿੱਲ ਸਾਹਿਬ ਦੱਸੇ ਨੰਬਰ, ਕੋਈ ਸਕੂਟਰ ਦਾ ਨੰਬਰ ਆ, ਕੋਈ ਮੋਟਰਸਾਈਕਲ ਦਾ ਨੰਬਰ ਆ, ਕੋਈ ਮਰੂਤੀ ਦਾ ਨੰਬਰ ਆ, ਕੋਈ ਜੈਨ ਦਾ ਨੰਬਰ ਆ ਉਹ। ਔਰ ਉਹਦੇ 'ਚੋਂ ਅਫਸਰ ਹੁਣ ਫਸਦੇ ਨਜ਼ਰ ਆ ਰਹੇ ਨੇ। ਅਫਸਰ ਐਂ ਫਸਦੇ ਆ, ਜੇ ਤਾਂ ਉਹਨੇ ਕੱਲਾ ਪ੍ਰਾਈਵੇਟ ਬੰਦੇ ਨੇ ਟੈਂਡਰ ਪਾਇਆ ਹੁੰਦਾ, ਠੇਕਾ ਲੈ ਗਿਆ ਹੁੰਦਾ ਤਾਂ ਮੰਨ ਲੈਂਦੇ ਕਿ ਉਹਨੇ ਮਤਲਬ ਗਮਰਾਹ ਕੀਤਾ। ਹੁਣ ਨੰਬਰ ਸਕੂਟਰ ਦਾ ਆ ਇਹ ਰਿਹਾ ਵੀ ਆਹ ਵਹੀਕਲ ਦੇ ਰਾਹੀਂ ਇੰਨੇ ਕੁਆਂਟਲ ਕਣਕ ਆਈ, ਆਹ ਸਕੂਟਰ ਦੇ ਨੰਬਰ ਰਾਹੀਂ ਇੰਨੇ ਕੁਆਂਟਲ ਕਣਕ ਗਈ, ਆਹ ਮਰੂਤੀ ਇੰਨੇ ਕੁਆਂਟਲ ਕਣਕ ਛੱਡ ਗਈ, ਆਹ ਜੈਨ ਗੱਡੀ ਇੰਨੇ ਟਨ ਕਣਕ ਲੈ ਗਈ। ਹੁਣ ਜਦੋਂ ਸਕੂਟਰਾਂ ਕਾਰਾਂ ਦੇ ਨੰਬਰਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਚੂਨਾ ਲਾਇਆ ਹੋਇਆ ਤਾਂ ਇਹਦੇ ਵਿੱਚ ਫਿਰ ਅਫਸਰਾਂ ਦੀ ਵੀ ਮਿਲੀ ਭੁਗਤਾ ਜਿਹੜੀ ਹੋ ਸਕਦੀ ਆ। ਵਿਜੀਲੈਂਸ ਦੇ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈਗਾ ਔਰ ਇਸ ਸੰਬੰਧੀ ਗਿੱਲ ਸਾਹਿਬ ਇੱਕ ਤਾਂ ਵਿਜੀਲੈਂਸ ਦੇ ਵੱਲੋਂ ਵਿਅਕਤੀ ਆ ਜਿਹੜਾ ਗ੍ਰਿਫਤਾਰ ਵੀ ਕਰ ਲਿਆ ਗਿਆ, ਠੇਕੇਦਾਰ, ਔਰ ਬਾਕੀਆਂ ਦੇ ਖਿਲਾਫ ਵੀ ਕੇਸ ਦਰਜ ਕਰ ਲਿਆ। ਅਫਸਰ ਵੀ ਇਹਦੇ ਚੜ ਰਹੇ ਨੇ। ਹੁਣ ਇਹ ਪਤਾ ਲੱਗਿਆਗਾ ਕਿ ਮੰਡੀ ਬੋਰਡ ਦੇ ਡਿਪਟੀ ਡਾਇਰੈਕਟਰ ਨੇ ਜਿਹੜੇ ਸਮੂਹਿਕ ਛੁੱਟੀ ਲੈ ਗਏ, ਉਹ ਪ੍ਰੋਟੈਸਟ ਕਰ ਰਹੇ ਨੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦਾ ਮਸਲਾ ਹੁੰਦਾ ਹੈ, ਮੰਤਰੀ ਤੱਕ ਗੱਲ ਜਾਂਦੀ ਹੈ ਜਾਂ ਹੇਠਲੇ ਅਫਸਰਾਂ ਨੂੰ ਹੀ ਹੱਥ ਪਾ ਕੇ ਮਸਲਾ ਰੋਕ ਦਿੱਤਾ ਜਾਊਗਾ, ਉਹ ਦੇਖਣਾ ਹੋਊਗਾ। ਕਿਉਂਕਿ ਬਹੁਤੇ ਵਾਰ ਇਹ ਵੀ ਹੁੰਦਾ ਗਾ ਕਿ ਮੰਤਰੀ ਤੱਕ ਗੱਲ ਜਾਂਦੀ ਨਹੀਂ, ਹੇਠਾਂ ਤੱਕ ਹੀ ਗੱਲ ਆ ਜਿਹੜੀ ਉਹ ਉਲਝ ਕੇ ਰਹਿ ਜਾਂਦੀ ਹੈ ਜੀ। ਇਹ ਤਾਰਾਂ ਸਰੀ ਤੱਕ ਵੀ ਆਉਣਗੀਆਂ। ਬਹੁਤ ਬੈਗ ਆਏ ਨੇ ਪਿਛਲੇ 2 ਸਾਲਾਂ 'ਚ ਉੱਥੋਂ। ਅੱਛਾ, ਇਹ ਦੱਸਿਓ ਵੀ ਮੁਖਤਾਰ ਅੰਸਾਰੀ ਨੂੰ VIP ਟ੍ਰੀਟਮੈਂਟ ਕਿਹਨੇ ਦਿੱਤੀ ਤੇ ਰੌਲਾ ਪੈ ਰਿਹਾ ਫਿਰ ਹੁਣ? ਜੀ ਇਹ ਯੂਪੀ ਦਾ ਬਾਹੂਬਲੀ ਨੇਤਾ ਜੀ, ਯੂਪੀ ਦੇ ਇਹ ਬਹੁਤ ਟੌਪ ਦਾ ਗੈਂਗਸਟਰ ਹੈ ਔਰ ਇਹ MLA ਰਿਹਾ, ਸਾਰੀਆਂ ਪਾਰਟੀਆਂ 'ਚ ਰਿਹਾ, ਆਜ਼ਾਦ ਵੀ ਰਿਹਾ। ਇਹ ਪਰਿਵਾਰ ਦੀ ਪੂਰੀ ਧਾਕ ਹੈ। ਇਹ ਜਿਹੜੇ ਉਪ ਰਾਸ਼ਟਰਪਤੀ ਰਹੇ ਨੇ ਹਾਮਿਦ ਅੰਸਾਰੀ, ਉਹਨਾਂ ਦੇ ਰਿਸ਼ਤੇਦਾਰ ਨੇ। ਔਰ ਗਿੱਲ ਸਾਹਿਬ ਇਹਨਾਂ ਦਾ ਮੈਂਬਰ ਪਾਰਲੀਮੈਂਟ ਵੀ ਜਿੱਤ ਜਾਂਦਾ ਰਿਹਾ, MLA ਵੀ ਜਿੱਤ ਜਾਂਦਾ ਰਿਹਾ। ਪਿਛਲੇ ਕਈ ਸਾਲਾਂ ਤੋਂ ਜੇਲ੍ਹ 'ਚ ਹੈ। ਪੰਜਾਬ 'ਚ ਇੱਕ ਛੋਟਾ ਮੋਟਾ ਜਿਹਾ ਕੇਸ ਦਰਜ ਕਰਕੇ ਇਹਨੂੰ ਪੰਜਾਬ ਲਿਆਂਦਾ ਸੀ ਜੋ ਕੈਪਟਨ ਅਮਰਿੰਦਰ ਦੀ ਸਰਕਾਰ ਸੀ ਔਰ ਇੱਥੇ VIP ਟ੍ਰੀਟਮੈਂਟ ਇਹਨੂੰ ਜੇਲ੍ਹ ਦੇ ਵਿੱਚ ਦਿੱਤਾ ਜਾਂਦਾ ਰਿਹਾ। 25 ਵਿਅਕਤੀਆਂ ਲਈ ਬਣੀ ਇੱਕ ਬੈਰਕ ਦੇ ਵਿੱਚ ਇਕੱਲਾ ਰਹਿੰਦਾ ਸੀਗਾ। ਔਰ ਇਹ ਗਿੱਲ ਸਾਹਿਬ ਗੱਲ ਜਿਹੜੀ ਚਰਚਾ ਦਾ ਵਿਸ਼ਾ ਬਣੀ ਸੀਗੀ ਕਿ ਇਹਦੀ ਪਤਨੀ ਵੀ ਸਾਰਾ ਦਿਨ ਜੇਲ੍ਹ ਦੇ ਵਿੱਚ ਇਹਦੇ ਨਾਲ ਰਹਿੰਦੀ ਸੀ। ਹੁਣ ਇਹ ਗੱਲ ਦੇ ਵਿੱਚ ਜਾਂਚ ਕੀਤੀ ਗਈ ਹੈ ਕਿ ਇਹ ਖਾਂਦਾ ਸੀ, ਕੀ ਪੀਂਦਾ ਸੀ, ਕਿਵੇਂ VIP ਟ੍ਰੀਟਮੈਂਟ ਦਿੱਤਾ ਜਾਂਦਾ ਸੀ, ਪਤਨੀ ਨਾਲ ਰਹਿੰਦੀ ਸੀ ਕਿ ਨਹੀਂ ਰਹਿੰਦੀ ਸੀ, ਕਿਉਂਕਿ ਮੰਤਰੀ ਨੇ ਵਿਧਾਨ ਸਭਾ 'ਚ ਖੜ ਕੇ ਕਿਹਾ ਸੀਗਾ ਇਹ ਗੱਲ ਪਤਨੀ ਵਾਲੀ। ਤਾਂ ਹੁਣ ਇਹ ਸਾਰੀ ਰਿਪੋਰਟ ਆ ਜਿਹੜੀ ਮੁੱਖ ਮੰਤਰੀ ਕੋਲੇ ਜਾ ਪਹੁੰਚੀ ਹੈ, ਤਾਂ ਦੇਖਦੇ ਹਾਂ ਜੀ ਇਹਦੇ 'ਚ ਵੀ ਕੀ ਕਾਰਵਾਈ ਹੁੰਦੀ ਹੈ ਜੀ। ਗਿੱਲ ਸਾਹਿਬ, ਸਾਬਕਾ ਪੁਲਿਸ ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਤੇ BJP ਦਾ ਗੁਣਾ ਬਹੁਤ ਪੈ ਰਿਹਾ ਹੈ ਤੇ ਹੁਣ ਉਹਨਾਂ ਨੂੰ ਹੋਰ ਕੋਈ ਅਹੁਦਾ ਦਿੱਤਾ ਜੀ? ਜੀ ਗਿੱਲ ਸਾਹਿਬ, ਇਹ ਲਾਲਪੁਰਾ ਦੇ ਉੱਤੇ ਬਹੁਤ ਗੁਣਾ ਪੈ ਰਿਹਾ ਹੈਗਾ BJP ਦਾ। ਔਰ ਭਾਰਤੀ ਜਨਤਾ ਪਾਰਟੀ ਨੇ ਉਹਦੇ ਨਿਤਿਨ ਗਡਕਰੀ ਵਰਗੇ ਆਗੂਆਂ ਨੂੰ ਸੰਸਦੀ ਬੋਰਡ ਦੀ ਕਮੇਟੀ ਦੇ ਵਿੱਚੋਂ ਕੱਢ ਕੇ ਇਕਬਾਲ ਸਿੰਘ ਲਾਲਪੁਰਾ ਨੂੰ ਪਾਇਆ ਔਰ ਇਕਬਾਲ ਸਿੰਘ ਲਾਲਪੁਰਾ ਨੂੰ ਪੰਜਾਬ ਦੇ ਇੱਕ ਵੱਡੇ ਆਗੂ ਦੇ ਤੌਰ ਦੇ ਉੱਤੇ ਉਭਾਰਿਆ ਜਾ ਰਿਹਾ ਹੈ। ਦਰਅਸਲ ਗਿੱਲ ਸਾਹਿਬ ਗੱਲ ਇਹ ਹੈ ਕਿ ਇਕਬਾਲ ਸਿੰਘ ਲਾਲਪੁਰਾ ਪੰਜਾਬ ਦੇ ਵਿੱਚ SSP ਰਿਹਾ ਕਈ ਜ਼ਿਲ੍ਹਿਆਂ ਦਾ
ਔਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹ CID ਦਾ ਵੀ AIG ਜਿਹੜਾ ਹੋ ਰਿਹਾ ਹੈਗਾ। ਇਕਬਾਲ ਸਿੰਘ ਲਾਲਪੁਰਾ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਨੇ। ਇਕਬਾਲ ਸਿੰਘ ਲਾਲਪੁਰਾ ਉਹਨਾਂ ਵਿਅਕਤੀਆਂ ਦੇ ਵਿੱਚ ਸੀ ਜਦੋਂ ਇੱਕ ਵਾਰ ਸੰਤ ਹਰਚੰਦ ਸਿੰਘ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 3 ਅਫਸਰ ਗਏ ਸੀਗੇ ਤਾਂ ਉਹਨਾਂ ਦੇ ਵਿੱਚ ਇਕਬਾਲ ਸਿੰਘ ਲਾਲਪੁਰਾ ਵੀ ਸੀਗਾ। ਇਕਬਾਲ ਸਿੰਘ ਲਾਲਪੁਰਾ ਬਹੁਤ ਮਤਲਬ ਸਟੇਟ ਦਾ ਜਿਹੜਾ ਚਹੇਤਾ ਪੁਲਿਸ ਅਫਸਰ ਹੈਗਾ ਉਹ ਰਿਹਾ ਹੈਗਾ ਔਰ ਰਿਟਾਇਰਮੈਂਟ ਤੋਂ ਬਾਅਦ 2012 ਦੇ ਵਿੱਚ ਇਹ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਗਿਆ ਸੀ ਔਰ ਉਦੋਂ ਬਾਅਦ BJP ਨੇ ਇਹਨੂੰ ਰਾਜ ਸਭਾ ਮੈਂਬਰ ਵੀ ਲਿਆ ਔਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਹਨੂੰ ਲਗਾਤਾਰ ਪ੍ਰਮੋਟ ਕੀਤਾ ਜਾ ਰਿਹਾ ਹੈ ਜੀ। ਅਖੀਰ 'ਚ ਦੱਸਿਓ ਜੀ, ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਗਦੀਸ਼ ਟਾਈਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਾਈ ਫਿਰਦਾ ਸੀ ਕੋਈ? ਜੀ ਗਿੱਲ ਸਾਹਿਬ, ਸ਼੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਨੌਜਵਾਨ ਦੇ ਵੱਲੋਂ ਜਗਦੀਸ਼ ਟਾਈਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਆਉਣ ਔਰ ਫੋਟੋਆਂ ਖਿਚਾ ਕੇ ਵਾਇਰਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਨੇ ਇਹਦੀ ਸਖਤ ਨਿਖੇਧੀ ਕੀਤੀ ਹੈ ਔਰ ਲਗਾਤਾਰ ਇਹਦੀ ਨਿਖੇਧੀ ਹੋ ਰਹੀ ਹੈ। ਦਰਅਸਲ ਜਿਹੜਾ ਇਹ ਨੌਜਵਾਨ ਹੈ ਗਿੱਲ ਸਾਹਿਬ, ਇਹਦਾ ਨਾਂ ਕਰਮਜੀਤ ਸਿੰਘ ਗਿੱਲ ਹੈ ਔਰ ਇਹ ਕਾਂਗਰਸ ਪਾਰਟੀ ਦਾ ਨੁਮਾਇੰਦਾ ਹੈਗਾ ਔਰ ਇਹਦੇ ਵੱਲੋਂ ਜਿਹੜੀ ਇਹ ਹਰਕਤ ਕੀਤੀ ਉਹ ਜਗਦੀਸ਼ ਟਾਈਟਲਰ ਆ ਜਿਹੜਾ 1984 ਦੀ ਜਿਹੜੀ ਸਿੱਖ ਨਸਲਕੁਸ਼ੀ ਹੋਈ ਹੈ ਉਹਦੇ ਵਿੱਚ ਉਹਦਾ ਸਭ ਤੋਂ ਮੂਹਰਲਿਆਂ 'ਚ ਨਾਂ ਗੂੰਜਦਾ ਹੈਗਾ। ਉਹਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਸ਼੍ਰੀ ਹਰਿਮੰਦਰ ਸਾਹਿਬ ਜਾਣਾ ਔਰ ਉੱਥੋਂ ਫੋਟੋ ਵਾਇਰਲ ਕਰਨੀਆਂ ਇਹ ਕਿਸੇ ਨਾ ਕਿਸੇ ਸਾਜ਼ਿਸ਼ ਦਾ ਜਾਂ ਸ਼ਰਾਰਤ ਦਾ ਹਿੱਸਾ ਹੀ ਲੱਗ ਸਕਦਾ ਹੈ ਜੀ। ਧੰਨਵਾਦ ਜੀ। ਤੇ ਫਿਰ ਕੱਲ ਸਵੇਰੇ ਫੇਰ ਤੁਹਾਡੇ ਨਾਲ ਸਾਂਝ ਪਵੇਗੀ। ਧੰਨਵਾਦ ਬਹੁਤ ਬਹੁਤ। ਸ਼ੁਕਰੀਆ ਜੀ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਜਿਸ ਤਰ੍ਹਾਂ ਮੈਂ ਦੱਸ ਕੇ ਹਟਿਆ, ਕਲੋਨਾ ਦੇ ਵਿੱਚ ਗੁਰਦੁਆਰਾ ਸਾਹਿਬ ਇਸ ਵੀਕਐਂਡ ਤੇ ਟੂਰਨਾਮੈਂਟ ਜਿਹੜਾ ਆਯੋਜਿਤ ਕਰ ਰਹੇ ਨੇ ਤੇ ਮੁੱਖ ਸੇਵਾਦਾਰ ਸਰ ਪਰਮਜੀਤ ਸਿੰਘ ਪਤਾਰਾ ਮੇਰੇ ਨਾਲ ਨੇ ਤੇ ਇਸ ਟੂਰਨਾਮੈਂਟ ਦੇ ਬਾਰੇ ਜਾਣਕਾਰੀ ਦੇਣ ਲਈ ਕਿ ਕਲੋਨਾ ਕਬੱਡੀ ਕੱਪ ਹੈ ਜਿਹੜਾ ਇਹ ਓਕਨਾਗਨ ਸਿੱਖ ਟੈਂਪਲ ਤੇ ਕਲਚਰਲ ਸੁਸਾਇਟੀ ਕਲੋਨਾ ਤੇ ਨਾਲ ਕਲੋਨਾ ਦੀ ਸਾਰੀ ਕਮਿਊਨਿਟੀ ਰਲ ਕੇ ਕਲੋਨਾ ਦਾ ਕਬੱਡੀ ਕੱਪ ਕਰਾ ਰਹੇ ਨੇ। ਨੈਸ਼ਨਲ ਕਬੱਡੀ ਐਸੋਸੀਏਸ਼ਨ ਕੈਨੇਡਾ ਦੇ ਥੱਲੇ 5 ਟੀਮਾਂ ਖੇਲਣਗੀਆਂ। ਸਤਨਾਂਤਰ ਧਾਵੀ ਸਾਰੇ ਤੇ ਜਾਫੀ ਪਹੁੰਚ ਰਹੇ ਨੇ। ਪਤਾਰਾ ਸਾਹਿਬ ਸਵਾਗਤ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਭਾਜੀ, ਸਤਿ ਸ੍ਰੀ ਅਕਾਲ। ਧੰਨਵਾਦ ਜੀ ਬਹੁਤ ਬਹੁਤ। ਪਹਿਲੀ ਤਾਂ ਗੱਲ ਇਹ ਟੂਰਨਾਮੈਂਟ ਆਰਗੇਨਾਈਜ਼ ਕਰਨ ਲਈ ਤੇ ਇਹਦੇ ਲਈ ਗੁਰਦੁਆਰਾ ਸਾਹਿਬ ਤੇ ਸਾਰੀ ਕਮਿਊਨਿਟੀ ਜਿਹੜੀ ਹੈ ਉਹ ਵਧਾਈ ਦੀ ਹੱਕਦਾਰ ਹੈ ਕਿਉਂਕਿ ਟੂਰਨਾਮੈਂਟ ਚਿਰਾਂ ਬਾਅਦ ਹੋ ਰਹੇ ਨੇ। ਤੇ ਇਸ ਕਬੱਡੀ ਕੱਪ ਬਾਰੇ ਜੀ ਹੋਰ ਸਾਰਿਆਂ ਨੂੰ ਦੱਸੋ ਕਿਉਂ ਇੱਥੋਂ ਵੀ ਸੰਗਤ ਪਹੁੰਚੇਗੀ ਤੇ ਕਿੱਥੇ ਹੋ ਰਿਹਾ ਟੂਰਨਾਮੈਂਟ, ਕਿੰਨੇ ਵਜੇ ਸ਼ੁਰੂ ਹੋਣਾ ਤੇ ਇਸ ਦੇ ਬਾਰੇ ਜਾਣਕਾਰੀ ਹੋਰ ਦਿਓ। ਹਾਂਜੀ, ਇਹ ਜੀ ਟੂਰਨਾਮੈਂਟ 2 ਦਿਨ ਹੋ ਰਿਹਾ, ਇਸ ਵੀਕਐਂਡ ਸੈਚਰਡੇ ਤਾਂ ਸੰਡੇ। ਅੱਛਾ ਜੀ। ਤਾਂ ਵੈਸੇ ਇਸ ਵੇਲੇ ਅਸੀਂ ਇੱਥੇ ਤੁਹਾਨੂੰ ਪਤਾ ਹੈ ਕਿ 82% ਲੋਕ ਨੇ ਜਿਹੜੇ ਫਾਰਮਰ ਨੇ, ਫਰੂਟ ਫਾਰਮਰ। ਤਾਂ ਮੈਂ ਵੀ ਹੁਣ ਇਸ ਵੇਲੇ ਚੈਰੀ ਔਰਚਰਡ ਦੇ ਵਿੱਚ ਖੜਾ ਕਿਉਂਕਿ ਇਸ ਸਾਲ ਸਾਡੀ ਫਸਲ ਥੋੜੀ ਜਿਹੀ ਲੇਟ ਹੋ ਗਈ। ਅੱਛਾ ਜੀ। ਤਾਂ ਮੇਰੇ ਭਾਜੀ ਕਰਮਾ ਗਿੱਲ ਹੁਣੀ ਵੀ ਉਹ ਵੀ ਅਸੀਂ ਇਸ ਵੇਲੇ ਬਹੁਤ ਬਿਜ਼ੀ ਆ ਪਰ ਉਧਰੋਂ ਨਾਲ ਟੂਰਨਾਮੈਂਟ ਦੀ ਵੀ ਅਰੇਂਜਮੈਂਟ ਕਰ ਰਹੇ ਆ। ਤਾਂ ਯੂਜਲੀ ਚੈਰੀ ਜੁਲਾਈ ਦੀ ਐਂਡ ਤੇ ਖਤਮ ਹੋ ਜਾਂਦੀ ਆ ਜੀ, ਪਰ ਐਤਕੀ ਵੈਦਰ ਕੁਝ ਖਰਾਬ ਹੋਣ ਦੇ ਨਾਲ ਪਹਿਲਾਂ ਤਾਂ ਚੈਰੀ ਥੋੜੀ ਜਿਹੀ ਲੇਟ ਆ ਪਰ ਫਿਰ ਵੀ ਅਸੀਂ ਪੂਰੀ ਕੋਸ਼ਿਸ਼ ਦੇ ਨਾਲ ਸਾਰੇ ਵੀਰਾਂ ਨਾਲ ਰਲ ਕੇ ਤਾਂ ਸੈਚਰਡੇ ਕੀ ਹੈ ਕਬੱਡੀ ਦੇ ਨਾਲ ਜੀ ਸਾਡਾ ਸੌਕਰ ਔਰ ਸੈਚਰਡੇ ਵਾਲੇ ਦਿਨ ਜਿਹੜਾ ਫੁੱਟਬਾਲ ਚੱਲੇਗਾ। ਹਾਂਜੀ, ਬੱਚਿਆਂ ਦੀਆਂ ਟੀਮਾਂ, ਬੰਦਿਆਂ ਦੀਆਂ ਟੀਮਾਂ ਤਾਂ ਔਰ ਦੂਰੋਂ ਟੀਮਾਂ ਆ ਰਹੀਆਂ ਨੇ, ਕੈਲਗਰੀ ਤੋਂ, ਸਰੀ ਤੋਂ, ਐਬਸਫੋਰਡ ਤੋਂ ਜੀ ਟੀਮਾਂ ਇੱਥੇ ਪਹੁੰਚ ਰਹੀਆਂ ਨੇ ਜੀ। ਨਾਲ ਇਕੱਲਾ ਇਹ ਨਹੀਂ ਹੈਗਾ, ਬੱਚਿਆਂ ਵਾਸਤੇ ਜਿੱਦਾਂ ਬਾਉਂਸੀ ਕਾਸਲ, ਫੇਸ ਪੇਂਟਿੰਗ ਔਰ ਲੇਡੀਜ਼ ਦਾ ਵੀ ਰੱਸਾ ਖਿੱਚ ਵੀ ਲੇਡੀਜ਼ ਔਰ ਬੰਦਿਆਂ ਦਾ ਵੀ। ਤਾਂ ਹੋਰ ਟਰੈਕ ਐਂਡ ਫੀਲਡ ਸਾਡਾ ਜਿਹੜਾ ਸਟੇਡੀਅਮ ਹੈ ਉਹ ਹੈਗਾ ਜੀ ਪਾਰਕਿੰਸਨ ਰੈਕ ਸੈਂਟਰ। ਅੱਛਾ ਜੀ। ਹਾਂਜੀ, ਹਾਈਵੇ ਦੇ ਉੱਤੇ ਹੈਗਾ। ਤਾਂ ਉੱਥੇ ਸਾਡਾ ਸਟੇਡੀਅਮ ਉਹਨੂੰ ਐਪਲ ਬਾਲ ਕਹਿੰਦੇ ਆ। ਅੱਛਾ ਜੀ। ਤਾਂ ਐਪਲ ਦੇ ਬਾਲ ਦੇ ਵਿੱਚ ਉੱਥੇ ਕਬੱਡੀ ਹੋਵੇਗੀ ਅੰਦਰ, ਉੱਥੇ ਸੀਟਿੰਗ ਵੀ ਕਾਫੀ। ਤਾਂ ਉੱਥੇ ਅਸੀਂ ਉੱਥੇ ਤਾਂ ਕਰੀਦਾ ਹੈਗਾ ਕਿ ਬਹਿਣ ਵਾਸਤੇ ਬਹੁਤ ਸੋਹਣੀ ਜਗ੍ਹਾ ਹੈਗੀ ਆ। ਤਾਂ ਉਹਦੇ ਨਾਲ ਬੱਚੇ ਔਰ ਲੇਡੀਜ਼ ਕਾਫੀ ਆ ਜਾਂਦੇ ਹੈਗੇ ਆ। ਤਾਂ ਇਸ ਕਰਕੇ ਬੱਚਿਆਂ ਵਾਸਤੇ ਬਾਉਂਸੀ ਕਾਸਲ ਵਗੈਰਾ ਏਦਾਂ ਦੀਆਂ ਚੀਜ਼ਾਂ
ਥੋੜਾ ਮੇਲੇ ਵਾਂਗੂ ਹੈ ਜੀ ਮਾਹੌਲ। ਵੈਰੀ ਗੁੱਡ। ਹਾਂਜੀ। ਅੱਛਾ ਪਤਾਰਾ ਸਾਹਿਬ, ਇਸ ਵਾਰ ਜਿਹੜੀ ਕ੍ਰੌਪ ਇਹ ਲੇਟ ਵੈਦਰ ਕਰਕੇ ਹੋਗੀ, ਪਰ ਫਿਰ ਵੀ ਹੁਣ ਨਿਬੜਨ ਵਾਲੀ ਹੋਏਗੀ ਕਿ ਹਲੇ ਕਾਫੀ ਰਹਿੰਦੀ ਹੈ? ਕਈਆਂ ਦੀ ਤਾਂ ਕਾਫੀ ਰਹਿ ਗਈ। ਔਰ ਮੈਂ ਵੀ ਤੁਹਾਨੂੰ ਦੱਸਾਂ, ਮੈਂ ਯੂਜ਼ਲੀ ਨਹੀਂ ਇੰਨਾ ਜ਼ੋਰ ਨਾਲ ਕੰਮ ਕਰਦਾ ਹੁੰਦਾ ਪਰ ਦੇ ਹਿਸਾਬ ਨਾਲ ਹੁਣ, ਪਰ ਇੱਥੇ ਮੈਂ ਇਸ ਵੇਲੇ ਬਾਗ ਦੇ ਵਿੱਚ ਹੀ ਆ ਵੀ ਸਾਰਿਆਂ ਨੂੰ, ਕਿਉਂਕਿ ਲੇਬਰ ਦੀ ਸ਼ੋਰਟੇਜ ਹੈਗੀ, ਜਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਪਤਾ ਵੀ ਲੇਬਰ ਕੈਨੇਡਾ ਦੇ ਵਿੱਚ ਨਹੀਂ ਮਿਲਦੀ ਪੂਰੀ ਤਰ੍ਹਾਂ, ਤਾਂ ਇਸ ਕਰਕੇ ਮੈਨੂੰ ਜਿੱਦਾਂ ਹੁਣ 15 ਬੰਦੇ ਲੱਗੇ ਹੋ ਗਏ, ਮੈਨੂੰ ਬੰਦੇ 20 ਹੋਰ ਚਾਹੀਦੇ ਆ, ਤਾਂ ਫਿਰ ਮੈਂ 2 ਦਿਨਾਂ 'ਚ ਖਤਮ ਕਰ ਸਕਦੇ ਹਾਂ। ਪਰ ਚਲੋ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਏਦਾਂ ਕਰਿਓ, ਜਿਹੜੇ ਆਪਣੇ ਬੰਦੇ ਕਾਫੀ ਆ ਇੱਥੇ, ਮੈਂ ਕਿਹਾ ਵੀ 12 ਵਜੇ ਤੱਕ ਚੈਰੀ ਤੋੜ ਲਿਓ, ਸੈਚਰਡੇ ਸੰਡੇ 12 ਨਹਾ ਨੂੰ ਕੇ ਤੇ ਫਿਰ ਟੂਰਨਾਮੈਂਟ ਤੇ ਆ ਜਾਓ। ਇਸ ਤਰ੍ਹਾਂ ਕਰਨੀ ਪੈਣੀ। ਸਰੀ ਵਾਲਿਆਂ ਨੂੰ ਸੁਨੇਹਾ ਤੇ ਐਬਸਫੋਰਡ ਵਾਲਿਆਂ ਨੂੰ ਸੁਨੇਹਾ ਦਿੰਦੇ, ਨਾਲੇ ਟੂਰਨਾਮੈਂਟ ਦੇਖੇ ਆਉਣਗੇ, ਨਾਲੇ ਲਵਾਏ ਆਉਣਗੇ ਜ਼ੋਰ, 2 ਦਿਨਾਂ 'ਚ ਨਿਬੜ ਜਾਣਾ ਕੰਮ। ਤੇ ਟੀਮਾਂ ਜੀ, ਯੰਗ ਸਪੋਰਟਸ ਕਬੱਡੀ ਕਲੱਬ ਤੇ ਐਬੀ ਸਪੋਰਟਸ ਕਬੱਡੀ ਕਲੱਬ, ਯੂਥ ਕਬੱਡੀ ਕਲੱਬ, ਹਰਜੀਤ ਬਾਜਾਖਾਨਾ ਕਬੱਡੀ ਕਲੱਬ, ਪੰਜਾਬ ਸਪੋਰਟਸ ਕਬੱਡੀ ਕਲੱਬ ਤੇ ਸਰੀ ਕਾਮਾਗਾਟਾ ਮਾਰੂ, ਇਹ ਵੱਡੀਆਂ ਟੀਮਾਂ ਪਹੁੰਚ ਰਹੀਆਂ, ਵੱਡੇ ਖਿਡਾਰੀ ਪਹੁੰਚ ਰਹੇ ਨੇ। ਅੱਛਾ ਜੀ, ਪਹਿਲੇ ਦਿਨ ਸੈਟਰਡੇ ਨੂੰ ਵੀ ਕਬੱਡੀ ਦਾ ਕੋਈ ਟੂਰਨਾਮੈਂਟ ਹੋਣਾ ਜਾਂ ਸੰਡੇ ਹੀ ਹੋਣੇ ਨੇ? ਕਬੱਡੀ ਦਾ ਸੰਡੇ ਹੋਣਾ ਜੀ। ਅੱਛਾ ਜੀ। ਦੁਪਹਿਰੋਂ ਬਾਅਦ ਕਬੱਡੀ ਦਾ ਮੈਚ ਮੇਰੇ ਖਿਆਲ 1 ਵਜੇ ਸ਼ੁਰੂ ਹੋਣਗੇ। ਅੱਛਾ ਜੀ। ਤਾਂ ਉਸ ਕਬੱਡੀ ਤੋਂ ਬਾਅਦ ਹੋਰ ਵੀ ਮੈਂ ਯਾਦ ਭੁੱਲ ਗਿਆ ਮੈਨੂੰ ਦੱਸਣ ਦਾ, ਸ਼ਾਮ ਨੂੰ ਇੰਟਰਟੇਨਮੈਂਟ ਵੀ ਹੈ। ਵੈਰੀ ਗੁੱਡ। ਆਪਣੇ ਬਲਵੀਰ ਬੋਪਾ ਰਾਏ ਹੁਣੀ ਆ, ਤਾਂ 1-2 ਹੋਰ ਲੜਕੀਆਂ ਵੀ ਆ ਰਹੀਆਂ ਸਰੀ ਤੋਂ ਗਾਉਣ ਵਾਸਤੇ ਜੀ। ਔਰ ਸਾਡੇ ਇੱਥੇ ਲੋਕਲ ਆਰਟਿਸਟ ਬਹੁਤ ਆ, ਕੁੜੀਆਂ ਮੁੰਡੇ, ਜਿਹੜੇ ਕਿ ਕਹਿੰਦੇ ਪਏ ਅਸੀਂ ਵੀ ਮਿਊਜ਼ੀਸ਼ੀਅਨ ਵਗੈਰਾ ਅਸੀਂ ਇੱਥੋਂ ਮੰਗਾ ਰਹੇ ਹਾਂ। ਤਾਂ ਸ਼ਾਮ ਨੂੰ 3 ਘੰਟੇ ਦਾ ਗਾਉਣ ਵਜਾਉਣ ਦਾ ਵੀ ਪ੍ਰੋਗਰਾਮ ਹੋਵੇਗਾ ਜੀ। ਅੱਛਾ ਸਰਾਰ ਸਾਹਿਬ, ਕਮਿਊਨਿਟੀ ਬਹੁਤ ਚਿਰਾਂ ਦੇ ਤੁਸੀਂ ਮਕਲੋਨਾ ਤੇ ਬਾਈ ਜਿਵੇਂ ਕਰਮਾ ਗਿੱਲੋਣੀ ਤੇ ਹੋਰ ਸਾਡੇ ਦੋਸਤ ਨੇ ਬਲਵਿੰਦਰ ਔਲਖ ਹੋਣੇ ਵੀ ਉੱਥੇ ਮੂਵ ਹੋਏ ਨੇ, ਬਹੁਤ ਵੱਡੀ ਕਮਿਊਨਿਟੀ ਹੈ। ਤੇ ਹੁਣ ਕਿੰਨਾ ਕੁ ਫਰਕ ਮਹਿਸੂਸ ਕੀਤਾ ਪਿਛਲੇ 5-10 ਸਾਲਾਂ 'ਚੋਂ? ਸਾਡੇ ਨਵੇਂ ਯੰਗ ਵਿਦਿਆਰਥੀ ਵੀ ਕੁਛ ਮੂਵ ਹੋਏ ਨੇ, ਕੋਈ ਫਰਕ ਪੈ ਰਿਹਾ ਜੀ ਡੈਮੋਗ੍ਰਾਫਿਕ 'ਚ? ਬਹੁਤ ਜੀ, ਬਹੁਤ ਜ਼ਿਆਦਾ। ਇੱਥੇ ਤਾਂ ਬਹੁਤ ਆਪਣੀ ਬੜੀ ਵਾਹਿਗੁਰੂ ਦੀ ਕਿਰਪਾ ਜੀ, ਬਹੁਤ ਸੰਗਤ ਵੱਧ ਗਈ ਹੈਗੀ ਆ। ਤਾਂ ਕਾਫੀ ਹੁਣ ਤਾਂ ਅੱਗੇ ਤਾਂ ਇੱਦਾਂ ਹੁੰਦਾ ਸੀ ਕਿ ਇੱਕ ਦੂਜੇ ਨੂੰ ਸਾਰੇ ਅਸੀਂ ਪਛਾਣਦੇ ਸੀ, ਫਲਾਨਾ ਕੌਣ ਆ, ਫਲਾਨਾ ਕੌਣ, ਫਲਾਨੇ ਦੇ ਬੱਚੇ ਕੌਣ ਆ, ਪਰ ਹੁਣ ਨਹੀਂ ਪਤਾ ਲੱਗਦਾ ਜੀ। ਤਾਂ ਇੱਧਰੋਂ ਲੋਅਰ ਮੇਨਲੈਂਡ ਤੋਂ ਬਹੁਤ ਇੱਥੇ ਮੂਵ ਹੋਏ ਨੇ, ਔਰ ਬਾਹਰੋਂ ਵੀ ਬਹੁਤ ਆਏ ਨੇ ਬੱਚੇ, ਸਟੂਡੈਂਟ ਬਹੁਤ ਆਏ ਨੇ। ਚੌਕਨਾਗਨ ਕਾਲਜ ਔਰ UBC ਦੇ ਵਿੱਚ ਕਾਫੀ ਬੱਚੇ ਪੜ੍ਹਦੇ ਨੇ, ਜਿਹੜੇ ਕਿ ਹੁਣ ਤੁਸੀਂ ਦੇਖਦੇ ਆ ਕਿਤੇ ਵੀ ਮੈਕਡੋਨਲਡਸ ਜਾਂ ਟਿਮ ਹੋਰਟਨ ਚਲ ਜਾਓ, ਆਪਣੇ ਬੱਚੇ ਹੀ ਆ ਸਾਰੇ ਕੰਮ ਕਰਦੇ, ਔਰ ਕਾਫੀ ਮਿਹਨਤ ਕਰਦੇ ਬੱਚੇ ਜੀ। ਹਾਂਜੀ, ਸਾਡੇ ਸ਼ਹਿਰ ਦੇ ਵਿੱਚ ਵੈਸੇ ਕਾਫੀ ਇਹਨਾਂ ਬੱਚਿਆਂ ਦਾ ਦੇਣ ਹੈਗਾ ਸਾਡੀ ਕਮਿਊਨਿਟੀ ਨੂੰ ਵੀ, ਕਿਉਂਕਿ ਕੰਮ ਕਰ ਲਈ, ਕਿਉਂਕਿ ਮੇਰੇ ਕੋਲ ਆਪਣੇ ਕੋਲ 10 ਫਰੈਸ਼ੀਜ਼ ਰੈਸਟੋਰੈਂਟ ਆ, ਸਾਰੇ ਆਪਣੇ ਬੱਚੇ ਕੰਮ ਕਰਦੇ, ਆਪਣੇ ਲੜਕੇ। ਵੈਰੀ ਗੁੱਡ। ਤੇ ਤੁਸੀਂ ਬਾਵਾ ਸਮੇਂ ਦੇ ਰਹਿ ਰਹੇ ਹੋ ਜੀ ਪਤਾਰਾ ਸਾਹਿਬ ਇੱਥੇ? ਹਾਂਜੀ, ਮੈਂ 1980 ਦਾ ਇੱਥੇ ਰਹਿ ਰਿਹਾ ਜੀ। ਉਸ ਤੋਂ ਪਹਿਲਾਂ ਬਹੁਤ ਸਮਾਂ ਹੋ ਗਿਆ। ਇੰਗਲੈਂਡ ਸੀਗੇ, ਇੰਗਲੈਂਡ ਤੋਂ ਇੱਥੇ ਮੂਵ ਹੋ ਗਿਆ ਸੀ। ਹਾਂਜੀ, ਧੰਨਵਾਦ ਬਹੁਤ ਬਹੁਤ। ਤੇ ਗੁਰਦੁਆਰਾ ਸਾਹਿਬ ਦੀ ਸਮੂਹ ਸੇਵਾਦਾਰਾਂ ਦੀ ਸਾਰੀ ਕਮੇਟੀ ਦਾ, ਬਾਈ ਕਰਮੇ ਗਿੱਲ ਉਹਨਾਂ ਦਾ, ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ। ਤੇ ਅਖੀਰ ਦੇ ਵਿੱਚ ਕੋਈ ਫੋਨ ਨੰਬਰ ਜਾਂ ਕੋਈ ਸੁਨੇਹਾ ਹੋਰ ਸੁਣਨ ਵਾਲਿਆਂ ਨੂੰ ਦੇਣਾ ਚਾਹੋ ਜੀ? ਹਾਂਜੀ, ਜੇ ਕੋਈ ਵੀ ਹੋਰ ਇਨਫੋਰਮੇਸ਼ਨ ਕਿਸੇ ਨੂੰ ਕਿਸ ਤਰ੍ਹਾਂ ਦੀ ਵੀ ਚਾਹੀਦੀ ਹੋਵੇ, ਮੇਰਾ ਨੰਬਰ ਹੈਗਾ ਜੀ 2507177844। ਤਾਂ ਮੈਨੂੰ ਪੁੱਛ ਸਕਦੇ ਆ ਕੋਈ ਵੀ, ਮੈਂ ਹਰ ਵੇਲੇ ਮੇਰਾ ਫੋਨ ਅਵੇਲੇਬਲ ਹੁੰਦਾ। ਤਾਂ ਔਰ ਮੈਂ ਤੁਹਾਡਾ ਔਰ ਭਾਜੀ ਗੁਰਦਿਆਲ ਸਿੰਘ ਉਹਨਾਂ ਦਾ ਬਹੁਤ ਥੈਂਕ ਯੂ ਕਰਦਾ ਕਿ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਇਹ ਦੱਸਣ ਦਾ ਕਿ ਸਾਡੇ ਕੋਰੋਨਾ ਦੇ ਵਿੱਚ ਫਿਰ ਅੱਗੇ ਵਾਂਗੂ ਟੂਰਨਾਮੈਂਟ ਹੋ ਰਿਹਾ। ਐਕਚੁਅਲੀ ਮੈਨੂੰ ਕਾਫੀ ਟੀਮਾਂ ਦੇ ਬਾਅਦ ਦੇ ਵਿੱਚ ਫੋਨ ਆਇਆ ਜਦੋਂ ਕਿ ਸਾਡਾ ਰੋਸਟਰ ਪੂਰਾ ਹੋ ਗਿਆ ਸੀ ਕਿ ਅਸੀਂ ਵੀ ਆਉਣਾ ਚਾਹੁੰਦੇ, ਕਿਉਂਕਿ ਅੱਗੇ ਬਹੁਤ ਆਉਂਦੇ, ਅੱਗੇ ਅਸੀਂ ਕਰਾਉਂਦੇ ਹੁੰਦੇ ਸੀ ਟੂਰਨਾਮੈਂਟ, ਬਹੁਤ ਜ਼ਿਆਦੀਆਂ ਟੀਮਾਂ ਇੱਧਰੋਂ ਆਉਂਦੀਆਂ ਸੀਗੀਆਂ। ਤਾਂ ਐਤਕੀ ਉਹਨਾਂ ਨੂੰ ਲੇਟ ਪਤਾ ਲੱਗਾ ਕੁਛ, ਮੇਰੀ ਆਪਾਂ ਨੂੰ ਥੋੜਾ ਜਿਹਾ ਪਹਿਲਾਂ ਐਡਵਰਟਾਈਜ਼ਮੈਂਟ ਕਰਨੀ ਚਾਹੀਦੀ ਸਾਨੂੰ, ਪਰ ਅਸੀਂ ਜਿੱਦਾਂ ਤੁਹਾਨੂੰ ਦੱਸਦੇ ਇੱਥੇ ਫਸਲ ਦੇ ਵਿੱਚ ਅਸੀਂ ਕਾਫੀ ਫਸੇ, ਇਸ ਕਰਕੇ ਸਾਤੋਂ ਥੋੜੀ ਅਸੀਂ ਲੇਟ ਹੋ ਗਏ। ਨਹੀਂ ਤਾਂ ਜਿਵੇਂ 2 ਦਿਨ ਸੀ, ਬਾਹਰ ਐਤਵਾਰ ਇੱਕ ਫੈਡਰੇਸ਼ਨ ਇੱਕ ਦਿਨ ਖੇਡ ਲੈਂਦੀ, ਐਤਵਾਰ ਨੂੰ ਦੂਜੀ ਖੇਡ ਲੈਂਦੀ, ਪਰ ਕੋਈ ਨਾ ਜੀ, ਨੈਕਸਟ ਟਾਈਮ ਹਾਂਜੀ ਥੋੜਾ ਜਿਹਾ ਹੋਰ ਬੈਟਰ ਆਰਗੇਨਾਈਜ਼ ਕਰਾਂਗੇ। ਕੋਈ ਨਾ ਜੀ, ਕੋਈ ਨਾ ਪਤਾ ਸਾਹਿਬ, ਧੰਨਵਾਦ ਜੀ, ਸ਼ੁਭ ਸ਼ਾਮਾਂ। ਥੈਂਕ ਯੂ ਜੀ, ਥੈਂਕ ਯੂ ਜੀ। ਗੁਰਦਿਆਲ ਸਿੰਘ ਡੇਲ ਬਾਦਉਣੀ ਇਹਨਾਂ ਦੇ ਨਾਲ ਆਰਗੇਨਾਈਜ਼ ਕਰਾ ਰਹੇ ਨੇ ਜੀ, ਤੇ ਬਹੁਤ ਵਧੀਆ ਇਵੈਂਟ ਹੈ। ਡੇਵ ਸਿੱਧੂ, ਜੈਕ ਖੰਗੂੜਾ ਐਬਸਪੋਰਟ ਤੋਂ ਸਭ ਤਿਆਰੀ 'ਚ ਨੇ ਇਸ ਟੂਰਨਾਮੈਂਟ 'ਤੇ ਪਹੁੰਚਣਾ ਉਹਨਾਂ ਨੇ,
ਤੇ ਬਹੁਤ ਵਧੀਆ ਟੂਰਨਾਮੈਂਟ ਹੋਗਾ। ਸਾਰੇ ਨੇੜੇ ਦੇ ਓਲੀਵਰ, ਸੋਇਸ, ਸਮਰਲੈਂਡ, ਪੈਂਟਿੰਗਟਨ, ਵਰਨਨ, ਕੈਮਲੂਪਸ ਸਾਰੇ, ਕਿਉਂਕਿ ਜਿਹੜੇ ਇੰਟੀਰੀਅਰ ਟੂਰਨਾਮੈਂਟ ਬਹੁਤ ਘੱਟ ਹੁੰਦੇ ਨੇ, ਸਾਰੇ ਪਹੁੰਚੇ। ਖਾਸ ਅੱਜ ਗੱਲਬਾਤ ਵਕੀਲ ਸਾਹਿਬ ਨਾਲ ਚੱਲਣੀ ਆ ਕਿ ਪਾਲਤੂ ਜਾਨਵਰ ਜਿਹੜੇ ਆਪਾਂ ਘਰਾਂ 'ਚ ਰੱਖਦੇ ਹਾਂ, ਜਿਹੜੇ ਪਰਿਵਾਰ ਦੇ ਜੀਆਂ ਤੋਂ ਵੱਧ ਪਿਆਰ ਲੈਂਦੇ ਨੇ, ਉਹਨਾਂ ਦੇ ਕਾਨੂੰਨ ਤੇ ਕਾਨੂੰਨੀ ਜ਼ਿੰਮੇਵਾਰੀਆਂ ਕੀ ਨੇ। ਵਕੀਲ ਸਾਹਿਬ ਸਵਾਗਤ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਜੀ। ਅੱਛਾ ਜੀ, ਪਾਲਤੂ ਜਾਨਵਰ ਜਿਨ੍ਹਾਂ ਨੇ ਵੀ ਰੱਖੇ ਨੇ ਉਹ ਘਰ ਦਾ ਇੱਕ ਅਜਿਹਾ ਹਿੱਸਾ ਬਣ ਜਾਂਦੇ ਨੇ, ਟੱਬਰ ਦੇ ਜੀਆਂ ਬਿਨਾਂ ਸਰ ਜਾਂਦਾ, ਪਰ ਇਹਨਾਂ ਬਿਨਾਂ ਨਹੀਂ ਸਰਦਾ। ਅਤੇ ਇਹੀ ਉਡੀਕਦੇ ਨੇ ਕਿਬਲਸ ਦੀ ਇੱਕ ਬੋਲ ਜਾਂ ਭੋਰਾ ਮੀਟ, ਇਹੀ ਉਹਨਾਂ ਦੀ ਰਿਕੁਆਇਰਮੈਂਟ ਹੈ। ਅਤੇ ਟੱਬਰ ਦੇ ਜੀਆਂ ਨੂੰ ਉਹ ਉਡੀਕਦੇ ਨੇ, ਕੋਈ ਲੇਟ ਆ ਜਾਵੇ, ਟੱਬਰ ਦੇ ਜੀ ਤਾਂ ਸੌਂ ਜਾਣਗੇ, ਪਰ ਤੁਹਾਡਾ ਇਹ ਪਾਲਤੂ ਕਿਹਾ ਜਾਣ ਵਾਲਾ ਜਾਨਵਰ ਤੁਹਾਨੂੰ ਉਡੀਕੇਗਾ। ਅਤੇ ਇਹਨਾਂ ਨਾਲ ਕਾਨੂੰਨੀ ਜ਼ਿੰਮੇਵਾਰੀਆਂ ਵੀ ਨੇ ਜੀ, ਉਹ ਕੀ ਨੇ? ਹਰੀਸ਼ ਜੀ, ਅਸੀਂ ਸਾਰੇ ਜਾਣਦੇ ਹਾਂ ਕਿ ਜਾਨਵਰ ਆਪਣੇ ਆਪ ਦੀ ਦੇਖਭਾਲ ਖੁਦ ਨਹੀਂ ਕਰ ਸਕਦੇ। ਇਸ ਲਈ ਕਾਨੂੰਨ ਤੇ ਯਕੀਨੀ ਬਣਾਉਣਾ ਨਿਰਭਰ ਕਰਦਾ ਹੈ ਵੀ ਜਾਨਵਰਾਂ ਦੀ ਰੱਖਿਆ ਤੇ ਸਾਂਭ ਸੰਭਾਲ ਕਿਵੇਂ ਕੀਤੀ ਜਾਵੇ ਜੀ। ਬਹੁਤ ਸਾਰੇ ਲੋਕਾਂ ਲਈ ਕੁੱਤਾ ਜਾਂ ਬਿੱਲੀ ਉਹਨਾਂ ਦੇ ਪਰਿਵਾਰ ਦਾ ਹਿੱਸਾ ਹੁੰਦੇ ਹਨ, ਅਤੇ ਲੋਕਾਂ ਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਪਾਲਤੂ ਜਾਨਵਰਾਂ ਉੱਤੇ ਅਸਲ ਵਿੱਚ ਕਿੰਨੇ ਕਾਨੂੰਨ ਲਾਗੂ ਹੁੰਦੇ ਹਨ ਜੀ। ਚਾਹੇ ਜਾਨਵਰ ਦੀ ਰੱਖਿਆ ਕਰਨ ਵਾਸਤੇ ਹੋਵੇ ਜਾਂ ਲੋਕਾਂ ਨੂੰ ਸਜ਼ਾ ਦੇਣ ਵਾਸਤੇ, ਸਾਨੂੰ ਸਾਰਿਆਂ ਨੂੰ ਆਪਣੀਆਂ ਜਿਹੜੀਆਂ ਜ਼ਿੰਮੇਵਾਰੀ, ਰਿਸਪੌਂਸਿਬਿਲਿਟੀਜ਼ ਬਾਰੇ ਜਾਣਨ ਦੀ ਸਖਤ ਲੋੜ ਹੈ, ਜਿਨ੍ਹਾਂ ਨੂੰ ਫੈਡਰਲ, ਪ੍ਰੋਵਿੰਸ਼ੀਅਲ ਅਤੇ ਮਿਊਨਿਸਪਲ ਲਾਅ ਦੁਆਰਾ ਕਵਰ ਕੀਤਾ ਗਿਆ ਜੀ। ਜਿਵੇਂ ਆਪਾਂ ਹਮੇਸ਼ਾ ਗੱਲ ਕਰਦੇ ਹਾਂ, ਕਾਨੂੰਨ ਬੇਜ਼ੁਬਾਨਾਂ ਨੂੰ ਆਵਾਜ਼ ਦੇਣ ਲਈ ਹੈ, ਅਤੇ ਇਸ ਵਿੱਚ ਜਾਨਵਰ ਵੀ ਸ਼ਾਮਲ ਹਨ ਜੀ। ਅੱਛਾ ਵਕੀਲ ਸਾਹਿਬ, ਅਕਸਰ ਕੁੱਤਿਆਂ ਵੱਲੋਂ ਕਿਸੇ ਨੂੰ ਵੱਢਣ ਦੀ ਗੱਲ ਜਿਹੜੀ ਹੈ ਉਹ ਬਹੁਤ ਆਉਂਦੀ ਹੈ, ਅਤੇ ਜਦ ਪਿਟਬੁਲ ਜਾਂ ਅਸੀਂ ਹੋਰ ਟੈਰੀਅਰਸ ਨੂੰ ਵੇਖਦੇ ਹਾਂ, ਸਾਡੇ ਮਨ ਦੇ ਵਿੱਚ ਵਹਿਮ ਆ ਜਾਂਦਾ ਹੈ ਕਿ ਇਹ ਵੱਢਣ ਵਾਲੇ ਨੇ, ਹਾਲਾਂਕਿ ਬਹੁਤ ਉਹ ਵੀ ਲੋਇਲ ਨੇ। ਕਦ ਉਹ ਡੌਗ ਪ੍ਰਵੋਕ ਹੋ ਜਾਂਦੇ ਨੇ, ਕਿਉਂਕਿ ਉਹਨਾਂ ਦੇ ਵਿੱਚ ਵੋਲਫ ਤੋਂ ਉਹ ਇਵੋਲਵ ਹੋਏ ਨੇ, ਇੰਸਟਿੰਕਟ ਤਾਂ ਹੈ ਉਹਨਾਂ ਦੇ ਵਿੱਚ। ਕਦ ਉਹ ਲੱਗੇ ਉਹਨਾਂ ਨੂੰ ਵੀ ਪਰਿਵਾਰ ਨੂੰ ਖਤਰਾ ਹੈ, ਉਹ ਹਮਲਾ ਕਰ ਦਿੰਦੇ ਨੇ। ਰਲ ਕੇ ਜ਼ਰੂਰ ਛੇਤੀ ਕਰ ਦਿੰਦੇ ਨੇ, ਇੱਕ ਤੁਰਦਾ ਦੂਜਾ ਤੁਰ ਜਾਂਦਾ ਤੀਜਾ। ਕੈਲਗਰੀ 'ਚ 86 ਸਾਲਾ ਔਰਤ ਨੂੰ ਹਮਲਾ ਕਰਕੇ ਮਾਰ ਦਿੱਤਾ ਪਿਟਬੁੱਲਾਂ ਨੇ, 3 ਨੇ, ਅਤੇ ਬੈਕ ਐਲੀ ਦੀ ਖਬਰ ਸੀ ਇਹ। ਅਤੇ ਇਸ ਕੇਸ ਬਾਰੇ ਕੀ ਦੱਸ ਸਕਦੇ ਹੋ ਜੀ? ਅਸੀਂ ਜੀ ਉਸ ਬਜ਼ੁਰਗ ਔਰਤ ਦੀਆਂ ਚੀਕਾਂ ਨੂੰ ਕਿਵੇਂ ਭੁਲਾਇਆ ਜਾ ਸਕਦਾ, ਜਿਹੜੀ ਆਪਣੇ ਬੈਕਯਾਰਡ 'ਚ ਕੰਮ ਕਰ ਰਹੀ ਸੀ ਅਤੇ ਉਸ 'ਤੇ 3 ਕੁੱਤਿਆਂ ਨੇ ਹਮਲਾ ਕਰ ਦਿੱਤਾ। ਹਮਲਾ ਵੀ ਇੰਨਾ ਮਾਰੂ ਸੀਗਾ ਕਿ ਉਹਦੀ ਮੌਤ ਹੋ ਗਈ ਜੀ। ਗੁਆਂਢੀਆਂ ਦਾ ਕਹਿਣਾ ਵੀ ਕੁੱਤੇ ਤਾਂ ਚੰਗੇ ਹੀ ਸਨ, ਪਰ ਇੱਕ ਮਾਸੂਮ ਔਰਤ ਦੀ ਜਾਨ ਜਾਂਦੀ ਲੱਗੀ। ਹੁਣ ਕੈਲਗਰੀ ਦੇ ਬਾਇਲਾਜ਼ ਅਨੁਸਾਰ ਕੁੱਤਿਆਂ ਦੇ ਮਾਲਕ ਵਿਰੁੱਧ 12 ਚਾਰਜਿਸ ਦਾਇਰ ਕੀਤੇ ਗਏ ਹਨ ਜੀ। 3 ਚਾਰਜ ਉਹਨਾਂ ਤੇ ਲਾਏ ਗਏ ਆ ਵੀ ਕਿਸੇ ਤੇ ਹਮਲਾ ਕਰਕੇ ਗੰਭੀਰ ਜ਼ਖਮੀ ਕਰਨ ਦੇ। 3 ਚਾਰਜਿਸ ਉਹਨਾਂ ਤੇ ਹੈ ਜੀ ਇਨਸਾਨ ਤੇ ਜਾਨਵਰ ਵੱਲੋਂ ਹਮਲਾ ਕਰਨ ਦੇ, ਤੇ ਬਾਕੀ ਹੈਗੇ ਇਨਸਾਨ ਨੂੰ ਕੱਟਣ ਵੱਢਣ ਦੇ, ਤੇ ਲਾਸਟ ਜਿਹੜਾ ਹੈਗਾ ਜੀ ਉਹ ਹੈਗੇ ਵੀ ਜਾਨਵਰ ਨੂੰ ਖੁੱਲੇ ਛੱਡਣ ਦੇ। ਸਭ ਨਾਲੋਂ ਜ਼ਰੂਰੀ ਗੱਲ ਇਹ ਹੈ ਵੀ ਇਸ ਜੋੜੇ ਨੂੰ $1,20,000 ਤੱਕ ਦਾ ਜੁਰਮਾਨਾ ਹੋ ਸਕਦਾ ਜੀ। ਇਹ ਹੀ ਨਹੀਂ, ਜੇ ਉਹ ਇਹ ਜੁਰਮਾਨਾ ਨਹੀਂ ਅਦਾ ਕਰਦੇ ਤਾਂ ਉਹਨਾਂ ਨੂੰ ਜੇਲ੍ਹ ਯਾਤਰਾ ਵੀ ਕਰਨੀ ਪੈ ਸਕਦੀ ਹੈ। ਪਰ ਬਹੁਤ ਸਾਰੇ ਲੋਕਾਂ ਦੀ ਨਿੱਜੀ ਰਾਏ ਇਹ ਹੈ ਵੀ ਇਹਨਾਂ ਵਿਰੁੱਧ ਕ੍ਰਿਮੀਨਲ ਚਾਰਜ ਲੱਗਣੇ ਚਾਹੀਦੇ ਹਨ ਜੀ। ਕੀ ਕ੍ਰਿਮੀਨਲ ਚਾਰਜਸ ਲੱਗ ਸਕਦੇ ਨੇ ਵਕੀਲ ਸਾਹਿਬ? ਜਿੱਥੇ ਤੱਕ ਮਾਮਲਾ ਕ੍ਰਿਮੀਨਲ ਚਾਰਜਸ ਆ ਜੀ, ਇਸ 'ਚ ਇਹ ਸਾਬਤ ਕਰਨਾ ਪੈਂਦਾ ਕਿ ਕਿਸੇ ਨੇ ਕੋਈ ਗੈਰ ਕਾਨੂੰਨੀ ਕੰਮ ਦਾ ਹੈਗਾ ਉਹ ਗਿਣ ਮਿੱਥ ਕੇ ਅਤੇ ਜਾਣ ਬੁੱਝ ਕੇ ਕੀਤਾ ਜੀ। ਇੱਥੇ ਲੱਗਦਾ ਹੈ ਵੀ ਕੁੱਤੇ ਘਰ ਦੇ ਪਿਛਵਾੜੇ 'ਚੋਂ ਨਿਕਲ ਗਏ ਅਤੇ ਘਰ ਦੁਆਲੇ ਜਿਹੜੀ ਮਾੜੀ ਫੈਂਸ ਹੋਣੀ ਕੋਈ ਅਪਰਾਧ ਨਹੀਂ। ਕ੍ਰਿਮੀਨਲ ਕੋਡ ਦੀ ਧਾਰਾ 220 ਅਧੀਨ ਅਪਰਾਧਿਕ ਅਣਗਹਿਲੀ ਇੱਕ ਕ੍ਰਿਮੀਨਲ ਚਾਰਜ ਹੈ, ਜਿਸ ਨਾਲ ਕਿਸੇ ਦੀ ਮੌਤ ਹੋ ਜਾਂਦੀ ਹੈ ਜੀ। ਉਸ ਸੈਕਸ਼ਨ ਮੁਤਾਬਿਕ ਕੁਝ ਇਹੋ ਜਿਹਾ ਕਰਨਾ ਜਾਂ ਨਾ ਕਰਨਾ ਜਿਸ ਨਾਲ ਕਿਸੇ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਜਾਵੇ ਅਤੇ ਅੰਜਾਮ ਵਜੋਂ ਕਿਸੇ ਦੀ ਇਸ ਤਰ੍ਹਾਂ ਦੇ ਹਾਲਾਤ 'ਚ ਮੌਤ ਹੋ ਜਾਵੇ ਜੀ। ਇਸ ਕੇਸ 'ਚ ਇਹ ਸਾਬਤ ਕੀਤਾ ਜਾ ਸਕਦਾ ਵੀ ਮਾਲਕ ਜੋੜੇ ਨੂੰ ਪਤਾ ਸੀਗਾ ਵੀ ਖੁੱਲੇ ਛੱਡੇ ਜਾਂ ਉਹਨਾਂ ਨੂੰ ਚੰਗੀ ਤਰ੍ਹਾਂ ਨਾ ਸੰਭਾਲੇ ਜਾਣ ਤੇ ਕੁੱਤੇ ਖਤਰਨਾਕ ਸਾਬਤ ਹੋ ਸਕਦੇ ਹਨ। ਇਸ ਅਣਗਹਿਲੀ ਕਾਰਨ ਉਹਨਾਂ ਤੇ ਦੋਸ਼ ਲਾਏ ਜਾ ਸਕਦੇ ਹਨ।
ਇਸ ਦੇ ਨਾਲ ਹੀ ਉਹਨਾਂ ਦਾ ਕਾਨੂੰਨੀ ਫਰਜ਼ ਹੈ ਵੀ ਉਹ ਗੁਆਂਢੀਆਂ ਦਾ ਵੀ ਖਿਆਲ ਰੱਖਣ, ਜਿਹੜੀ ਡਿਊਟੀ ਆਫ ਕੇਅਰ ਕਨਸੈਪਟ ਜਿਹਨੂੰ ਆਪਾਂ ਕਹੀਦਾ ਜੀ। ਅੱਛਾ ਜੀ, ਇੱਕ ਇਹ ਦੱਸਿਓ, ਅਕਸਰ ਜਦ ਆਪਾਂ ਡੌਗਸ ਨੂੰ ਲੈ ਕੇ ਜਾਂਦੇ ਹਾਂ ਪਾਰਕਾਂ ਦੇ ਵਿੱਚ, ਲਿਖਿਆ ਹੁੰਦਾ ਬਈ ਆਫ ਦਾ ਲੀਸ਼ ਨਹੀਂ ਕਰ ਸਕਦੇ, ਸੰਗਲੀ ਨਹੀਂ ਖੋਲ੍ਹ ਸਕਦੇ, ਉਹਨਾਂ ਨੂੰ ਕਲੀਨ ਕਰਨਾ ਜ਼ਰੂਰ ਲਿਖਿਆ, ਪਰ ਪਾਰਕਾਂ ਦੇ ਵਿੱਚ ਅਸੀਂ ਇਸ ਤਰ੍ਹਾਂ ਛੱਡ ਦਿੰਦੇ ਹਾਂ। ਇਹਦੇ 'ਤੇ ਵੀ ਗਾਂਹ ਜਾ ਕੇ ਗੱਲ ਕਰਦੇ ਹਾਂ। ਪਰ ਇੱਕ ਇਹ ਦੱਸਿਓ, ਹੁਣ ਇਹਨਾਂ 'ਤੇ ਤਾਂ ਚਾਰਜਸ, ਖੈਰ ਉਹਨਾਂ 'ਤੇ ਤਾਂ ਕੀ ਲੱਗਣੇ ਨੇ ਚਾਰਜਸ, ਕਈ ਵਾਰ ਮਾਲਕ ਤੰਗ ਹੋ ਜਾਂਦੇ ਨੇ ਇਹਨਾਂ ਨੂੰ ਰੱਖ ਕੇ, ਲੈ ਤਾਂ ਆਉਂਦੇ ਆ, ਇਹ 14 ਸਾਲ 15 ਸਾਲ ਦੀ ਕਮਿਟਮੈਂਟ ਆ, ਸਾਰਾ ਕੁਝ ਛੱਡਣਾ ਪੈਂਦਾ ਜ਼ਿੰਦਗੀ ਦਾ। ਜੇ ਤੁਸੀਂ ਸੋਚੋ ਬਈ ਜਿਵੇਂ ਮਰਜ਼ੀ ਖਾ ਲੈਣ, ਬੰਨੇ ਰਹਿ ਜਾਣ, ਤੇ ਇਹਨਾਂ ਨੂੰ ਬਸ ਬੋਲ ਇੱਕ ਪਾ ਦਿਓ ਖਾਣੇ ਦੀ ਤੇ ਹਰ ਵਕਤ ਸੰਗਲ ਪਾਈ ਰੱਖੋ, ਬਹੁਤ ਕਾਨੂੰਨ ਨੇ। ਇੱਕ ਮਾਲਕ ਨੇ ਘਰ ਦੇ ਪਿੱਛੇ ਜਾ ਕੇ ਕੁੱਤਾ ਮਾਰੇ ਦਿੱਤਾ ਜੀ, ਉਹਦੇ ਤੇ ਚਾਰਜਸ ਲੱਗਣਗੇ ਜੀ? ਕੇਵਲ ਤੁਸੀਂ ਆਪਣੇ ਕੁੱਤੇ ਨੂੰ ਮਾਰ ਹੀ ਨਹੀਂ ਸਕਦੇ ਜੀ, ਬਲਕਿ ਤੁਸੀਂ ਉਸ ਨੂੰ ਖਾ ਵੀ ਸਕਦੇ ਹੋ, ਤੇ ਇਸ ਤਰ੍ਹਾਂ ਕੋਈ ਵੀ ਕਾਨੂੰਨ ਨਹੀਂ ਤੋੜਿਆ ਜਾਂਦਾ ਜੀ। ਅੱਛਾ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਅਸੀਂ ਸਾਰੇ ਜਾਨਵਰਾਂ ਨੂੰ ਕਿੰਨਾ ਕੁ ਪਿਆਰ ਕਰਦੇ ਹਾਂ। ਕੈਨੇਡਾ ਵਿੱਚ ਕਾਨੂੰਨ ਤੁਹਾਡੇ ਪਾਲਤੂ ਜਾਨਵਰਾਂ ਨੂੰ ਤੁਹਾਡੀ ਜਾਇਦਾਦ ਮੰਨਦਾ, ਅਤੇ ਕੋਈ ਵੀ ਵਿਅਕਤੀ ਆਪਣੀ ਜਾਇਦਾਦ ਦਾ ਨਿਪਟਾਰਾ ਆਪਣੀ ਮਰਜ਼ੀ ਮੁਤਾਬਿਕ ਕਰ ਸਕਦਾ ਜੀ। ਬਸ ਇੱਕੋ ਇੱਕ ਸ਼ਰਤ ਹੈ, ਉਹ ਇਹ ਹੈ ਵੀ ਤੁਸੀਂ ਜਾਨਵਰ ਨੂੰ ਮਾਰਨ ਵੇਲੇ ਉਸ ਨੂੰ ਤਸੀਹੇ ਨਹੀਂ ਦੇ ਸਕਦੇ, ਭਾਵਤ ਉਹਨੂੰ ਕਿਸੇ ਵੀ ਤਰੀਕੇ ਨਾਲ ਟਾਰਚਰ ਨਹੀਂ ਕਰ ਸਕਦੇ। ਬਹੁਤ ਸਾਰੇ ਲੋਕ ਮਹਿਸੂਸ ਕਰਦੇ ਹਨ ਕਿ ਇਹਨਾਂ ਕਾਨੂੰਨਾਂ ਨੂੰ ਬਦਲਿਆ ਜਾਣਾ ਚਾਹੀਦਾ, ਅਤੇ ਕੌਣ ਹੈ ਜੋ ਇਸ ਗੱਲ ਨੂੰ ਸੁਣ ਕੇ ਰਾਜ਼ੀ ਹੋਵੇਗਾ ਜੀ। ਕਮਾਲ ਹੋ ਗਈ। ਅੱਛਾ, ਨਾਲ ਦੱਸਿਓ ਜੀ ਕਿ ਕਈ ਵਾਰ ਆਪਾਂ ਇੱਕ ਸ਼ਬਦ ਆ ਪੰਜਾਬੀ ਦਾ, ਕੁੱਤਾ ਛੱਡ ਦੂੰ ਤੇਰੇ ਤੇ, ਕਈ ਵਾਰ ਤੇ ਕਿਸੇ ਨੂੰ ਡਰਾਉਣ ਖਾਤਰ ਜਾਂ ਕਿਸੇ ਦੁਸ਼ਮਣ ਕੋਲ, ਇੱਥੋਂ ਤੁਸੀਂ ਚਲੇ ਗਏ, ਜਾ ਰਹੇ ਹੋ ਤੁਰੇ, ਤੁਹਾਡੇ ਦੁਸ਼ਮਣ ਤੁਹਾਡੇ ਤੇ ਪੈ ਗਏ, ਤੁਸੀਂ ਕੁੱਤਾ ਛੱਡਤਾ ਉਹਨਾਂ ਤੇ, ਕੀ ਤੁਹਾਡੇ ਤੇ ਚਾਰਜਸ ਲੱਗ ਸਕਦੇ ਨੇ? ਵੀ ਹਥਿਆਰ ਦਾ ਹਮਲਾ ਹੋ ਸਕਦਾ ਹੈ ਕੁੱਤੇ ਦੀ ਜਗ੍ਹਾ ਵੀ? ਡੈਫੀਨੇਟਲੀ ਜੀ। ਤਕਰੀਬਨ ਗਿੱਲ ਸਾਹਿਬ, ਪਿਛਲੇ 30 ਸਾਲਾਂ ਤੋਂ ਮੈਂ ਸਾਰੇ ਕੈਨੇਡਾ 'ਚ ਕ੍ਰਿਮੀਨਲ ਕੇਸ ਲੜ ਰਿਹਾ ਜੀ। ਮੈਂ ਬਹੁਤ ਸਾਰੇ ਅਜਿਹੇ ਕੇਸਿਸ ਡੀਲ ਕੀਤੇ ਹਨ ਜਿੱਥੇ ਕਿਸੇ ਨੇ ਕਿਸੇ ਨੂੰ ਈਵਨ ਸਿੰਪਲ ਜੀ ਚੱਪਲ ਭਗਾ ਕੇ ਮਾਰੀ ਤਾਂ ਉਹਨੂੰ ਵੀ ਅਸੌਲਟ ਵਿਦ ਅ ਵੈਪਨ ਨਾਲ ਚਾਰਜ ਕੀਤਾ ਗਿਆ ਜੀ। ਪ੍ਰੋਬਲਮ ਇਹ ਹੈ ਵੀ ਆਪਣਾ ਜਿਹੜਾ ਕ੍ਰਿਮੀਨਲ ਕੋਡ ਹੈ ਇਹ ਪਰਿਭਾਸ਼ਿਤ ਨਹੀਂ ਕਰਦਾ ਕਿ ਹਥਿਆਰ ਕੀ ਹੈ, ਅਤੇ ਕੁੱਤੇ ਸਮੇਤ ਕੁਝ ਵੀ ਕਾਨੂੰਨ ਦੇ ਤਹਿਤ ਇੱਕ ਹਥਿਆਰ ਦਾ ਰੂਪ ਗ੍ਰਹਿਣ ਕਰ ਸਕਦਾ ਹੈ। ਜੇ ਤੁਸੀਂ ਕਿਸੇ ਨੂੰ ਕਾਰ ਨਾਲ ਮਾਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਡੀ ਜਿਹੜੀ ਕਾਰ ਹੈ ਉਹਨੂੰ ਵੀ ਵੈਪਨ ਮੰਨਿਆ ਜਾਊਗਾ ਜੀ। ਪਰ ਇਹ ਮੰਨੋ ਜਾਂ ਨਾ, ਕੈਨੇਡਾ ਵਿੱਚ ਅਜਿਹੇ ਲੋਕਾਂ ਨੂੰ ਵੀ ਕਿਸੇ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ੀ ਪਾਇਆ ਗਿਆ ਜਿਨ੍ਹਾਂ ਨੇ ਆਪਣੇ ਕੁੱਤੇ ਵੱਲੋਂ ਜਾਣ ਬੁੱਝ ਕੇ ਕਿਸੇ ਤੇ ਹਮਲਾ ਕਰਵਾਇਆ ਜੀ। ਪਰ ਇਸ ਗੱਲ ਦਾ ਸਬੂਤ ਜ਼ਰੂਰ ਹੋਣਾ ਚਾਹੀਦਾ ਵੀ ਤੁਸੀਂ ਜਿਹੜਾ ਤੁਹਾਡਾ ਕੁੱਤਾ ਉਹਨੂੰ ਕਿਸੇ ਤੇ ਹਮਲਾ ਕਰਨ ਦਾ ਤੁਸੀਂ ਉਹਨੂੰ ਆਦੇਸ਼ ਦਿੱਤਾ। ਜੇ ਕੁੱਤਾ ਖੁਦ ਬ ਖੁਦ ਤੁਹਾਡੇ ਨਾਲ ਤੁਰਿਆ ਜਾਂਦਾ, ਕਿਸੇ ਨੂੰ ਵੱਢ ਲੈਂਦਾ, ਤਾਂ ਉਹ ਕਾਫੀ ਨਹੀਂ ਹੋਊਗਾ ਜੀ। ਅੱਛਾ ਜੀ, ਕਿਸੇ ਦਾ ਕੁੱਤਾ ਤੁਹਾਡੇ ਕੁੱਤੇ ਨੂੰ ਪੈ ਗਿਆ, ਕੁੱਤੇ ਨੂੰ ਬਚਾਉਂਦੇ ਉਹਦਾ ਤੁਹਾਡੀ ਖੁੱਚ ਨੂੰ ਪੈ ਗਿਆ, ਫਿਰ ਮਾਲਕ ਤੇ ਮੁਕੱਦਮਾ ਹੋ ਦੂਜੇ ਤੇ ਜਿਹੜਾ ਆ ਕੇ ਚਿੰਬੜਿਆ ਤੁਹਾਨੂੰ? ਜੇ ਕਿਸੇ ਵਿਅਕਤੀ ਨੂੰ ਕੁੱਤੇ ਨੇ ਵੱਢਿਆ ਤਾਂ ਉਸ ਨੂੰ ਕੁੱਤੇ ਦੇ ਮਾਲਕ ਤੇ ਨੁਕਸਾਨ ਲਈ ਮੁਕੱਦਮਾ ਕਰਨ ਦਾ ਕਾਨੂੰਨੀ ਅਧਿਕਾਰ ਹੈ ਜੀ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਵਿਅਕਤੀ ਨੂੰ ਕੁੱਤੇ ਦੀ ਗਲਤੀ ਕਰਕੇ ਵੱਢਿਆ ਗਿਆ ਸੀ ਜਾਂ ਨਹੀਂ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕੁੱਤੇ ਨੇ ਕਿਸੇ ਨੂੰ ਵੱਢਿਆ ਹੈ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਮਾਲਕ ਦੀ ਚਾਹੇ ਕੋਈ ਵਿੱਚ ਉਹਦੇ ਕਸੂਰ ਹੋਵੇ ਚਾਹੇ ਨਾ ਹੋਵੇ, ਪਰ ਮਾਲਕ ਨੂੰ ਡੈਫੀਨੇਟਲੀ ਉਹਦੇ ਉੱਪਰ ਲਾਸੂਟ ਫਾਈਲ ਕੀਤਾ ਜਾ ਸਕਦਾ ਜੀ। ਇਸ ਲਈ ਇੱਕ ਕੁੱਤੇ ਦੇ ਮਾਲਕ ਤੇ ਮੁਕੱਦਮਾ ਕੀਤਾ ਜਾ ਸਕਦਾ, ਤੇ ਜੇ ਉਸਦਾ ਕੁੱਤਾ ਕਿਸੇ ਨੂੰ ਵੱਢਦਾ ਹੈ, ਪਰ ਭਾਵੇਂ ਤੁਸੀਂ ਕੁੱਤੇ ਦੇ ਮਾਲਕ ਨਹੀਂ ਵੀ ਹੋ, ਫਿਰ ਵੀ ਤੁਹਾਡੇ ਤੇ ਮੁਕੱਦਮਾ ਦਾਇਰ ਕੀਤਾ ਜਾ ਸਕਦਾ ਜੇਕਰ ਤੁਸੀਂ ਹੀ ਕੁੱਤੇ ਦੀ ਦੇਖਭਾਲ ਕਰ ਰਹੇ ਸੀ ਜਦੋਂ ਉਹ ਕਿਸੇ ਨੂੰ ਵੱਢਦਾ ਜੀ। ਇਟਸ ਇੰਪੋਰਟੈਂਟ ਟੂ ਨੋ ਪੇਰੈਂਟਸ ਲਈ ਕਿ ਜੇ ਤੁਹਾਡਾ ਬੱਚਾ ਗੁਆਂਢੀ ਦੇ ਕੁੱਤੇ ਨੂੰ ਸੈਰ ਤੇ ਲੈ ਜਾਂਦਾ ਤੇ ਕੁੱਤਾ ਕਿਸੇ ਨੂੰ ਵੱਢ ਦਿੰਦਾ ਤਾਂ ਤੁਹਾਡੇ ਤੇ ਮੁਕੱਦਮਾ ਵੀ ਕੀਤਾ ਜਾ ਸਕਦਾ ਜੀ। ਕੋਈ ਵੀ ਵਿਅਕਤੀ ਜੋ ਮੁਕੱਦਮਾ ਕਰਨਾ ਚਾਹੁੰਦਾ ਉਸ ਨੂੰ ਮਾਲਕਾਂ ਦੇ ਨਾਂ ਦਾ ਪਤਾ ਲਗਾਉਣਾ ਹੋਵੇਗਾ ਅਤੇ ਇਹ ਸਾਬਤ ਕਰਨਾ ਹੋਊਗਾ ਕਿ ਕੁੱਤੇ ਦੇ ਵੱਢਣ ਨਾਲ ਉਹ ਜ਼ਖਮੀ ਹੋਏ ਤੇ ਉਹਨਾਂ ਦਾ ਗਾਂ ਕੀ ਨੁਕਸਾਨ ਹੋਇਆ ਜੀ। ਵਕੀਲ ਸਾਹਿਬ, ਇੱਕ ਇਹ ਦੱਸਿਓ, ਹੁਣ ਡੌਗਸ ਆਪਾਂ ਰੱਖੇ ਹੋਏ ਨੇ ਦਰਵੇਸ਼ ਜਿਹੜੇ ਘਰ 'ਚ ਨੇ, ਤੇ ਕੀ ਸਾਨੂੰ ਬਾਹਰ ਜੇ ਵੱਡੀ ਪ੍ਰਾਪਰਟੀ ਆ ਗੇਟ 'ਤੇ, ਜੇ ਦੂਜਾ ਘਰ ਆ ਜਿਹੜਾ ਹੈ ਉਹਦੇ ਮੇਨ ਡੋਰ 'ਤੇ ਲਿਖਣਾ ਚਾਹੀਦਾ ਕਿ ਇਸ ਘਰ 'ਚ ਡੌਗ ਹੈ? ਤੇ ਜੇ ਤੁਹਾਡੀ ਕੋਈ ਜਾਇਦਾਦ 'ਚ ਆਉਂਦਾ ਬਿਨਾਂ ਦੱਸੇ ਜਾਂ ਦੱਸੇ ਤੇ ਤੁਹਾਡਾ ਕੁੱਤਾ ਉਹਨਾਂ ਨੂੰ ਵੱਢ ਲੈਂਦਾ ਹੈ, ਫਿਰ ਕਿਹੜੇ ਚਾਰਜਸ ਨੇ ਜੀ? ਇਹਨਾਂ ਕੇਸਿਸ ਵਿੱਚ
ਅਦਾਲਤ ਨੂੰ ਇਹ ਵੇਖਣਾ ਪਊਗਾ ਵੀ ਤੁਸੀਂ ਦੂਜੇ ਲੋਕਾਂ ਨੂੰ ਚੇਤਾਵਨੀ ਦੇਣ ਲਈ ਕਿਹੜੇ ਕਦਮ ਚੁੱਕੇ ਆ ਜੀ। ਕੀ ਤੁਹਾਡੇ ਕੋਲ ਕਲੋਜ਼ ਫਰੈਂਡ ਸੀਗੀ? ਕੀ ਤੁਹਾਡੇ ਕੋਲ ਕੁੱਤੇ ਬਾਰੇ ਚੇਤਾਵਨੀ ਦੇਣ ਵਾਲੇ ਸੰਕੇਤ ਸਨ? ਕੀ ਤੁਹਾਡੇ ਕੋਲ ਅਜਿਹੇ ਵਾਰਨਿੰਗ ਸਾਈਨ ਸਨ ਜੋ ਇਹ ਕਹਿੰਦੇ ਸਨ ਵੀ ਬਿਨਾਂ ਇਜਾਜ਼ਤ ਤੋਂ ਤੁਹਾਡੀ ਪ੍ਰਾਪਰਟੀ ਤੋਂ ਲੰਘਣ ਦੀ ਮਨਾਹੀ ਹੈ ਜੀ? ਨਾਲ ਇਸ ਗੱਲ ਤੇ ਵੀ ਡਿਪੈਂਡ ਕਰਦਾ ਵੀ ਜਿਹੜਾ ਵਿਅਕਤੀ ਤੁਹਾਡੀ ਜਾਇਦਾਦ ਤੇ ਉਹ ਕਰ ਕੀ ਰਿਹਾ ਸੀਗਾ। ਕੀ ਉਹ ਆਮ ਐਮਾਜ਼ੋਨ ਲਈ ਡਿਲੀਵਰੀ ਕਰਨ ਲਈ ਆਇਆ ਸੀ ਜਾਂ ਉੱਥੇ ਕੋਈ ਚੋਰੀ ਕਰਨ ਦੇ ਇਰਾਦੇ ਨਾਲ ਜੀ? ਅਦਾਲਤ ਵੱਲੋਂ ਇਹਨਾਂ ਸਾਰੀਆਂ ਚੀਜ਼ਾਂ ਤੇ ਵਿਚਾਰ ਕੀਤਾ ਜਾਊਗਾ ਜੀ। ਜੇ ਕੁੱਤੇ ਨੇ ਪਹਿਲਾਂ ਕਿਸੇ ਹੋਰ ਨੂੰ ਵੀ ਵੱਢਿਆ ਹੋਵੇ ਤਾਂ ਇਹ ਵੀ ਤੁਹਾਡੇ ਵਿਰੁੱਧ ਜਾਊਗਾ, ਕਿਉਂਕਿ ਤੁਹਾਨੂੰ ਜਾਣਕਾਰੀ ਸੀਗੀ ਵੀ ਤੁਹਾਡਾ ਕੁੱਤਾ ਖਤਰਨਾਕ ਹੈ। ਇਸ ਜਾਣਕਾਰੀ ਦੇ ਬਾਵਜੂਦ ਵੀ ਤੁਸੀਂ ਉਸ ਨੂੰ ਰੱਖਣ ਦਾ ਫੈਸਲਾ ਕੀਤਾ ਜੀ। ਅੱਛਾ ਜੀ, ਇਹ ਸਾਨੂੰ ਮਾਲਕ ਦੇ ਤੌਰ ਤੇ ਕਿਹੜੀਆਂ ਜ਼ਿੰਮੇਵਾਰੀਆਂ ਦਾ ਖਿਆਲ ਰੱਖਣ ਦੀ ਲੋੜ ਹੈ ਜੀ? ਕਈ ਜ਼ਿੰਮੇਵਾਰੀਆਂ ਜੀ। ਪਹਿਲੇ ਨੰਬਰ ਤੇ ਵੀ ਤੁਸੀਂ ਆਪਣੇ ਪਾਲਤੂ ਜਾਨਵਰਾਂ ਨਾਲ ਉਸੇ ਤਰ੍ਹਾਂ ਦਾ ਹੀ ਵਿਵਹਾਰ ਕਰੋਗੇ ਜਿਵੇਂ ਤੁਸੀਂ ਕਿਸੇ ਵਿਅਕਤੀ ਵਿਸ਼ੇਸ਼ ਨਾਲ, ਅਤੇ ਉਹਨਾਂ ਪ੍ਰਤੀ ਕੋਈ ਵੀ ਬੇਰਹਿਮੀ ਵਾਲਾ ਨਜ਼ਰੀਆ ਨਹੀਂ ਅਪਣਾਓਗੇ ਜੀ। ਪਾਲਤੂ ਜਾਨਵਰਾਂ ਪ੍ਰਤੀ ਵੀ ਤੁਹਾਡੀਆਂ ਜ਼ਿੰਮੇਵਾਰੀਆਂ ਉਹੀ ਹੁੰਦੀਆਂ ਜਿਹੜੀਆਂ ਕਿ ਤੁਸੀਂ ਕਿਸੇ ਬੱਚੇ ਪ੍ਰਤੀ ਨਿਭਾਉਂਦੇ ਹੋ ਜੀ। ਇਹ ਯਕੀਨੀ ਬਣਾਓ ਕਿ ਤੁਹਾਡੇ ਪਾਲਤੂ ਜਾਨਵਰ ਕੋਲ ਖਾਣ ਪੀਣ ਲਈ ਚੰਗੀ ਮਾਤਰਾ 'ਚ ਸਮਾਨ ਹੋਣਾ ਚਾਹੀਦਾ ਖਾਣ ਪੀਣ ਦਾ। ਜਦੋਂ ਜਾਨਵਰ ਜ਼ਖਮੀ ਹੋ ਜਾਏ, ਬਿਮਾਰ ਹੋ ਜਾਏ ਤਾਂ ਉਹਨੂੰ ਤੁਰੰਤ ਤੁਸੀਂ ਆਪਣੇ ਵੈਟਰਨੇਰੀਅਨ ਡਾਕਟਰ ਕੋਲ ਜ਼ਰੂਰ ਲੈ ਕੇ ਜਾਓ। ਜਾਨਵਰਾਂ ਨੂੰ ਸੌਣ ਲਈ ਬਿਸਤਰੇ ਜਾਂ ਕਿਸੇ ਆਰਾਮਦਾਇਕ ਥਾਂ ਤੇ ਬੈਠਣ ਤੇ ਸੌਣ ਲਈ ਮੁਨਾਸਿਬ ਥਾਂ ਪ੍ਰਦਾਨ ਕਰੋ। ਇਹ ਤੁਹਾਤੋਂ ਐਕਸਪੈਕਟ ਕੀਤਾ ਜਾਂਦਾ ਜੀ। ਅੱਛਾ ਜੀ, ਜੇ ਉਸ ਸਮੇਂ ਕੀ ਕਰਨਾ ਚਾਹੀਦਾ ਹੈ? ਕਿਸੇ ਕਾਰਨ ਤੁਹਾਡੇ ਕੁੱਤੇ ਨੇ ਕਿਸੇ ਨੂੰ ਵੱਢ ਲਿਆ, ਕੀ ਕਰਨਾ ਚਾਹੀਦਾ ਉਸ ਸਮੇਂ? ਕੁੱਤੇ ਦੇ ਮਾਲਕ ਅਤੇ ਕਿਸੇ ਗਵਾਹ ਦਾ ਨਾਂ ਅਤੇ ਸੰਪਰਕ ਜਾਣਕਾਰੀ ਤੁਸੀਂ ਜ਼ਰੂਰ ਨੋਟ ਕਰ ਲਓ। ਕੁੱਤੇ ਦੀਆਂ ਆਪਣੀਆਂ ਸੱਟਾਂ ਦੀਆਂ, ਉਸ ਥਾਂ ਦੀਆਂ ਜਿੱਥੇ ਇਹ ਕਿੱਸਾ ਵਾਪਰਿਆ ਹੋਵੇ ਜੀ, ਉਹਦੀਆਂ ਫੋਟੋਆਂ ਜ਼ਰੂਰ ਲਓ। ਕੁੱਤੇ ਦੁਆਰਾ ਨੁਕਸਾਏ ਗਏ ਕਿਸੇ ਵੀ ਕੱਪੜੇ ਜਾਂ ਹੋਰ ਚੀਜ਼ਾਂ ਨੂੰ ਸਬੂਤ ਵਜੋਂ ਬਚਾ ਕੇ ਜ਼ਰੂਰ ਰੱਖੋ। ਆਪਣੀ ਸੱਟ ਦੀ ਰਿਪੋਰਟ ਪੁਲਿਸ ਨੂੰ ਜ਼ਰੂਰ ਦਿਓ ਅਤੇ ਰਿਪੋਰਟ ਦੀ ਕਾਪੀ ਆਪਣੇ ਕੋਲ ਜ਼ਰੂਰ ਰੱਖੋ, ਅਤੇ ਜਿਹੜਾ ਵੀ ਤੁਹਾਨੂੰ ਲਾਇਰ ਜਾਣਦਾ ਉਹਦੇ ਨਾਲ ਜ਼ਰੂਰ ਗੱਲਬਾਤ ਕਰੋ ਜੀ। ਅੱਛਾ ਵਕੀਲ ਸਾਹਿਬ, ਜਦ ਕੁੱਤਾ ਵੱਢ ਲੈਂਦਾ ਜੀ, ਕੁੱਤੇ ਨੂੰ ਲੋਕਲ ਅਥਾਰਟੀ ਲੈ ਜਾਂਦੀ ਹੈ ਅਤੇ ਫਿਰ ਉਹਨੂੰ ਕਹਿੰਦੇ ਨੇ ਵੀ ਅਸੀਂ ਇਹਨੂੰ ਮਾਰ ਦੇਣਾ ਹੈ, ਉਹ ਬਹੁਤ ਹਿਰਦੇ ਵੇਦਕ ਆ ਜੀ। ਉਹਦੇ 'ਚ ਫਿਰ ਕੀ ਪ੍ਰਕਿਰਿਆ ਕੀ ਹੈ ਜੀ? ਕੋਈ ਹੱਕ ਹੈ ਕੋਈ ਜਿਹੜਾ ਕੁੱਤੇ ਦੇ ਮਾਲਕ ਕੋਲ? ਜਦ ਆਪਾਂ ਸਿਟੀਜ਼ ਦੀ ਗੱਲਬਾਤ ਕਰੀ ਦੀ ਹੈ, ਚਾਹੇ ਸਰੀ ਹੈ ਚਾਹੇ ਪੋਰਟ ਕੋਕਿਟਲਮ ਹੈ, ਸਿਟੀਜ਼ ਕੋਲ ਆਪਣੇ ਕਾਨੂੰਨਾਂ ਦੇ ਤਹਿਤ ਕਿਸੇ ਵੀ ਕੁੱਤੇ ਨੂੰ ਫੜਨ ਅਤੇ ਜੇਕਰ 3 ਸ਼ਰਤਾਂ ਪੂਰੀਆਂ ਹੁੰਦੀਆਂ ਤਾਂ ਕੁੱਤੇ ਨੂੰ ਮਾਰਨ ਦੀ ਸ਼ਕਤੀ ਹੁੰਦੀ ਹੈ ਜੀ। ਨੰਬਰ 1, ਜਾਨਵਰ ਨੇ ਕਿਸੇ ਮਨੁੱਖ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਜਾਂ ਮਾਰ ਦਿੱਤਾ ਜੀ। ਨੰਬਰ 2 ਤੇ ਆਉਂਦਾ ਇੱਕ ਜਾਨਵਰ ਕੰਟਰੋਲ ਅਫਸਰ ਦਾ ਮੰਨਣਾ ਹੈ ਵੀ ਜਾਨਵਰ ਵੱਲੋਂ ਕਿਸੇ ਵਿਅਕਤੀ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਜਾਂ ਮਾਰਨ ਦੀ ਸੰਭਾਵਨਾ ਹੈ। ਨੰਬਰ 3, ਜਾਨਵਰ ਨੇ ਕਿਸੇ ਹੋਰ ਜਾਨਵਰ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਜਾਂ ਮਾਰ ਦਿੱਤਾ ਜੀ। ਜੇ ਕੁੱਤੇ ਦਾ ਮਾਲਕ ਇਸ ਗੱਲ ਨਾਲ ਸਹਿਮਤ ਨਾ ਹੋਵੇ ਤਾਂ ਕਿ ਉਸ ਤੇ ਕੁੱਤੇ ਨੂੰ ਮਾਰ ਦਿੱਤਾ ਜਾਵੇ, ਤਾਂ ਉਹਨੂੰ ਸਿਟੀ ਵਾਲਿਆਂ ਨੂੰ ਜੱਜ ਕੋਲ ਜਾ ਕੇ ਹੁਕਮ ਪ੍ਰਾਪਤ ਕਰਨੇ ਪੈਂਦੇ ਆ ਕਿ ਤਾਂ ਹੀ ਕੁੱਤੇ ਨੂੰ ਹੱਥ ਲਾ ਸਕਦੇ ਜੀ। ਇੱਕ ਵਾਰ ਫਿਰ ਅਸੀਂ ਵੇਖਦੇ ਹਾਂ ਕਿ ਇੱਕ ਆਮ ਨਿਯਮਿਤ ਵਿਅਕਤੀ ਦੇ ਵਿਰੁੱਧ ਸਰਕਾਰ ਦੀ ਸ਼ਕਤੀ ਜੱਜਿਸ ਦੁਆਰਾ ਕਿਵੇਂ ਨਿਯੰਤਰਿਤ, ਕਿਵੇਂ ਕੰਟਰੋਲ ਕੀਤੀ ਜਾਂਦੀ ਹੈ ਜੀ। ਮਿਰਚਾਂ ਵਾਲੀ ਸਪਰੇਅ ਗੱਡੀ 'ਚ ਰੱਖਦੇ ਨੇ ਪੰਜਾਬੀ, ਜੇ ਪੁਲਸੀਆ ਫੜ ਲਵੇ ਕਹਿੰਦਾ ਯੂ ਨੋ ਆਈ ਗੋ ਟੂ ਪਾਰਕ ਸਮ ਟਾਈਮ ਡੌਗ ਕਮ, ਅਤੇ ਉਹਦੇ ਲਈ ਮੈਂ ਇਹ ਮਿਰਚਾਂ ਵਾਲੀ ਸਪਰੇਅ ਰੱਖੀ ਹੋਈ ਹੈ। ਠੀਕ ਹੈ। ਹਾਂਜੀ, ਜਦੋਂ ਵੀ ਤੁਸੀਂ ਕਿਸੇ ਵੀ ਕਿਸਮ ਦਾ ਹਥਿਆਰ ਰੱਖਣ ਦਾ ਫੈਸਲਾ ਕਰਦੇ ਹੋ, ਚਾਹੇ ਤੁਹਾਡੇ ਕੋਲ ਬੇਸਬਾਲ ਬੈਟ ਹੈ, ਪੈਪਰ ਸਪਰੇਅ ਹੈ ਜਾਂ ਹਾਕੀ ਸਟਿਕ ਹੈ, ਤਾਂ ਤੁਹਾਨੂੰ ਬਹੁਤ ਹੀ ਸਾਵਧਾਨ ਰਹਿਣਾ ਚਾਹੀਦਾ ਜੀ। ਕੁੱਤਿਆਂ ਕੋਲੋਂ ਸੁਰੱਖਿਆ ਲਈ ਤੁਹਾਨੂੰ ਪੈਪਰ ਸਪਰੇਅ ਲੈ ਕੇ ਜਾਣ ਦੀ ਆਗਿਆ ਹੈ, ਪਰ ਇਸ ਦਾ ਮਤਲਬ ਇਹ ਨਹੀਂ ਪੁਲਿਸ ਤੁਹਾਨੂੰ ਇਸ ਬਾਰੇ ਸਵਾਲ ਪੁੱਛ ਕੇ ਪਰੇਸ਼ਾਨ ਨਹੀਂ ਕਰੂਗੀ ਜੀ। ਪੁਲਿਸ ਤੁਹਾਨੂੰ ਹਰ ਤਰ੍ਹਾਂ ਦੇ ਸਵਾਲ ਪੁੱਛੂਗੀ। ਤੁਸੀਂ ਉਹਨਾਂ ਕੁੱਤਿਆਂ ਨੂੰ ਕਿੱਥੇ ਵੇਖਿਆ ਜਿਨ੍ਹਾਂ ਲਈ ਤੁਸੀਂ ਪੈਪਰ ਸਪਰੇਅ ਕੈਰੀ ਕਰ ਰਹੇ ਹੋ ਜੀ? ਕੀ ਤੁਹਾਡੇ ਤੇ ਕਦੇ ਵੀ ਕਿਸੇ ਕੁੱਤੇ ਦੁਆਰਾ ਹਮਲਾ ਕੀਤਾ ਗਿਆ? ਇਸ ਕਿਸਮ ਦੇ ਸਵਾਲ ਜੀ। ਜੇ ਤੁਸੀਂ ਕਿਸੇ ਹੋਰ ਵਿਅਕਤੀ ਦੇ ਵਿਰੁੱਧ ਪੈਪਰ ਸਪਰੇਅ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਆਪਣੀ ਸਵੈ ਰੱਖਿਆ ਕਰਦੇ ਕਰਦੇ ਕਾਨੂੰਨੀ ਚੁੰਗਲ 'ਚ ਫਸ ਸਕਦੇ ਹੋ ਜੀ। ਅੱਛਾ ਜੀ, ਇੱਕ ਇੱਥੇ ਜਨਤਕ ਤੌਰ 'ਤੇ ਵੀ ਜੀ ਬੜੀਆਂ ਅਸ਼ਲੀਲ ਵੀਡੀਓ ਨੇ, ਬਹੁਤ ਵੱਡੇ ਸਮੂਹ ਨੇ ਜਿਹੜੇ ਇਸ ਤੋਂ ਪੈਸਾ ਬਣਾਉਂਦੇ ਨੇ। ਪੋਰਨ ਮੂਵੀਜ਼ ਦਾ ਬਹੁਤ ਵੱਡਾ ਇੱਕ ਇੱਥੇ ਬਿਜ਼ਨਸ ਹੈ,
ਤੇ ਉਹਦੇ 'ਚ ਜਿਹੜਾ ਜਾਨਵਰਾਂ ਦੇ ਨਾਲ ਮਨੁੱਖ ਜਿਹੜਾ ਹੈ ਉਹ ਸੈਕਸ ਕਰ ਰਿਹਾ, ਇਹਦੇ ਤੇ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ ਜੀ? ਅਜੀ ਜੀ, ਜਾਨਵਰਾਂ ਨੂੰ ਮਨੁੱਖਾਂ ਤੋਂ ਬਚਾਉਣ ਦੀ ਲੋੜ ਉਸ ਤੋਂ ਵੀ ਜ਼ਿਆਦਾ ਹੁੰਦੀ ਹੈ ਜਿੰਨੀ ਕਿ ਮਨੁੱਖਾਂ ਤੋਂ ਜਾਨਵਰਾਂ ਨੂੰ ਜੀ। ਮੰਨੋ ਜਾਂ ਨਾ, ਪਰ ਸੱਪ ਮਨੁੱਖ ਤੋਂ ਹੋਰ ਵੀ ਜ਼ਿਆਦਾ ਡਰਦਾ ਜਿੰਨਾ ਕਿ ਮਨੁੱਖ ਸੱਪ ਤੋਂ ਜੀ। ਕੋਈ ਵੀ ਵਿਅਕਤੀ ਜਿਸ ਤੇ ਕਿਸੇ ਜਾਨਵਰ ਨਾਲ ਸੰਭੋਗ ਕਰਨ ਦਾ ਦੋਸ਼ ਲਗਾਇਆ ਜਾਂਦਾ, ਉਸ ਨਾਲ ਹੁਣ ਉਸੇ ਵਿਅਕਤੀ ਵਾਂਗ ਵਿਵਹਾਰ ਕੀਤਾ ਜਾਂਦਾ ਜੋ ਕਿਸੇ ਵਿਅਕਤੀ ਦੇ ਖਿਲਾਫ ਜਿਨਸੀ ਹਮਲਾ ਕਰਦਾ ਜੀ। ਆਪਣੀ ਕੈਨੇਡਾ ਦੀ ਸਰਵਉੱਚ ਅਦਾਲਤ ਨੂੰ ਮੇਰੇ ਖਿਆਲ 2016 ਦੀ ਗੱਲ ਹੈ, 2016 ਵਿੱਚ ਇਸ ਕਿਸਮ ਦੇ ਕੇਸ ਬਾਰੇ ਫੈਸਲਾ ਦੇਣਾ ਪਿਆ ਸੀਗਾ ਅਤੇ ਇਸ ਦੇ ਸਿੱਟੇ ਵਜੋਂ ਸਰਕਾਰ ਨੇ ਜਾਨਵਰਾਂ ਦੇ ਇਸ ਕਿਸਮ ਦੇ ਸ਼ੋਸ਼ਣ ਵਾਸਤੇ ਕਾਨੂੰਨ ਨੂੰ ਵਧੇਰੇ ਮਜ਼ਬੂਤ ਬਣਾ ਦਿੱਤਾ ਜੀ। ਤੁਹਾਡੇ ਲੱਖਾਂ ਦੀ ਤਾਦਾਦ 'ਚ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਲੋਕ ਜੀ ਸਾਰੀ ਦੁਨੀਆ 'ਚ, ਉਹਨਾਂ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਵੀ ਜੇ ਤੁਹਾਡੇ ਫੋਨ ਵਿੱਚ ਕੋਈ ਇਹੋ ਜਿਹੀਆਂ ਵੀਡੀਓਜ਼ ਹੈਗੀਆਂ ਜਿੱਥੇ ਕੋਈ ਬੰਦਾ ਜਾਨਵਰ ਨਾਲ ਸੈਕਸ ਕਰ ਰਿਹਾ ਤਾਂ ਜੇ ਤੁਸੀਂ ਬਾਰਡਰ ਕ੍ਰਾਸ ਕਰਦੇ ਹੋ ਜਾਂ ਕੈਨੇਡਾ 'ਚ ਆਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਜੇ ਤੁਹਾਡੇ ਫੋਨ ਵਿੱਚ ਇਹੋ ਜਿਹੀ ਕੋਈ ਸਮੱਗਰੀ ਫੜੀ ਜਾਂਦੀ ਹੈ ਤਾਂ ਤੁਹਾਨੂੰ ਤੁਹਾਡੇ 'ਤੇ ਸਖਤ ਸੀਰੀਅਸ ਚਾਰਜਸ ਲੱਗ ਸਕਦੇ ਆ, ਤੁਹਾਡਾ ਫੋਨ ਤੋਂ ਖੋਇਆ ਜਾ ਸਕਦਾ। ਸੋ ਬੀ ਵੈਰੀ ਵੈਰੀ ਕੇਅਰਫੁਲ, ਇਹੋ ਜਿਹੀਆਂ ਚੀਜ਼ਾਂ ਤੋਂ ਪਲੀਜ਼ ਬਚ ਕੇ ਰਹੋ। ਜਾਨਵਰ ਤੋਂ ਪਰਮਾਤਮਾ ਮਨੁੱਖ ਬਣਾਉਂਦਾ ਤੇ ਮਨੁੱਖ ਤੋਂ ਜਾਨਵਰ ਬਣਨ ਨੂੰ ਸਮਾਂ ਨਹੀਂ ਲੱਗਦਾ। ਪਾਲਤੂ ਜਾਨਵਰਾਂ ਦੇ ਨਾਲ ਜੇ ਕੋਈ ਸਹੀ ਵਿਹਾਰ ਨਹੀਂ ਕਰ ਰਿਹਾ, ਰੱਖੇ ਹੋਏ ਨੇ, ਭੁੱਖਾ ਮਰ ਰਿਹਾ, ਬੰਨਿਆ ਹੋਇਆ ਹਰ ਰੋਜ਼ ਤੇ ਇੱਕ ਕਮਰੇ 'ਚ ਤਾੜਿਆ ਹੋਇਆ, ਸਿਹਤ ਮਾੜੀ ਆ, ਵੂੰਡ ਨੇ, ਜ਼ਖਮ ਨੇ, ਬਹੁਤ ਦਿਖਾਉਂਦੇ ਨੇ SPCA ਵਾਲੇ ਜਾਂ ਕੋਈ ਹੋਰ ਵੀ ਦਿਓ ਜੀ $10 ਦਿਹਾੜ ਮਹੀਨੇ ਦੇ ਤੁਹਾਡੇ ਅਸੀਂ ਸਾਂਭਣ ਲੱਗੀਏ। ਉਹ ਨਹੀਂ ਗੱਲ, ਪਰ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਜਿਹੜੀ। ਕੀ ਚਾਰਜਸ ਲੱਗ ਸਕਦੇ ਨੇ ਜੇ ਤੁਸੀਂ ਖਿਆਲ ਨਹੀਂ ਰੱਖਦੇ ਜੀ? ਹਾਂਜੀ, ਸਭ ਤੋਂ ਗੰਭੀਰ ਦੋਸ਼ ਅਪਰਾਧਕ ਕਾਨੂੰਨ ਦੇ ਅਧੀਨ ਹਨ ਅਤੇ ਇਹ ਹੈ ਕਿ ਜੇ ਕੋਈ ਆਪਣੇ ਪਾਲਤੂ ਜਾਨਵਰਾਂ ਨੂੰ ਜ਼ਖਮੀ ਕਰਦਾ ਤਾਂ ਉਸ ਨੂੰ 5 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ ਜੀ। ਜੇ ਕੋਈ ਇਨਸਾਨ ਕਿਸੇ ਜਾਨਵਰ ਨੂੰ ਦੁਖੀ ਵੀ ਕਰਦਾ ਤਾਂ ਵੀ ਉਹ ਜੇਲ੍ਹ ਜਾ ਸਕਦਾ ਜੀ। ਆਪਣਾ ਸੂਬਾ ਅਤੇ ਮਿਊਨਿਸਪਲ ਕਾਨੂੰਨ ਵੀ ਹਨ ਜੋ ਜਾਨਵਰ ਦੀ ਰੱਖਿਆ ਕਰਦੇ ਹਨ। ਭਾਵੇਂ ਇਹ ਸਹੀ ਹੋਵੇ ਜਾਂ ਗਲਤ, ਸਾਨੂੰ ਯਾਦ ਰੱਖਣਾ ਪਊਗਾ ਵੀ ਜਾਨਵਰ ਦੀ ਰੱਖਿਆ ਕਰਨ ਵਾਲਾ ਜਿਹੜਾ ਅਪਰਾਧਿਕ ਕਾਨੂੰਨ ਹੈ, ਉਹਦੀ ਜਿਹੜਾ ਸੈਕਸ਼ਨ ਆ, ਉਹਦੀ ਜਿਹੜੀ ਹੈਡਿੰਗ ਆ ਉਹ ਹੈ ਵਿਲਫੁਲ ਐਂਡ ਫੋਰਬਿਡਨ ਐਕਟ ਇਨ ਰਿਸਪੈਕਟ ਆਫ ਸਰਟਨ ਪ੍ਰਾਪਰਟੀ। ਇੱਕ ਪਾਸੇ ਕਾਨੂੰਨ ਇਹ ਕਹਿੰਦਾ ਕਿ ਵੀ ਜਾਨਵਰ ਤੁਹਾਡੀ ਆਪਣੀ ਪ੍ਰਾਪਰਟੀ ਹੈ, ਤੁਸੀਂ ਆਪਣੇ ਬੈਕਯਾਰਡ 'ਚ ਲਿਜਾ ਕੇ ਇਹਨੂੰ ਇੱਕੋ ਸੱਟ 'ਚ ਮਾਰ ਸਕਦੇ ਹੋ, ਪਰ ਨਾਲ ਦੀ ਨਾਲ ਇਹ ਹੈ ਵੀ ਤੁਸੀਂ ਜਾਨਵਰ ਨੂੰ ਤੜਫਾ ਨਹੀਂ ਸਕਦੇ ਤੇ ਜੇ ਉਹਨੂੰ ਤੁਸੀਂ ਰੱਖਣਾ ਤਾਂ ਉਹਦਾ ਤੁਹਾਨੂੰ ਖਿਆਲ ਪ੍ਰੋਪਰ ਰੱਖਣਾ ਪੈਣਾ, ਕਿਸੇ ਵੀ ਤਰੀਕੇ ਨਾਲ ਉਹਨੂੰ ਟਾਰਚਰ ਨਹੀਂ ਕਰ ਸਕਦੇ ਜੀ। ਅੱਛਾ ਵਕੀਲ ਸਾਹਿਬ, ਇੱਕ ਦੱਸਿਓ ਵੀ ਨਸ਼ੇ ਵੇਚਣ ਵਾਲੇ ਕੁੱਤਿਆਂ ਨੂੰ ਵਰਤ ਰਹੇ ਨੇ ਜੀ, ਕਿਵੇਂ ਵਰਤ ਰਹੇ ਨੇ? ਕੁੱਤੇ ਆਪਣੇ ਮਾਲਕਾਂ ਦੀ ਸੇਵਾ ਪਿਆਰ ਤੋਂ ਇਲਾਵਾ ਹੋਰ ਕਿਸੇ ਵੀ ਲਾਲਚ ਤੋਂ ਬਗੈਰ ਨਹੀਂ ਕਰਦੇ ਜੀ। ਸਿਰਫ ਪਿਆਰ ਹੀ ਭਾਲਦੇ ਆ। ਇਹ ਮਨੁੱਖੀ ਹੈ ਜੋ ਕੁੱਤਿਆਂ ਦੀ ਵਰਤੋਂ ਕਰਦਾ ਅਤੇ ਹਾਂ, ਬਹੁਤ ਸਾਰੇ ਡਰੱਗ ਡੀਲਰਸ, ਨਸ਼ਿਆਂ ਦੇ ਸੌਦਾਗਰ ਕੁੱਤਿਆਂ ਨੂੰ ਬਾਡੀਗਾਰਡ ਦੇ ਰੂਪ ਵਿੱਚ ਰੱਖਦੇ ਹਨ ਜਦੋਂ ਨਸ਼ੀਲੇ ਡਰੱਗਸ ਵਗੈਰਾ ਵੇਚਦੇ ਹਨ ਜੀ। ਡਰੱਗ ਵੇਚਣੀ ਖਤਰਨਾਕ ਕਾਰੋਬਾਰ ਹੈ, ਲੇਕਿਨ ਕੁੱਤੇ ਜਿਹੜੇ ਨਾਲ ਹੁੰਦੇ ਜੀ ਉਹ ਬਿਲਕੁਲ ਬੇਕਸੂਰ, ਉਹਨਾਂ ਦਾ ਵਿਚਾਰ ਨੂੰ ਪਤਾ ਨਹੀਂ ਕੀ ਹੋ ਰਿਹਾ। ਜੇ ਡਰੱਗ ਡੀਲਰ ਫੜਿਆ ਜਾਂਦਾ ਤਾਂ ਆਮ ਤੌਰ ਤੇ ਪੁਲਿਸ ਅਕਸਰ ਹੀ ਉਹਨਾਂ ਦੇ ਕੁੱਤਿਆਂ ਨੂੰ ਉਹਨਾਂ ਤੋਂ ਖੋਹ ਲੈਂਦੀ ਹੈ ਜੀ। ਅੱਛਾ ਜੀ, ਇੱਕ ਸਰਵਿਸ ਡੌਗ ਦੇ ਬਾਰੇ, ਸਰਵਿਸ ਡੌਗ ਤੇ ਥੈਰੇਪੀਜ਼ ਜਿਹੜੀਆਂ ਡੌਗਸ ਨਾਲ ਕੀਤੀਆਂ ਜਾਂਦੀਆਂ ਨੇ ਉਹਨਾਂ ਦੇ ਬਾਰੇ ਸਮਝਾਇਓ ਜੀ ਵੀ ਉਹਨਾਂ ਦੇ ਕੁਝ ਖਾਸ ਕਾਇਦੇ ਕਾਨੂੰਨ ਨੇ ਉਹਨਾਂ ਬਾਰੇ। ਹਾਂਜੀ, ਫੈਡਰਲ ਕਾਨੂੰਨ ਦੇ ਤਹਿਤ ਇਹਨਾਂ ਕੁੱਤਿਆਂ ਨੂੰ ਕਿਸੇ ਅਜਿਹੇ ਵਿਅਕਤੀ ਨਾਲ ਉਡਾਨ ਭਰਨ ਦੀ ਆਗਿਆ ਦਿੱਤੀ ਜਾਂਦੀ ਹੈ ਜੀ ਜਿਸ ਨੂੰ ਕੁੱਤੇ ਦੀ ਲੋੜ ਹੁੰਦੀ ਆ, ਤੇ ਜੇ ਕੈਨੇਡਾ ਦੇ ਅੰਦਰ ਹੈ ਤਾਂ 에ਅਰਲਾਈਨਸ ਨੂੰ ਕੁੱਤੇ ਨੂੰ ਇੱਕ ਮੁਫਤ ਸੀਟ ਵੀ ਦੇਣੀ ਪੈਂਦੀ ਹੈ ਜੀ। ਪ੍ਰੋਵਿੰਸ਼ੀਅਲ ਲਾਜ਼ ਅਨੁਸਾਰ ਇਹਨਾਂ ਸਰਵਿਸ ਡੌਗਸ ਨੂੰ ਉਹਨਾਂ ਦੀ ਲੋੜ ਵਾਲੇ ਲੋਕਾਂ ਦੀ ਮਦਦ ਕਰਨ ਲਈ ਉਚਿਤ ਤਰੀਕੇ ਨਾਲ ਸਿਖਲਾਈ ਦੇਣੀ ਅਤੇ ਪ੍ਰਮਾਣਿਤ ਕੀਤਾ ਜਾਣਾ ਚਾਹੀਦਾ ਜੀ। ਪਰ ਪ੍ਰੋਬਲਮ ਇਹ ਹੈ ਵੀ ਲੋਕੀ ਨਾ ਜਿਹੜੇ ਆਮ ਕੁੱਤੇ ਆ ਉਹਨਾਂ ਨੂੰ ਵੀ ਸਰਵਿਸ ਡੌਗ ਵਜੋਂ ਵਰਤਣ ਦੀ ਕੋਸ਼ਿਸ਼ ਕਰਦੇ ਆ, ਪਰ ਪ੍ਰੋਬਲਮ ਇਹ ਹੈ ਵੀ ਜਿਹੜੇ ਲੋਕਾਂ ਨੂੰ ਐਕਚੁਅਲ ਇਹਦੀ ਲੋੜ ਹੈ ਉਹਨਾਂ ਨੂੰ ਕਈ ਵਾਰ ਇਨਕਾਰ ਕਰ ਦਿੱਤਾ ਜਾਂਦਾ ਜੀ। ਸੋ ਬੀ ਵੈਰੀ ਵੈਰੀ ਕੇਅਰਫੁਲ, ਕਿਉਂਕਿ ਕਈ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਇੰਟਰਨੈਟ ਤੋਂ ਪ੍ਰਿੰਟ ਕਰਕੇ ਡੌਗ ਨੂੰ 에ਅਰਲਾਈਨ 'ਚ ਜਦ ਉਹਨਾਂ ਨੇ ਕੈਰੀ ਕਰਨਾ ਤਾਂ ਐਜ਼ ਅ ਸਰਵਿਸ ਡੌਗ, ਪਰ ਜੇ ਤੁਸੀਂ ਫੜੇ ਜਾਓ ਤਾਂ ਤੁਹਾਡੇ ਤੇ ਤੁਹਾਨੂੰ ਕਾਨੂੰਨੀ ਤੌਰ ਤੇ ਨਜਿੱਠਿਆ ਜਾਊਗਾ ਜੀ। ਪਿਟਬੁਲਸ ਦੇ ਬਾਰੇ ਵਕੀਲ ਸਾਹਿਬ ਦੱਸੋ ਵੀ ਕੁਝ ਮਿਊਨਿਸਪੈਲਿਟੀਜ਼ ਨੇ ਜੀ ਉਹਨਾਂ ਦੀ ਬਰੀਡਿੰਗ ਤੇ ਹੀ ਪਾਬੰਦੀ ਲਾ ਦਿੱਤੀ ਜੀ।
ਜਦ ਕਿਸੇ ਨਸਲ ਵਿਸ਼ੇਸ਼ ਕਾਨੂੰਨ ਕੋਈ ਬਣਦਾ ਜੀ, ਨਸਲ ਵਿਸ਼ੇਸ਼ ਕਾਨੂੰਨ ਦੇ ਨਾਲ ਸਮੱਸਿਆ ਇਹ ਹੈ ਕਿ ਇਹ ਤਾਂ ਸਿਰਫ ਕੁੱਤੇ ਨੂੰ ਸਜ਼ਾ ਦੇਣ ਦੀ ਗੱਲ ਹੁੰਦੀ ਹੈ ਜੀ, ਨਾ ਕਿ ਉਸਦੇ ਮਾਲਕ ਨੂੰ। ਜ਼ਿੰਮੇਵਾਰ ਕੁੱਤੇ ਦੇ ਮਾਲਕ ਆਪਣੇ ਕੁੱਤੇ ਨੂੰ ਸਿਖਲਾਈ ਦਿੰਦੇ ਹਨ ਅਤੇ ਇਸ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਵੀ ਕੁੱਤਾ ਪਿਟਬੁਲ ਹੈ, ਜਰਮਨ ਸ਼ੈਪਰਡ ਹੈ ਜਾਂ ਨਹੀਂ। ਸਾਰੇ ਹੀ ਕੁੱਤੇ ਖਤਰਨਾਕ ਵੀ ਹੋ ਸਕਦੇ ਹਨ, ਸਾਰੇ ਕੁੱਤੇ ਨਿਰਦੋਸ਼ ਵੀ ਹੋ ਸਕਦੇ ਹਨ ਜੀ। ਅੰਟਾਰੀਓ ਨੇ 2005 ਤੋਂ ਪਿਟਬੁਲਸ ਅਤੇ ਜੋ ਪਿਟਬੁਲਸ ਵਰਗੇ ਦਿਖਾਈ ਦਿੰਦੇ ਕੁੱਤੇ ਆ ਉਹਨਾਂ ਤੇ ਪਾਬੰਦੀ ਲਾਈ ਸੀ, ਪਰ ਹੁਣ ਉਹਨਾਂ ਨੇ ਫੇਰ ਲਾਸਟ ਈਅਰ ਨਵੰਬਰ 2021 ਤੋਂ ਲੈ ਕੇ ਉਹਨਾਂ ਕਾਨੂੰਨਾਂ ਵਿੱਚ ਢਿੱਲ ਦਿੱਤੀ ਹੈ ਜੀ। ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਹੋਰ ਥਾਵਾਂ ਤੇ ਹੋਰ ਸ਼ਹਿਰਾਂ 'ਚ ਵੀ ਪਿਟਬੁਲਸ ਨੂੰ ਸੀਮਤ ਕਰਦੇ ਹਨ ਕਰਨ ਲਈ ਕਾਨੂੰਨ ਹੈ। ਪਰ ਬਹੁਤ ਸਾਰੇ ਲੋਕਾਂ ਦੀ ਇਹ ਸੋਚ ਹੈ ਵੀ ਇਹ ਕਾਨੂੰਨ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਂਦੇ ਹਨ, ਪਰ ਅਸਲ ਵਿੱਚ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਜਿਹੜਾ ਕੁੱਤੇ ਨੂੰ ਐਜੂਕੇਟ ਕਰਨਾ, ਉਹਨੂੰ ਸਿਖਲਾਈ ਦੇਣੀ, ਉਹ ਸਾਰਿਆਂ ਨਾਲੋਂ ਜ਼ਿਆਦਾ ਇੰਪੋਰਟੈਂਟ ਹੈ, ਇੰਸਟੈਡ ਆਫ ਵੀ ਆਪਾਂ ਸਿਰਫ ਇੱਕ ਨਸਲ ਨੂੰ ਟਾਰਗੇਟ ਕਰਨਾ ਜੀ। ਵਕੀਲ ਸਾਹਿਬ, ਬਰੀਡਿੰਗ ਦੇ ਬਾਰੇ ਜਦ ਇਹਨੂੰ ਬਿਜ਼ਨਸ ਤੌਰ ਤੇ ਰਨ ਕਰਦੇ ਆ, ਹੁਣੇ ਸਵਾਲ ਆਇਆ ਇੱਕ ਬਈ ਜੇ ਬਰੀਡਿੰਗ ਦਾ ਇੱਕ ਬਿਜ਼ਨਸ ਕਰਦੇ ਆ ਰੈਜ਼ੀਡੈਂਸ਼ੀਅਲ, ਕਿਉਂਕਿ ਮੋਸਟਲੀ ਆਪਾਂ ਬਰੀਡਰ ਜਿਹੜੇ ਨੇ ਘਰਾਂ 'ਚ ਲੋਕ ਬਰੀਡ ਕਰ ਰਹੇ ਨੇ, ਉਹ ਬਰੀਡ ਕਰਕੇ ਜਿਹੜਾ ਵੇਚਣ ਵਾਲਾ ਬਿਜ਼ਨਸ ਹੈ ਉਹਦੇ ਤੇ ਕੋਈ ਖਾਸ ਕਾਨੂੰਨ ਤਾਂ ਨਹੀਂ ਲੱਗਦਾ ਜੀ? ਜਦ ਆਪਾਂ ਕੋਈ ਵੀ ਕਿਸੇ ਤੋਂ ਕੋਈ ਚੀਜ਼ ਖਰੀਦੀ ਹੈ, ਇੱਕ ਕਿਸਮ ਦਾ ਇਕਰਾਰਨਾਮਾ ਹੁੰਦਾ ਜੀ। ਤੁਹਾਨੂੰ ਉਹਨਾਂ ਨੇ ਚੀਜ਼ ਵੇਚਣੀ ਹੈ, ਤੁਸੀਂ ਉਹਨਾਂ ਤੋਂ ਚੀਜ਼ ਲੈਣੀ ਹੈ, ਚਾਹੇ ਉਹ ਕੁੱਤਾ ਹੈ, ਚਾਹੇ ਉਹ ਬਿੱਲੀ ਹੈ, ਚਾਹੇ ਬਲੂਬੈਰੀ ਹੈ। ਸੋ ਇਕਰਾਰਨਾਮੇ 'ਚ ਜੋ ਤੁਹਾਨੂੰ ਦੱਸਿਆ ਜਾਂਦਾ ਹੈ, ਅਗਰ ਉਹ ਪੂਰਾ ਨਹੀਂ ਨਿਕਲਦਾ, ਜੇ ਕੋਈ ਕਹਿੰਦਾ ਜੀ ਇਹ ਤਾਂ ਪਿਓਰ ਜਰਮਨ ਸ਼ੈਪਰਡ ਹੈ ਜਾਂ ਪਿਓਰ ਲੈਬਰਾਡੂਡਲ ਹੈ ਜਾਂ ਲੈਬਰਾਡੋਰ ਹੈ, ਸੋ ਅਗਰ ਉਹ ਨਹੀਂ ਨਿਕਲਦਾ ਤਾਂ ਤੁਸੀਂ ਡੈਫੀਨੇਟਲੀ ਉਸ ਇਕਰਾਰਨਾਮੇ ਨੂੰ ਕੋਰਟ ਵਿੱਚ ਚੈਲੰਜ ਕਰ ਸਕਦੇ ਹੋ। ਇਕਰਾਰਨਾਮਾ ਕੋਈ ਲਿਖਤੀ ਰੂਪ 'ਚ ਨਹੀਂ ਹੋਣਾ ਚਾਹੀਦਾ, ਕੰਟਰੈਕਟ ਵਰਬਲ ਵੀ ਹੋ ਸਕਦਾ, ਤੇ ਜੇ ਦੂਜੀ ਪਾਰਟੀ ਆਪਣਾ ਪੱਖ ਪੂਰਾ ਨਹੀਂ ਨਿਭਾਉਂਦੀ ਤਾਂ ਤੁਸੀਂ ਉਹਨਾਂ ਨੂੰ ਡੈਫੀਨੇਟਲੀ ਕੋਰਟ ਚੈਲੰਜ ਕਰ ਸਕਦੇ ਜੀ। ਸੋ ਬਰੀਡਿੰਗ ਰੈਜ਼ੀਡੈਂਸ਼ੀਅਲ ਏਰੀਆ 'ਚ ਕਰ ਸਕਦੇ ਐਜ਼ ਲੌਂਗ ਐਜ਼ ਤੁਹਾਡੇ ਕੋਲ ਬਿਜ਼ਨਸ ਲਾਇਸੈਂਸ ਵਗੈਰਾ ਹੋਣਾ ਚਾਹੀਦਾ ਜੀ, ਸਾਰਾ ਕੁਝ ਪ੍ਰੋਪਰ ਹੋਣਾ ਚਾਹੀਦਾ। ਆਮ ਤੌਰ ਤੇ ਲੋਕੀ ਪਰਵਾਹ ਨਹੀਂ ਕਰਦੇ, ਪਰ ਕਿਸੇ ਵੀ ਤਰ੍ਹਾਂ ਦਾ ਤੁਸੀਂ ਘਰੋਂ ਬਿਜ਼ਨਸ ਰਨ ਕਰਨਾ ਹੈ, ਚਾਹੇ ਤੁਸੀਂ ਹੇਅਰ ਕਟਿੰਗ ਦੀ ਸ਼ਾਪ ਸ਼ੁਰੂ ਕਰਨੀ ਹੈ ਜਾਂ ਕਿਸੇ ਵੀ ਤਰ੍ਹਾਂ ਦਾ, ਜਾਂ ਕੋਈ ਤੁਸੀਂ ਸੈਲੂਨ ਖੋਲਣਾ ਜਾਂ ਕੁੱਤੇ ਵੇਚਣ ਦਾ ਕੰਮ ਕਰਨਾ, ਤਾਂ ਤੁਹਾਡੇ ਕੋਲ ਡੈਫੀਨੇਟਲੀ ਬਿਜ਼ਨਸ ਲਾਇਸੈਂਸ ਹੋਣਾ ਚਾਹੀਦਾ ਹੈ। ਵਕੀਲ ਸਾਹਿਬ, ਜਦ ਕੁੱਤਾ ਵੱਢ ਲੈਂਦਾ ਜੀ, ਕੋਈ ਇੰਸ਼ੋਰੈਂਸ ਉਹਨੂੰ ਕਵਰ ਕਰਦਾ? ਤੁਹਾਡੇ ਘਰ ਦਾ ਇੰਸ਼ੋਰੈਂਸ ਕਵਰ ਕਰ ਸਕਦਾ ਤੁਹਾਨੂੰ ਜੇ ਅਗਲਾ ਕੇਸ ਕਰ ਦੇਵੇ? ਤੁਹਾਡੀ ਜਿਹੜੀ ਹੋਮ ਇੰਸ਼ੋਰੈਂਸ ਪਾਲਿਸੀ ਸੰਭਾਵਿਤ ਤੌਰ ਤੇ ਜੇ ਤੁਹਾਡੇ ਕੋਲ ਕੁੱਤਾ ਕਵਰ ਕਰੇਗੀ, ਜੇ ਤੁਹਾਡਾ ਕੁੱਤਾ ਕਿਸੇ ਨੂੰ ਵੱਢਦਾ ਜੀ ਜਾਂ ਕਿਸੇ ਹੋਰ ਕੁੱਤੇ ਨੂੰ ਚੋਟ ਪਹੁੰਚਾਉਂਦਾ ਜਾਂ ਕਿਸੇ ਦੀ ਜਾਇਦਾਦ ਦਾ ਨੁਕਸਾਨ ਕਰਦਾ। ਇਹ ਇਸ ਲਈ ਕਿਉਂਕਿ ਜਿਹੜੀ ਹੋਮ ਇੰਸ਼ੋਰੈਂਸ ਪਾਲਿਸੀ ਆਮ ਤੌਰ ਤੇ ਤੁਹਾਡੀ ਰੱਖਿਆ ਕਰਦੀ ਹੈ, ਜੇਕਰ ਤੁਹਾਨੂੰ ਕਿਸੇ ਸੱਟ ਚੋਟ ਜਾਂ ਕਿਸੇ ਹੋਰ ਦੀ ਜਾਇਦਾਦ ਨੂੰ ਹੋਏ ਨੁਕਸਾਨ ਲਈ ਕਾਨੂੰਨੀ ਤੌਰ ਤੇ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਜਦੋਂ ਤੁਸੀਂ ਹੋਮ ਪਾਲਿਸੀ ਖਰੀਦਦੇ ਹੋ ਤਾਂ ਪਾਲਿਸੀ ਨੂੰ ਪੜ੍ਹਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਕਈ ਵਾਰ ਤੁਹਾਨੂੰ ਇੰਸ਼ੋਰੈਂਸ ਕੰਪਨੀ ਨੂੰ ਇਹ ਦੱਸਣਾ ਲਾਜ਼ਮੀ ਹੋਵੇਗਾ ਵੀ ਤੁਹਾਡੇ ਕੋਲ ਇੱਕ ਕੁੱਤਾ ਵੀ ਹੈ ਜੀ। ਨਾਲ ਹੀ ਕੁਝ ਪਾਲਿਸੀਜ਼ ਉਹਨਾਂ ਕੁੱਤਿਆਂ ਨੂੰ ਕਵਰ ਨਹੀਂ ਕਰਦੀਆਂ ਜਿਨ੍ਹਾਂ ਦਾ ਕਿਸੇ ਨੂੰ ਵੱਢਣ ਦਾ ਇਤਿਹਾਸ ਹੋਵੇ, ਜਾਂ ਉਹ ਕੁੱਤੇ ਜਿਨ੍ਹਾਂ ਨੂੰ ਉੱਚ ਖਤਰੇ ਵਾਲੇ ਕੁੱਤੇ ਸਮਝਿਆ ਜਾਂਦਾ, ਜਿਵੇਂ ਕਿ ਪਿਟਬੁਲ ਜਾਂ ਜਰਮਨ ਸ਼ੈਪਰਡ। ਸੋ ਜੇ ਤੁਹਾਡੇ ਕੋਲ ਕੁੱਤਾ ਹੈਗਾ ਤਾਂ ਤੁਹਾਨੂੰ ਆਪਣੀ ਹੋਮ ਇੰਸ਼ੋਰੈਂਸ ਪਾਲਿਸੀ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ। ਜੇ ਤੁਹਾਡੇ ਕੋਲ ਟੈਨੈਂਟ ਪਾਲਿਸੀ ਹੈ, ਤੁਹਾਨੂੰ ਉਹਨਾਂ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ। ਜੇ ਤੁਸੀਂ ਨਹੀਂ ਦੱਸਦੇ ਤਾਂ ਲੇਟਰ ਔਨ ਡਾਊਨ ਦਾ ਰੋਡ ਜੇ ਤੁਹਾਡਾ ਕੁੱਤਾ ਕਿਸੇ ਨੂੰ ਵੱਢਦਾ ਤਾਂ ਤੁਹਾਡੀ ਪਾਲਿਸੀ ਨੇ ਤੁਹਾਨੂੰ ਕਵਰ ਨਹੀਂ ਕਰਨਾ ਜੀ। ਅੱਛਾ ਜੀ, ਆਖਰੀ ਸ਼ਬਦ ਕੁਛ ਹੋਰ ਇੱਕ ਜ਼ਰੂਰ ਇਹ ਦੱਸ ਕੇ ਜਾਇਓ ਵੀ ਜਿੱਥੇ ਲਿਖਿਆ ਹੁੰਦਾ ਪਾਰਕਾਂ ਦੇ ਵਿੱਚ, ਵੱਡੇ ਪਾਰਕਾਂ ਦੇ ਵਿੱਚ ਵੀ, ਚਾਹੇ ਟ੍ਰੇਲਸ ਦੇ ਵਿੱਚ ਵੀ, ਤੁਸੀਂ ਡੌਗ ਖੁੱਲ੍ਹਾ ਨਹੀਂ ਛੱਡ ਸਕਦੇ। ਆਫ ਲੀਸ਼ ਪਾਰਕ ਬਣੇ ਨੇ ਸਪੈਸੀਫਿਕ, ਜਿਨ੍ਹਾਂ ਦੇ ਫੈਂਸ ਲੱਗੀ ਆ, ਉਹ ਆਫ ਲੀਸ਼ ਪਾਰਕ ਨੇ। ਆਮ ਆਫ ਲੀਸ਼ ਇੱਕ ਪਾਰਕ ਦੇ ਵਿੱਚ ਮਹਿਸੂਸ ਕਰ ਲੈਂਦੇ ਹਾਂ ਅਸੀਂ ਵੀ ਕੁੱਤੇ ਨੇ ਤੁਹਾਡੇ ਨੇ ਪੂਪ ਕੀਤਾ ਵੀ ਚੱਲ ਇਹ ਤਾਂ ਖੁੱਲ੍ਹਾ ਹੀ ਆ, 500 ਏਕੜ ਹੈ, ਇੱਥੇ ਕੀ ਲੋੜ ਹੈ। ਉਈਓ ਲਿਫਾਫੇ ਜਿਹੇ 'ਚ ਹੱਥ ਜਿਹਾ ਪਾਈ ਜਾਣਗੇ, ਪਰ ਆਲੇ ਦੁਆਲੇ ਦੇਖ ਕੇ ਉਹਨੂੰ ਚੱਕਣ ਦੀ ਕੋਸ਼ਿਸ਼ ਨਹੀਂ ਕਰਦੇ। ਕੁੱਤਾ ਰੱਖ ਲਿਆ ਪਰ ਆਹ ਗੱਲੋਂ ਔਖੇ ਹੁੰਦੇ ਨੇ। ਇਹਨਾਂ ਦਾ ਵੀ ਕੁਛ ਚਾਰਜਸ ਲੱਗ ਸਕਦੇ ਨੇ ਜੀ? ਕੁੱਤਾ ਖੁੱਲ੍ਹਾ ਛੱਡਿਆ ਹੋਇਆ ਤੁਸੀਂ ਪਾਰਕ 'ਚ, ਪਬਲਿਕ ਪਾਰਕ 'ਚ? ਡੈਫੀਨੇਟਲੀ ਜੀ, ਤੁਹਾਡੀ ਜ਼ਿੰਮੇਵਾਰੀ ਬਣਦੀ ਆ ਆਪਣੇ ਪਾਲਤੂ ਕੁੱਤੇ ਨੂੰ ਉਹਦਾ ਖਿਆਲ ਰੱਖਣਾ ਤੇ ਹੋਰ ਲੋਕਾਂ ਦਾ ਖਿਆਲ ਰੱਖਣਾ ਜੀ। ਕੁੱਤੇ ਬਿੱਲੀਆਂ ਹੋਣ ਜਾਂ ਮਨੁੱਖ, ਇਹ ਸਭ ਪ੍ਰਮਾਤਮਾ ਨੇ ਹੀ ਬਣਾਏ ਹੋਏ ਹਨ।
ਜਿਸ ਤਰ੍ਹਾਂ ਸਾਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਅਸੀਂ ਇੱਕ ਦੂਜੇ ਦਾ ਸਤਿਕਾਰ ਕਰੀਏ, ਇਸ ਤਰ੍ਹਾਂ ਹੀ ਸਾਨੂੰ ਪ੍ਰਮਾਤਮਾ ਵੱਲੋਂ ਬਣਾਏ ਹਰ ਜੀਵ ਦਾ ਸਤਿਕਾਰ ਕਰਨਾ ਚਾਹੀਦਾ ਜੀ। ਜੇ ਤੁਸੀਂ ਕੁੱਤੇ ਨੂੰ ਰੱਖਦੇ ਹੋ ਤਾਂ ਕੁੱਤੇ ਦੇ ਇਰਦ ਗਿਰਦ ਜਿੰਨੇ ਨਿਯਮ ਜਿੰਨੇ ਕਾਨੂੰਨ ਆ ਉਹਨਾਂ ਦੀ ਆਪਾਂ ਨੂੰ ਪਾਲਣਾ ਕਰਨੀ ਚਾਹੀਦੀ ਹੈ। ਆਪਾਂ ਦੇਖੀਦਾ ਕਿ ਵੀ ਕਿਵੇਂ ਲੋਕ ਆਪਣੇ ਕੁੱਤੇ ਨੂੰ ਲਿਜਾਂਦੇ ਆ ਆਪਣੇ ਜੇਬ 'ਚ, ਔਰ ਜਿਹੜਾ ਪਲਾਸਟਿਕ ਦਾ ਬੈਗ ਆ ਪਾ ਕੇ ਲਿਜਾਂਦੇ ਆ, ਤਾਂ ਕਿ ਜੇ ਕੋਈ ਕੁੱਤਾ ਕਿਤੇ ਵੀ ਕੋਈ ਗੰਦ ਪਾਉਂਦਾ ਤਾਂ ਉਹਨੂੰ ਸਾਫ਼ ਨਾਲ ਦੀ ਨਾਲ ਕਰਨਾ ਤੋਂ ਐਕਸਪੈਕਟ ਕੀਤਾ ਜਾਂਦਾ ਜੀ। ਜੇ ਤੁਸੀਂ ਨਹੀਂ ਕਰਦੇ ਤਾਂ ਜੇ ਅੱਜ ਕੱਲ੍ਹ ਤਾਂ ਗਿੱਲ ਸਾਹਿਬ ਹਰ ਇੱਕ ਬੰਦੇ ਦੀ ਜੇਬ 'ਚ ਕੈਮਰੇ ਆ ਜੀ, ਤੁਹਾਡੇ ਮਿੰਟਾਂ ਸਕਿੰਟਾਂ 'ਚ ਤੁਹਾਡੀਆਂ ਵੀਡੀਓ ਬਣਾ ਕੇ ਸਿਟੀ ਵਾਲਿਆਂ ਕੋਲ ਭੇਜ ਦਿੰਦੇ ਆ ਜੀ, ਤੁਹਾਨੂੰ ਫੋਲੋ ਕਰਦੇ ਆ, ਪਤਾ ਲੱਗ ਜਾਂਦਾ ਵੀ ਕੁੱਤਾ ਕਿਹਦਾ ਜੀ। ਸੋ ਬੀ ਵੈਰੀ ਵੈਰੀ ਕੇਅਰਫੁਲ ਆ। ਜੇ ਤੁਹਾਡਾ ਕੁੱਤਾ ਕਿਸੇ ਨੂੰ ਵੱਢਦਾ ਤਾਂ ਤੁਹਾਡੇ ਤੇ ਲੱਖਾਂ ਦਾ ਲਾਸੂਟ ਤੁਹਾਡੇ ਅਗੇਂਸਟ ਫਾਈਲ ਕੀਤਾ ਜਾ ਸਕਦਾ। ਸੋ ਜਦ ਤੁਸੀਂ ਕੁੱਤੇ ਨੂੰ ਬਾਹਰ ਲੈ ਕੇ ਜਾਓ, ਮੇਕ ਸ਼ੋਰ ਵੀ ਉਹ ਤੁਹਾਡੇ ਕੰਟਰੋਲ 'ਚ ਹੋਵੇ ਜੀ। ਬਾਕੀ ਰਾਹ ਪਿਆ ਜਾਂਦੇ ਜਾਂ ਵਾਹ ਪਿਆ ਜਾਂਦੇ, ਅੱਜ ਦਾ ਟੌਪਿਕ ਕਰਨ ਦਾ ਮੇਰਾ ਮੇਨ ਮਕਸਦ ਇਹ ਸੀਗਾ ਕਿ ਮੈਂ ਅੱਜ ਕੱਲ੍ਹ ਜੀ ਬਹੁਤ ਦੇਖਦਾ ਆਪਣੇ ਪੰਜਾਬੀ ਕਮਿਊਨਿਟੀ 'ਚ ਲੋਕ ਬਹੁਤ ਪਿਆਰ ਨਾਲ ਹੁਣ ਕੁੱਤੇ ਬਿੱਲੀਆਂ ਰੱਖਦੇ ਆ। ਸੋ ਯੂ ਨੀਡ ਟੂ ਨੋ ਤੁਹਾਡੀ ਜ਼ਿੰਮੇਵਾਰੀਆਂ ਕੀ ਹੈ ਜੀ। ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੋਈ ਵੀ ਕ੍ਰਿਮੀਨਲ ਲਾਅ ਦਾ ਕੇਸ ਹੋਵੇ, ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੋਈ ਇਮੀਗ੍ਰੇਸ਼ਨ ਦਾ ਕੋਈ ਸੀਰੀਅਸ ਕੇਸ ਹੋਵੇ, ਯੂ ਕੈਨ ਕਾਲ ਅਸ ਐਨੀ ਟਾਈਮ ਬਿਕਾਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ। ਆਪਣੇ ਕਿਸੇ ਵੀ ਕਾਨੂੰਨੀ ਮਸਲੇ ਲਈ ਜ਼ਹਿਨ 'ਚ ਸਿਰਫ ਇੱਕ ਗੱਲ ਬਿਠਾ ਲਓ, ਵਨ ਕਾਲ ਦੈਟਸ ਆਲ। ਸਾਡਾ ਫੋਨ ਨੰਬਰ ਹੈ 604 598 0988। ਹੁਣ ਸਾਡੇ ਦਫ਼ਤਰ ਥਰੂ ਆਊਟ ਕੈਨੇਡਾ ਜੀ, ਟੋਰਾਂਟੋ, ਐਡਮਿੰਟਨ, ਕੈਲਗਰੀ, ਸਰੀ, ਵੈਂਕੂਵਰ, ਕਾਲ ਅਸ ਐਨੀ ਟਾਈਮ। ਤੇ ਅਸੀਂ ਆਪਣੇ ਪੰਜਾਬੀ ਭਾਈਚਾਰੇ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਜੀ, ਉਹਨਾਂ ਨੇ ਸਾਨੂੰ ਹਮੇਸ਼ਾ ਇੱਜ਼ਤ ਮਾਨ ਤੇ ਕਾਮਯਾਬੀਆਂ ਬਖਸ਼ੀਆਂ। ਥੈਂਕ ਯੂ ਜੀ। ਪੰਜਾਬੀਆਂ ਦੀ ਇੱਕੋ ਇੱਕ ਲਾ ਫਰਮ ਜਿਹੜੀ ਕੋਸਟ ਟੂ ਕੋਸਟ ਹੈ, ਬ੍ਰਿਜ ਮੋਹਨ, ਉਹਨਾਂ ਨੂੰ ਇਹ ਮਾਣ ਹੈ। 3 ਦਹਾਕੇ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਰਾਏਕੋਟ ਨੂੰ ਨਹੀਂ ਹਾਲੇ ਤੱਕ ਭੁੱਲੇ। ਸ਼ੁਭ ਸ਼ਾਮਾਂ ਜੀ। ਥੈਂਕ ਯੂ ਜੀ। ਵਕੀਲ ਬ੍ਰਿਜ ਮੋਹਨ ਗੱਲਬਾਤ ਕਰ ਰਹੇ ਸੀ। ਡੌਗਸ ਜਿਨ੍ਹਾਂ ਨੇ ਘਰਾਂ 'ਚ ਰੱਖੇ ਆ, ਇਹਦੇ ਬਾਰੇ ਮੈਂ ਫਰਦਰ ਕੁਛ ਤਜਰਬੇ ਦੇ ਵਿੱਚੋਂ ਗੱਲਾਂ ਕਰਨੀਆਂ ਚਾਹੁੰਦਾ। ਅਕਸਰ ਘਰਾਂ ਦੇ ਮਾਪੇ ਜਦ ਮਿਲਦੇ ਆ ਉਹ ਕਹਿੰਦੇ ਯਾਰ ਜਵਾਕ ਹੁਣ ਬਹੁਤ ਰਿਹਾੜ ਕਰਦੇ ਆ ਵੀ ਡੌਗ ਲੈਣਾ ਡੌਗ ਲੈਣਾ। ਉਹ ਰਿਹਾੜ ਆ ਜਿਹੜੀ ਉਹ ਘਰ 'ਚ ਰਹਿ ਜਾਂਦੀ ਆ, ਬਸ ਉਹ ਇੱਕ ਖਿਡੌਣੇ ਵਾਂਗੂ ਉਹਨੂੰ ਪਿਆਰ ਕਰਦਾ। ਇਹ ਨਹੀਂ ਹੈ ਵੀ ਪਿਆਰ ਨਹੀਂ ਕਰਦੇ, ਪਿਆਰ ਕਰਦੇ ਆ, ਪਰ ਜ਼ਿੰਮੇਵਾਰੀਆਂ ਉਹ ਬਹੁਤ ਤੁਹਾਡੀਆਂ ਵੱਡਿਆਂ 'ਤੇ ਹੋ ਜਾਂਦੀਆਂ। ਚਾਹੇ ਉਹ ਬਾਹਰ ਖੁੱਲ੍ਹਾ ਫਿਰਦਾ, ਤੁਹਾਡੇ ਆਲੇ ਦੁਆਲੇ ਫੈਂਸ ਲਾਈ ਆ, ਗੇਟ ਲੱਗਿਆ ਬਾਹਰ, ਫਿਰ ਵੀ ਉਹਨੂੰ ਤੋਰ ਕੇ ਲਿਜਾਉਣਾ, 5-4 ਕਿਲੋਮੀਟਰ ਲੈ ਕੇ ਜਾਣਾ ਹਰ ਰੋਜ਼ ਬਹੁਤ ਜ਼ਰੂਰਤ ਹੈ। ਜਿਵੇਂ ਤੁਸੀਂ ਘਰੋਂ ਨਿਕਲਦੇ ਹੋ, ਤੁਸੀਂ ਆਪਣੇ ਘਰ ਦੇ ਵਿੱਚ ਸਾਰਾ ਦਿਨ ਲਿਵਿੰਗ ਰੂਮ 'ਚ ਬੈਠੇ ਨਹੀਂ ਰਹਿ ਸਕਦੇ, ਬਾਹਰ ਹਾਲ 'ਚ ਯਾਰਡ 'ਚ ਬੈਠੇ ਨਹੀਂ ਰਹਿ ਸਕਦੇ, ਤੁਹਾਨੂੰ ਲੈ ਕੇ ਜਾਣਾ ਪੈਣਾ, ਬਾਹਰ ਨਿਕਲਣਾ ਪੈਣਾ, ਬਿਮਾਰ ਹੋ ਜਾਓਗੇ। ਉਹਦਾ ਗੇੜਾ, ਫਿਰ ਪੂਰਾ ਉਹਦਾ ਸਾਜੋ ਸਮਾਨ, ਉਹਨੂੰ ਤੋਰਨਾ, ਉਹਦੇ ਬੈਗ, ਉਹਨੂੰ ਆਫ ਲੀਸ਼ ਨਹੀਂ ਕਰਨਾ, ਉਹ ਪੂਪ ਕਰਦਾ ਕਿਤੇ ਉਹਨੂੰ ਸਾਫ਼ ਕਰਨਾ, ਆਲੇ ਦੁਆਲੇ ਨਿਗਾਹ ਮਾਰ ਕੇ ਛੱਡਣਾ ਨਹੀਂ, ਵਿਚਾਲ ਕਿਹੜਾ ਦੇਖਦਾ। ਇਹ ਗੱਲਾਂ ਮਾੜੀਆਂ ਬਹੁਤ। ਫਿਰ ਤੁਹਾਡੀ ਜ਼ਿੰਦਗੀ ਆ ਜਿਹੜੀ, ਇਹ ਨਹੀਂ ਹੈ ਵੀ ਕੋਈ ਤੁਹਾਨੂੰ ਡੰਨ ਲੱਗ ਜਾਂਦਾ ਉਹਨੂੰ ਰੱਖ ਲੈਂਦੇ ਹੋ ਤੁਸੀਂ, ਨਹੀਂ, ਇਹੋ ਜਿਹੀ ਨਹੀਂ ਗੱਲ। ਇਹ ਤੁਹਾਡਾ ਸ਼ੌਕ ਹੈ, ਉਹ ਇੱਕ ਤੁਹਾਡੇ ਪਰਿਵਾਰ ਦਾ ਅਜਿਹਾ ਜੀਵ ਬਣ ਜਾਂਦਾ ਜਿਹਦੇ ਬਿਨਾਂ ਤੁਸੀਂ ਸਾਰ ਹੀ ਨਹੀਂ ਸਕਦੇ। ਸਾਰਾ ਪਰਿਵਾਰ ਤੁਹਾਡਾ ਜਿਹੜਾ ਘਰੇ ਹੋਵੇ ਤੇ ਪਰ ਤੁਸੀਂ ਘਰੇ ਨਾ ਹੋਵੋ, ਜਾਂ ਘਰ ਦਾ ਇੱਕ ਜੀਅ ਨਾ ਹੋਵੇ ਤੇ ਉਹਨੂੰ ਪਤਾ ਹੋਵੇ ਵੀ ਫਲਾਣਾ ਹਾਲੇ ਘਰ 'ਚ ਆਇਆ ਨਹੀਂ, ਉਹਦੀ ਨਿਗਾਹ ਬਾਹਰ ਰਹਿਣੀ ਹੈ। ਕਈ ਵਾਰ ਤਾਂ ਬਾਹਰ ਹੀ ਨਿਕਲ ਕੇ ਬੈਠ ਜਾਂਦੇ ਨੇ ਵੀ ਮੇਰਾ ਮਾਲਕ ਨਹੀਂ ਆਇਆ ਹਾਲੇ, ਪਰ ਉਹਦੇ 'ਤੇ ਉਹਨੂੰ ਨਹਾਉਣਾ, ਧਲਾਉਣਾ, ਉਹਦਾ ਖਾਣਾ, ਉਹਨੂੰ ਵੈਟ ਦੇ ਲੈ ਕੇ ਜਾਣਾ, ਉਹਨੂੰ ਸਾਂਭਣਾ। ਬਹੁਤ ਨੇ ਜਿਹੜੇ ਠੰਡ ਅਤੇ ਗਰਮੀ ਲਈ ਬਾਹਰ ਕਹਿੰਦੇ ਅਸੀਂ ਬਾਹਰ ਮਕਾਨ ਪਾਤਾ, ਬਾਹਰ ਰੱਖਣਾ ਨੇ। ਬਹੁਤ ਨੇ ਜਿਹੜੇ ਕਹਿੰਦੇ ਨਾ ਅੰਦਰ ਰਹਿਣਾ, ਇਸ ਤਾਂ ਅੰਦਰ ਰੱਖਣਾ, ਬਾਹਰ ਬੂਹਰ ਵਾਲਾ ਕੋਈ ਮਤਲਬ ਨਹੀਂ। ਅਤੇ ਰਿਸ਼ਤੇਦਾਰ, ਦੋਸਤ, ਮਿੱਤਰ, ਭੈਣ ਬਹੁਤ ਘੱਟ ਆਉਣ ਲੱਗ ਜਾਂਦੇ। ਉਹ ਕਹਿੰਦੇ ਯਾਰ ਤੁਹਾਡੇ ਘਰ 'ਚੋਂ ਮੁਸ਼ਕ ਮਾਰਦਾ, ਇਹਦੇ ਵਾਲ ਪਏ ਨੇ। ਅਗਲਾ ਕਹਿੰਦਾ ਇਹਨੂੰ ਨਾ ਕਹਿ ਦੀ ਕੁਛ, ਤੂੰ ਆਉਣਾ ਮਿੱਤਰਾ ਨਾ। ਫਿਰ ਜਦੋਂ ਆਉਣਾ ਹੈ ਤੁਹਾਨੂੰ ਉਹਨੇ ਸਨਿਫ ਕਰਨਾ, ਤੁਹਾਡੇ ਆਲੇ ਦੁਆਲੇ ਫਿਰਨਾ। ਉਹ ਹਰ ਇੱਕ ਨੂੰ ਕੰਫਰਟੇਬਲ ਨਹੀਂ ਲੱਗਦਾ, ਜਿਹੜੇ ਡਰਦੇ ਬਹੁਤ ਨੇ। ਪੰਜਾਬ 'ਚ ਅਸੀਂ ਕਦੇ ਡੌਗ ਤੋਂ ਨਹੀਂ ਡਰੇ।
ਆਮ ਇਹ ਪਏ ਹੁੰਦੇ ਸੀ, ਪੈਸਿਆਂ ਦੇ ਵਿੱਚ ਕੋਲ ਦੀ ਲੰਘ ਜਾਂਦੇ, ਕੁਛ ਨਹੀਂ ਸੀ। ਇੱਥੇ ਆ ਕੇ ਬਹੁਤ ਕਹਿੰਦੇ ਡੌਗ ਇਹ ਕਹਿੰਦੇ ਨਾਲੇ ਡੌਗ ਤੋਂ ਡਰ ਲੱਗਦਾ ਬਈ ਬਹੁਤ। ਮੈਨੂੰ ਤਾਂ ਮੈਂ ਤਾਂ ਹੇਟ ਕਰਦਾ, ਇਹਨੂੰ ਹੇਟ ਕਰਦੀ ਹਾਂ। ਮੈਨੂੰ ਅਲਰਜੀਜ਼ ਹੋ ਜਾਂਦੀਆਂ ਨੇ ਡੌਗ ਤੋਂ। ਕਈ ਇਹ ਵੀ ਬੀਬੀਆਂ ਕਹਿੰਦੀਆਂ ਨੇ, ਕਈਆਂ ਨੇ ਬਹੁਤ, ਕੋਈ ਕਿਸੇ ਨੇ ਖਰਗੋਸ਼ ਰੱਖ ਲਏ, ਕਿਸੇ ਨੇ ਤੋਤਾ ਮੈਨਾ ਰੱਖ ਲਈ, ਲਵ ਬਰਡ ਰੱਖ ਲਏ, ਬਹੁਤ ਕੁਝ, ਹਰ ਇੱਕ ਨੇ ਕੁਛ ਨਾ ਕੁਛ ਰੱਖਿਆ। ਬਿੱਲੀਆਂ ਆਪਾਂ ਘੱਟ ਰੱਖਦੇ ਥੋੜ੍ਹੀਆਂ ਜਿਹੀਆਂ, ਬਿੱਲੀ ਘੱਟ ਰੱਖਦੇ। ਉਹਦੀ ਫਿਰ ਜ਼ਿੰਮੇਵਾਰੀ ਆ ਮਿੱਤਰਾ 12-14 ਸਾਲ, ਅਤੇ ਉਹਨੂੰ ਜੇ ਉਹ ਵਿਛੜਨਾ ਪੈ ਜਾਵੇ ਬਹੁਤ ਔਖਾ ਹੈ। ਕੋਈ ਇਹੋ ਜਿਹੀ ਗੱਲ ਹੋ ਜਾਵੇ, ਉਹਨੂੰ ਮਾਰਨਾ ਪੈ ਜਾਵੇ, ਪੁੱਟ ਡਾਊਨ ਕਰਨਾ ਪੈ ਜਾਵੇ, SPC ਲੈ ਜਾਈਏ, ਬਹੁਤ ਹਿਰਦੇ ਵੇਦਕ ਗੱਲਾਂ ਨੇ। ਬਹੁਤ ਸ਼ੌਕ ਨਾਲ ਬਰੀਡਰ ਨੇ ਆਪਣੇ ਮੁੰਡੇ ਸਿਰੇ ਦੇ ਡੌਗ ਉਹਨਾਂ ਨੇ ਰੱਖੇ ਨੇ, ਐਨ ਸ਼ਿੰਗਾਰ ਕੇ, ਸਾਰੀਆਂ ਬਰੀਡਸ। ਜਿਵੇਂ ਬਹੁਤ ਵਾਰ ਆ ਕੇ ਬੜੇ ਸ਼ੋਅ ਤੱਖਰ ਸਾਹਿਬ ਕਰ ਗਏ, ਸਿਰੇ ਦੀ ਬਰੀਡਿੰਗ ਆ ਉਹਨਾਂ ਦੇ ਕੋਲ। ਅਤੇ ਫਿਰ ਵੱਡੇ ਡੌਗ ਨੇ ਜਿਹੜੇ ਕੇਨ ਕੈਰਸੋ ਵਗੈਰਾ ਅਤੇ ਪ੍ਰੈਸਾ ਕਨੇਰੀਓ, ਹਰਪ੍ਰੀਤ ਸਿਵੀਏ ਨੇ ਰੱਖੇ ਹੋਏ ਨੇ ਲਿਆ ਕੇ ਇਟਲੀ ਤੋਂ ਸਿਰੇ ਦੇ ਡੌਗ। ਅਤੇ ਮਨਦੀਪ ਦੋਸਤ ਆ ਸਾਡਾ, ਉਹਦੇ ਕੋਲ ਜਿਹੜਾ ਬਹੁਤ ਵਧੀਆ ਡੌਗ ਹੈ ਬਾਕਸਟਰ। ਸੋ ਇਹ ਉਹ ਨਹੀਂ ਹੈ, ਫਿਰ ਉਹ ਤੁਹਾਡੀ ਜ਼ਿੰਦਗੀ ਦਾ ਇੱਕ ਹਿੱਸਾ ਹੈ, ਉਹ ਤੋਂ ਤੁਸੀਂ ਪਰਾਂ ਨਹੀਂ ਹੋ ਸਕਦੇ। ਇਹ ਖਿਆਲ ਰੱਖਣ ਦੀ ਲੋੜ ਹੈ, ਬਹੁਤ ਵੱਡੀ ਕਮਿਟਮੈਂਟ ਹੈ। ਉਹਦਾ ਗੇੜਾ ਲਵਾਉਣਾ, ਮੀਂਹ ਹੋਵੇ, ਹਨੇਰੀ ਹੋਵੇ, ਕੱਪੜੇ ਪਾ ਕੇ ਭਿੱਜੇ ਨਾ, ਫਿਰ ਕੁੱਤਾ ਜਿਹੜਾ ਭਿੱਜਿਆ ਉਹ 'ਚੋਂ ਸਮੈਲ ਆਉਂਦੀ, ਉਹਨੂੰ ਸੁਕਾਉਣਾ ਬਾਹਰ, ਉਹਦੇ ਟਾਵਲ ਬਾਹਰ ਪਏ ਨੇ, ਤੌਲੀਏ ਪਏ ਨੇ, ਅਤੇ ਬਹੁਤ ਕੁਝ ਹੈ ਉਹਦਾ ਕਰਨਾ। ਟੱਬਰਸ ਦਾ ਸਾਂਝਾ ਹੋਵੇ, ਇੱਕ ਰੱਖਣ ਤੋਂ ਬਾਅਦ ਫਿਰ ਜਵਾਕ ਕਹਿੰਦੇ ਇੱਕ ਹੋਰ ਲਿਆਉਣਾ, ਬਹੁਤ ਕੰਮ ਹੈ। ਵਧੀਆ ਉਹਨੂੰ ਫੂਡ ਸਰਵ ਕਰਨਾ, ਨਲਾਉਣਾ ਧਰਾਉਣਾ, $500-400 ਮਹੀਨੇ ਦਾ ਖਰਚਾ ਹੈ। ਹਾਂ, ਜੇ ਪ੍ਰੋਸੈਸਡ ਫੂਡ ਖਿਲਾਈ ਜਾਣਾ ਉਹ ਨਹੀਂ, ਜੇ ਉਹਨੂੰ ਵਧੀਆ ਮੀਟ ਵਗੈਰਾ ਖਿਲਾਉਣਾ ਹੈ, ਬਹੁਤ ਖਰਚੇ ਨੇ ਉਹਦੇ ਡੌਗ ਦੇ। ਅਤੇ ਰਾਤ ਨੂੰ ਢਿੱਲਾ ਮੱਸਾ ਹੋ ਗਿਆ, ਕਿਤੇ ਐਮਰਜੈਂਸੀ ਬੈੱਡ 'ਤੇ ਜਾਣਾ ਪਵੇ, 1200-1400 'ਚ ਮੁੜਦਾ ਰਾਤ ਨੂੰ। ਵੈਟ ਸਰਵਿਸਿਜ਼ ਬੜੀਆਂ ਮਹਿੰਗੀਆਂ ਨੇ। ਸੋ ਇਹ ਖਾਸ ਤੌਰ 'ਤੇ ਬਾਹਰ ਜਾਣਾ, ਜਿੱਡਾ ਮਰਜ਼ੀ ਪਾਰਕ ਹੋਵੇ, ਤੁਸੀਂ ਡੌਗ ਨੂੰ ਖੁੱਲ੍ਹਾ ਨਹੀਂ ਛੱਡ ਸਕਦੇ। ਕਾਨੂੰਨ ਇਹ ਆ, ਖੁੱਲ੍ਹੇ ਡੌਗ ਨੇ ਕਿਸੇ ਨੂੰ ਵੱਢ ਲਿਆ, ਬਸ ਤੁਹਾਡੇ ਚਾਰਜਸ ਲੱਗਣਗੇ। ਖਿਆਲ ਰੱਖਣ ਦੀ ਲੋੜ ਹੈ। ਸ਼ੌਕ ਬਹੁਤ ਵਧੀਆ ਹੈ, ਤੁਹਾਡੀ ਜ਼ਿੰਦਗੀ ਦਾ ਸਾਰੇ ਦਿਹਾੜੀ ਦਾ ਦੁੱਖ ਸੁੱਖ, ਕਟਾ ਕਲਾ ਕਲੇਸ਼ ਸਭ ਮੁਕਾ ਦਿੰਦਾ। ਜਦ ਘਰੇ ਜਾਂਦੇ, ਜਦ ਆ ਕੇ ਚਿੰਬੜਦਾ ਹੈ, ਜਦ ਲਾ ਕੇ ਪੌਡੇ ਪਿਆਰ ਕਰਦਾ, ਮੂੰਹ ਤੱਕ ਆਉਂਦਾ ਹੈ, ਫਿਰ ਅਗਲਾ ਕਹਿੰਦਾ ਵੀ ਗੱਲ ਬਣ ਗਈ। ਘਰ ਦਾ ਇੱਕ ਜੀ ਆ ਜਿਹਦੀ ਉਹਨੇ ਲਿਸਨ ਕਰਨਾ, ਬਾਕੀਆਂ ਨਾਲ ਉਹਨੇ ਉਹੀ ਰਿਸ਼ਤੇ ਚਲੇ ਜਾਣਾ। ਜਵਾਕਾਂ ਨਾਲ ਉਹਨੇ ਭਾਈ ਬਣ ਕੇ, ਭੈਣ ਬਣ ਕੇ ਰਹਿਣਾ, ਨਾਲ ਮਾਂ ਦੇ ਨਾਲ ਉਹਨੇ ਪੁੱਤ ਬਣ ਕੇ, ਧੀ ਬਣ ਕੇ ਰਹਿਣਾ। ਅਤੇ ਇੱਕ ਬੰਦੇ ਨੂੰ ਉਹਨੇ ਜਿਹੜਾ ਉਹਦੇ ਤੋਂ ਕਮਾਂਡ ਲੈਣੀ ਹੈ। ਜਿਹੜੇ ਹੁਣ ਸਾਡੇ K9 ਯੂਨਿਟਸ ਨੇ, ਜਿਹੜੇ ਸਾਡੇ ਪੁਲਿਸ ਡੌਗਸ ਨੇ, ਉਹ ਕਿਤਾ ਬੰਦੇ ਨੇ, ਉਹ ਕਿਤਾ ਇੱਕ ਡੌਗ ਥੋੜ੍ਹਾ ਨੇ, ਬੰਦੇ ਤੋਂ ਵੱਧ ਕੰਮ ਕਰਦੇ ਨੇ। ਤੁਹਾਡੇ ਗੋਲੀ ਲੱਗਣ ਤੋਂ ਪਹਿਲਾਂ ਜਾ ਕੇ ਗੋਲੀ ਵਾਲੇ ਨੂੰ ਢਾਉਂਦਾ ਉਹ ਡੌਗ, ਉਦੋਂ ਇੱਕ ਸਨਿਫ ਦੇ ਦਿਓ, 5-5 ਕਿਲੋਮੀਟਰ ਜਾ ਕੇ ਢਾਹ ਲੈਂਦਾ ਉਹਨੂੰ। ਉਹ ਬੰਦੇ ਨੂੰ ਭੱਜਣ ਨਹੀਂ ਦਿੰਦਾ ਜੇ ਕੋਈ ਨਿਕਲ ਜਾਵੇ। ਬੈਲਜੀਅਨ ਮੈਲਾਨੋਏ ਅਤੇ ਸ਼ੈਫਰਡ ਤਾਂ ਜਿਹੜਾ ਜਰਮਨ ਸ਼ੈਫਰਡ ਆ, ਉਹ ਤਾਂ ਤੁਸੀਂ ਛੱਡੇ ਗੱਲ ਦਿਓ, ਉਹ ਤਾਂ ਚੀਜ਼ਾਂ ਹੀ ਹੋਰ ਨੇ। ਰੌਟਵਾਇਲਰ ਬਹੁਤ ਵਧੀਆ ਨੇ, ਹਰ ਇੱਕ ਦਾ ਆਪਣਾ ਸ਼ੌਕ ਹੈ, ਕਿਹਨੇ ਕੀ ਰੱਖਣਾ। ਜਿਹੜੇ ਛੋਟੇ ਟੋਆਏ ਨੇ, ਸ਼ਿਸਟੂ ਅਤੇ ਜਿਹੜੇ ਛੋਟੇ ਨੇ, ਉਹ ਤਾਂ ਬਾਹਲੇ ਵਧੀਆ ਨੇ। ਉਹ ਅਲਰਟ ਸਭ ਤੋਂ ਵੱਧ ਨੇ, ਟੌਂਕਰ ਦੇ ਉਹ ਸਭ ਤੋਂ ਵੱਧ ਨੇ, ਅਲਰਟ ਉਹ ਕਰਦੇ ਨੇ ਸਭ ਤੋਂ ਵੱਧ। ਉਹ ਤਾਂ ਘਰ ਦਾ ਖਿਡਾਉਣਾ, ਇੱਕ ਸੋਫੇ ਤੋਂ ਦੂਜੇ ਛਾਲ, ਦੂਜੇ ਤੋਂ ਉਹਨੇ ਭੋਰਾਕ ਜਿਹੜਾ ਖਾਣਾ ਕੁਛ ਨਹੀਂ ਉਹ ਕਰਦਾ। ਉਹ ਬਹੁਤ ਉਹਨੇ ਰੱਖੇ, ਗੋਦੀ ਚੱਕੀ ਫਿਰਦੇ ਨੇ ਲੋਕ। ਰਵੀ 10 ਸਤੰਬਰ ਨੂੰ ਮਾਰਕ ਕਰ ਲਿਓ, PNE ਦੇ ਵਿੱਚ ਕਰਨ ਔਜਲੇ ਨੇ ਤੁਹਾਡੇ ਲਈ ਗਾਉਣਾ, ਅਤੇ PNE ਤੂਸ ਦੇਣੀ ਆ, ਤੂਸ ਉਦਣ ਸੈਟਰਡੇ ਹੈ 3 ਅਤੇ 4 ਤਰੀਕ ਦਾ ਗੁਰੂ ਨਾਨਕ ਸੇ ਗੁਰਦੁਆਰਾ ਸਾਹਿਬ ਸਰੀ ਡੈਲਟਾ ਦਾ ਸਿੱਖ ਯੂਥ ਦਾ ਵੱਡਾ ਟੂਰਨਾਮੈਂਟ ਆ ਰਿਹਾ। 3 ਤਰੀਕ ਦਾ ਸੈਟਰਡੇ ਆ, 4 ਦਾ ਐਤਵਾਰ ਆ, 5 ਦੀ ਛੁੱਟੀ ਹੈ, ਲੌਂਗ ਵੀਕਐਂਡ ਹੈ। ਅਤੇ 10 ਤਰੀਕ ਨੂੰ PNE ਦੇ ਵਿੱਚ, 10 ਸਤੰਬਰ ਨੂੰ ਕਰਨ ਔਜਲੇ ਨੇ ਗੱਲਾਂ ਬਾਤਾਂ ਅਤੇ ਤੁਹਾਡੇ ਨਾਲ ਗੀਤ ਸੰਗੀਤ। ਕਰਨ ਔਜਲੇ ਨਾਲ ਗੱਲ ਵੀ ਬਾਤ ਹੋਏਗੀ ਆਉਣ ਵਾਲੇ ਦਿਨਾਂ ਦੇ ਵਿੱਚ, ਬਿਠਾ ਕੇ ਮੁੰਡੇ ਨਾਲ ਕਰਾਂਗੇ ਗੱਲਾਂ ਬਾਤਾਂ। ਜ਼ਿੰਦਗੀ ਦਾ ਬੜਾ ਲੰਬਾ ਸਫ਼ਰ ਹੈ, ਮਿਹਨਤਾਂ ਨੇ,
ਕਰਨ ਔਜਲੇ ਨੂੰ ਪਿਆਰ ਕਰਨ ਵਾਲੇ PNE ਦੇ ਵਿੱਚ ਵੱਡਾ ਇਕੱਠ ਕਰ ਰਹੇ ਨੇ 10 ਸਤੰਬਰ ਨੂੰ, ਸੈਟਰਡੇ ਨੂੰ। ਸਾਡੇ ਵਾਲੇ ਸਹਿੜੇ ਸਰੀ ਦੀ ਸਿਆਸਤ ਬੜੀ ਗਰਮ ਹੋ ਰਹੀ ਹੈ। ਨਵੇਂ ਚਿਹਰੇ ਨੇ ਜਿਹੜੇ ਟੀਮਾਂ 'ਚ ਐਂਟਰ ਹੋ ਰਹੇ ਨੇ। ਚਿਹਰੇ ਜ਼ਰੂਰ ਹੋਣੇ ਚਾਹੀਦੇ ਨੇ, ਪਰ ਚਿਹਰਿਆਂ ਨੇ ਉਹਨਾਂ ਨੇ ਭਾਈਚਾਰੇ ਲਈ ਕੀ ਕੀਤਾ ਹੈ, ਇਹ ਵੀ ਮੀਡੀਆ ਨੂੰ ਸਵਾਲ ਪੁੱਛਣਾ ਚਾਹੀਦਾ। ਮੈਂ ਫਲਾਣੇ ਦਾ ਧੀ ਹਾਂ, ਫਲਾਣੇ ਦੀ ਦਾ ਪੁੱਤ ਹੈ, ਫਲਾਣੇ ਦੀ ਨੂੰਹ ਹੈ, ਇਹਦੇ ਨਾਲ ਤਾਂ ਗੱਲ ਨਹੀਂ ਬਣਨੀ। ਭਾਈਚਾਰੇ ਲਈ ਗ੍ਰਾਸ ਰੂਟਸ 'ਤੇ ਕੀ ਕੰਮ ਕੀਤਾ, ਕਿੰਨਾ ਕੀਤਾ, ਇਹਦੇ ਸਵਾਲ ਲੋਕਾਂ ਨੂੰ ਪੁੱਛਣੇ ਪੈਣੇ ਨੇ। ਬਹੁਤ ਵੱਡੀ ਸ਼ਿਫਟ ਹੈ ਜਿਹੜੇ ਦਿਨ ਰਾਤ ਕਿਸੇ ਹੋਰ ਗਰੁੱਪ ਨਾਲ ਤੁਰੇ ਫਿਰਦੇ ਸੀ, ਬਿੱਬ ਕੇ ਬਾਹਰ ਖੜ੍ਹ ਕੇ ਕਹਿੰਦੇ ਸੀ ਅਸੀਂ ਤਾਂ ਵੋਟਾਂ ਫਲਾਣੇ ਨੂੰ ਪਾਉਣੀਆਂ, ਹੁਣ ਉਹਦੇ ਆਪੋਜਿਟ ਤੁਰੇ ਫਿਰਦੇ ਨੇ। ਕੋਈ ਧਰਮ ਕਰਮ ਹੈ, ਕੋਈ ਦੀਨ ਮਜ਼ਹਬ ਹੈ ਕਿਸੇ ਦਾ? ਇਹ ਵੀ ਸਵਾਲ ਪੁੱਛਣੇ ਚਾਹੀਦੇ ਵੀ ਹੁਣ ਜਦ ਸਹੀ ਸੀ ਕਿ ਅੱਜ ਸਹੀ ਹੋ, ਜਦ ਗਲਤ ਸੀ ਜਾਂ ਅੱਜ ਸਹੀ ਹੋ। ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰੋਬਰ ਬੋਲੇ। ਸੋ ਇਹ ਜਿਹੜੀਆਂ ਗੱਲਾਂ ਹੈ, ਇਸ ਵਾਰ ਬਹੁਤ ਕੁਝ ਹੋ ਰਿਹਾ ਸਰੀ 'ਚ, ਅਤੇ ਵੋਟਰਾਂ ਤੱਕ ਸੁਨੇਹਾ ਪਹੁੰਚਾਉਣਾ ਸਾਡਾ ਕੰਮ ਹੈ ਵੀ ਆਹ ਹੋ ਰਿਹਾ, ਆਹ ਹੋ ਰਿਹਾ, ਆਹ ਹੋ ਰਿਹਾ, ਇੱਥੋਂ ਬਚੋ, ਇੱਥੋਂ ਬਚੋ, ਇੱਥੋਂ ਬਚੋ। ਤੁਹਾਡਾ ਧੀ ਪੁੱਤ ਆਪਣਾ ਰੈਫਰੈਂਸ ਦੇਵੇ, ਮੈਂ ਫਲਾਣਾ ਸਿੰਘ ਹਾਂ, ਫਲਾਣੀ ਕੌਰ ਹੈ, ਮੈਂ ਫਲਾਣਾ ਸਿੰਘ ਫਲਾਣੇ ਦਾ ਪੁੱਤ ਹਾਂ, ਇਹ ਰੈਫਰੈਂਸ ਨਹੀਂ ਹੈ। ਜਾਂ ਮੈਂ ਫਲਾਣੇ ਦੀ ਧੀ ਹਾਂ, ਇਹ ਨਹੀਂ ਰੈਫਰੈਂਸ। ਤੁਹਾਡੀ ਕਮਾਈ ਕੀ ਆ, ਇਹ ਬਹੁਤ ਵੱਡੀ ਜ਼ਰੂਰਤ ਹੈ। ਜਾਂ ਥਾਪੀਆਂ ਮਾਰ ਕੇ ਪੱਟਾਂ 'ਤੇ ਕਹਿੰਦੇ ਸੀ ਫਲਾਣੇ ਦੇ ਬਲਦੇ ਆ, ਅਤੇ ਹੁਣ ਉਹਦੇ ਆਪੋਜਿਟ ਖੜ੍ਹਦੇ ਹੋ। ਇਸ ਤਰ੍ਹਾਂ ਜਿਹੜਾ ਬੜਾ, ਇਹ ਮੈਨੂੰ ਲੱਗਦਾ ਜਿੱਥੇ ਅਸੀਂ ਬਹੁਤਾਤ 'ਚ ਉੱਥੇ ਹੀ ਹੋ ਰਿਹਾ ਕੁਛ। ਇੱਕ ਤਾਂ ਅਡਾਨੀਆਂ ਨੇ ਬਹੁਤ ਤੰਗ ਕੀਤੇ ਨੇ, ਕਈ ਅਡਾਨੀ ਬਣ ਗਏ, ਦੂਜੇ ਲਾਈਨ 'ਚ ਨੇ ਕਹਿੰਦੇ ਅਸੀਂ ਅਡਾਨੀ ਬਣਨਾ, ਅਸੀਂ ਪਿੱਛੇ ਰਹਿ ਗਏ। ਬੜਾ ਚੱਕਰ ਪੈ ਗਿਆ। ਇਹ ਮਾਇਆ ਤਾਂ ਇਹ ਤਾਂ ਰੱਜੇ ਨਹੀਂ ਆਉਂਦਾ। ਜਿੱਦਣ 20 ਨਹੀਂ ਉਦਣ 50 ਮੰਗਦਾ, 50 ਵਾਲਾ 100 ਮੰਗਦਾ, 100 ਵਾਲਾ 500, 500 ਵਾਲਾ 1000, 1000 ਕਹਿੰਦਾ 50 ਬਣ ਜਾਏ, 50 ਵਾਲਾ ਕਹਿੰਦਾ ਲੱਖ ਬਣ ਜਾਏ, ਲੱਖ ਕਹਿੰਦਾ ਮਿਲਨ ਬਣ ਜਾਏ। ਹੁਣ ਮਿਲਨ ਜਦ ਬਣਦਾ ਫਿਰ ਪੰਜਾਬੀਆਂ ਨੂੰ, ਸਾਨੂੰ ਮਿਲੀਅਨ ਤੇ ਬਿਲੀਅਨ ਦਾ ਫਰਕ ਨਹੀਂ ਪਤਾ ਲੱਗਦਾ। ਉਹਨੂੰ ਬਿਲੀਨਰ ਹੀ ਕਹੀ ਜਾਣਗੇ, ਕਿਸੇ ਕੋਲ 1 ਮਿਲੀਅਨ ਆ ਜਾਵੇ, ਬਿਲੀਨਰ ਬਣ ਗਿਆ ਬੰਦਾ। ਬਿਲੀਅਨ ਬਹੁਤ ਤੇਜ਼ੀ ਹੈ। ਪਰ ਮਿੱਤਰਾ, ਕਹਾਣੀ ਇਹ ਹੈ ਵੀ ਸੋਨੇ ਦੀ ਨਾ ਰੋਟੀ ਖਾਣੀ ਹੈ, ਨਾ ਸੋਨੇ ਦੀ ਦਾਲ ਸਬਜ਼ੀ ਹੈ। ਲੱਕੜ ਦਾ ਡੱਬਾ ਵਧੀਆ ਲੱਕੜ ਦਾ ਹੋ ਸਕਦਾ, ਇੱਕ ਦੂਜਾ ਕਿਰਾਏ ਵਾਲਾ ਹੋ ਸਕਦਾ, ਫਰਕ ਕੋਈ ਨਹੀਂ ਹੈ। ਬਟਨ ਤਾਂ ਨੱਪਿਆ ਹੀ ਜਾਣਾ। ਠੱਗੀਆਂ ਨਾਲ ਕੀਤੀ ਮਾਇਆ ਇਕੱਠੀ ਕਿੱਥੇ ਨੂੰ ਜਾਊਗੀ, ਉਹਨੇ ਕੱਖ ਨਹੀਂ ਕਰਨਾ। ਕਹਾਣੀ ਬਹੁਤ ਲੰਬੀ ਹੈ, ਕੋਸ਼ਿਸ਼ ਕਰਾਂਗਾ ਜੀ ਕਿ ਉਹਦੇ ਨਾਲ ਮੈਂ ਵਫਾ ਕਰ ਸਕਾਂ। ਆਮ ਕਹਾਣੀ ਹੁੰਦੀ ਇੱਧਰ ਉੱਧਰ ਕਰ ਦਿੰਦਾ। ਸਾਡੇ ਜ਼ਖਮਾਂ ਦੀ ਦਾਸਤਾਂ, ਕਤਲਾਂ ਦੀ ਦਾਸਤਾਂ, ਉਜੜਿਆਂ ਦੀ ਦਾਸਤਾਂ, ਇਹਦੇ ਕਰਕੇ ਮੈਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗਾ। ਬਰਾੜ ਸਾਹਿਬ, ਮੈਂ ਫਿਰ ਜੇ ਟਾਈਮ ਨਾ ਬੋਲੋ ਜੀ, ਨਾ ਬੋਲੋ, ਵੱਡੇ ਹੋ ਤੁਸੀਂ। ਸਤਿ ਸ਼੍ਰੀ ਅਕਾਲ ਸਾਹਿਬ। ਕੋਈ ਨਹੀਂ ਵੱਡੇ ਛੋਟੇ। ਮੈਂ ਤਾਂ ਜੀ ਐਵੇਂ ਆਖਾਂ ਨਾ, ਆਹ ਰੇਡੀਓ ਬਹੁਤ ਸੁਣਦਾ 5-6 ਘੰਟੇ। ਧੰਨਵਾਦ ਬਹੁਤ। ਤੇ ਜਿਹੜੇ ਮਸਲੇ ਆਪਾਂ ਪੰਜਾਬ ਦੇ ਤੇ ਭਾਰਤ ਮਾਤਾ ਦੇ ਲੈ ਕੇ ਆਉਂਦੇ ਆ ਜੀ, ਇਹ ਕਿੰਨੇ ਵਧੀਆ ਜਿਹੜੇ ਵਿਚਾਰ ਦਿੰਦੇ ਆ ਇੱਥੇ, ਜਿਹੜੇ ਸੁਣਨ ਵਾਲੇ ਆ। ਕੀ ਇਹ ਗੱਲਾਂ ਉੱਥੇ ਆਪਣੀਆਂ ਕਿਸੇ ਦੇ ਕੰਨੀ ਪੈਂਦੀਆਂ ਜ਼ਿੰਮੇਵਾਰ ਦੇ ਜਾਂ ਸਰਕਾਰਾਂ ਦੇ, ਕਿ ਹਵਾ 'ਚ ਹੀ ਰਹਿ ਜਾਂਦੀਆਂ? ਮੈਂ ਤਾਂ ਇੰਨੀ ਗੱਲ ਹੀ ਮਾੜੀ ਛੱਡੇ ਦਿਓ ਗੱਲ। ਕੱਲਾ ਬੋਲ ਰਿਕਾਰਡ ਕਰਦੇ ਆ, ਸਭ ਚਲੇ ਜਾਂਦਾ। ਫਿਕਰ ਨਾ ਕਰੋ, ਪਤਾ ਉਹਨਾਂ ਨੂੰ ਜਗਜੀਤ ਸਿੰਘ ਬਰਾੜ ਵੀ ਇੱਕ ਬੋਲਦਾ ਹੈ ਵਿਸਫੋੜੋਂ, ਸਭ ਪਤਾ। ਚੱਲ ਜੀ, ਉਹ ਤਾਂ ਜੇ ਮੈਂ ਇਹ ਵੀ ਡਰਦਾ ਰਹਿਣਾ ਵੀ ਜਿਵੇਂ ਤੁਹਾਨੂੰ ਪੁੱਛ ਲਿਆ, ਕੋਈ ਡਰ ਤਾਂ ਨਹੀਂ ਇਹੋ ਜਿਹੀ ਗੱਲ ਦੇ ਵਿੱਚ? ਨਾ, ਡਰ ਕਾਹਦਾ ਜੀ? ਹੁਣ ਡਰ ਕੀ ਹੈ? ਡਰ ਕੋਈ ਨਹੀਂ ਹੈ ਬਰਾੜ ਸਾਹਿਬ। ਜਦ ਹੁਣ ਨੱਚਣਾ ਹੀ ਆ, ਫਿਰ ਘੁੰਡ ਕਾਹਦਾ ਹੈ? ਹੁਣ ਨਹੀਂ ਕੋਈ ਡਰ ਡੁਰ ਵਾਲੀ ਨਹੀਂ। ਡਰ ਸਾਹਿਬ ਦਾ ਕਿ ਉਹਦੇ ਦਰਬਾਰ 'ਚ ਇੱਜ਼ਤ ਬਣੀ ਰਹੇ, ਹੋਰ ਡਰ ਡੁਰ ਨਹੀਂ ਹੈ ਕਿਸੇ ਦਾ। ਹਾਂ ਚਲੋ, ਉਹ ਵੀ ਠੀਕ ਆ। ਪਰ ਆਪਣੇ ਤੇ ਜਿਹੜੀ ਕੈਨੇਡਾ ਵਾਲਿਆਂ ਤੇ ਸਟੈਂਪ ਲੱਗੀ ਆ, ਦੇ ਖਾਲਸਤਾਨੀ ਵਾਲੇ ਆ ਇੱਥੇ। ਚਲੋ, ਉਹ ਤਾਂ ਹਰ ਇੱਕ ਦਾ ਬੰਦੇ ਦਾ ਆਪਣਾ ਪ੍ਰਭਾਵ ਹੈ, ਆਪਣਾ ਅਗਲੇ ਦਾ ਦਿਲ ਹੈ, ਫਰੀडम ਦੀ ਸਪੀਚ ਹੈ।
ਪੰਜਾਬ 'ਚ ਭਾਰਤ 'ਚ ਵੀ ਬੈਠ ਕੇ ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਦੀ ਗੱਲ ਕਰਦੇ ਆ ਤੇ ਇੱਥੇ ਵੀ ਕਰ ਸਕਦੇ ਆ। ਉਹ ਆਪਣੇ ਅਧਿਕਾਰ ਦੇ ਥੱਲੇ ਕਰਦੇ ਆ, ਜਿਨ੍ਹਾਂ ਨੂੰ ਨਹੀਂ ਪਸੰਦ ਉਹ ਨਹੀਂ ਪਸੰਦ, ਜਿਨ੍ਹਾਂ ਨੂੰ ਪਸੰਦ ਆ ਪਸੰਦ। ਹਾਂਜੀ ਹਾਂਜੀ, ਪਾਰਟੀਆਂ ਬਦਲੇ ਬੜੇ ਵੱਖਰੇ ਵੱਖਰੇ ਵਿਚਾਰ ਆਉਂਦੇ ਆ ਜੀ। ਤੇ ਸੋ ਚਲੋ ਹੁਣ ਮੈਂ ਹੋਰ ਨਹੀਂ, ਤੁਹਾਡੇ ਕੋਲ ਟਾਈਮ ਘੱਟ ਹੈ, ਫਿਰ ਜਿਹੇ ਜੀ ਕੋਈ ਗੱਲ ਆਇਆ ਕਰੂ ਤੁਹਾਡੇ ਨਾਲ ਸਾਂਝੀ। ਜ਼ਰੂਰ ਬਰਾੜ ਸਾਹਿਬ, ਜ਼ਰੂਰ ਬਰਾੜ ਸਾਹਿਬ, ਧੰਨਵਾਦ। ਸਿਰਮਤ, ਸਤਿ ਸ਼੍ਰੀ ਅਕਾਲ ਜੀ। ਸਾਡੇ ਪਰਮ ਮਿੱਤਰ ਸਰਦਾਰ ਜਗਦੇਵ ਸਿੰਘ ਢਿੱਲੋਂ, ਮੜਾਕ ਪਿੰਡ ਹੈ, ਇਸ ਪਰਿਵਾਰ ਦਾ, ਮੈਂ ਮੜਾਕ ਪਰਿਵਾਰ ਦਾ, ਢਿੱਲੋਂ ਪਰਿਵਾਰ ਦਾ ਕਈ ਵਾਰ ਤੁਹਾਨੂੰ ਦੱਸਿਆ ਸੰਯੁਕਤ ਪਰਿਵਾਰ ਹੈ। ਸੁੱਖ ਨਾਲ 30-40 ਜੀ ਇੱਕ ਚੁੱਲ੍ਹੇ 'ਤੇ ਰੋਟੀ ਖਾਂਦੇ ਆ। ਉਸ ਪਰਿਵਾਰ ਦੇ ਵਿੱਚੋਂ ਸਰਦਾਰ ਜਗਦੇਵ ਸਿੰਘ ਢਿੱਲੋਂ ਦੇ ਸਤਿਕਾਰਯੋਗ ਚਾਚਾ ਜੀ ਸਰਦਾਰ ਸਿਕੰਦਰ ਸਿੰਘ ਢਿੱਲੋਂ ਮੜਾਕ ਪਿੰਡ 'ਚ ਸਵਰਗਵਾਸ ਹੋਏ ਨੇ। ਅਤੇ ਇਸ ਐਤਵਾਰ ਨੂੰ 21 ਅਗਸਤ ਨੂੰ 12 ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਪਿੰਡ ਮੜਾਕ ਜ਼ਿਲ੍ਹਾ ਫਰੀਦਕੋਟ 'ਚ ਉਹਨਾਂ ਦਾ ਜਿਹੜਾ ਪਾਠ ਦਾ ਭੋਗ ਹੈ। ਬਹੁਤ ਵੱਡਾ ਪਰਿਵਾਰ ਆ, ਪਰਮ ਮਿੱਤਰ ਨੇ, ਭਰਾ ਨੇ ਸਾਡੇ ਜਗਦੇਵ ਸਿੰਘ ਹੋਣੀ, ਅਤੇ ਮਾਤਾ ਜੀ ਅਤੇ ਬਾਪੂ ਜੀ ਹੋਣੀ, ਬਹੁਤ ਚੜ੍ਹਦੀ ਕਲਾ ਵਾਲਾ ਪਰਿਵਾਰ ਹੈ। ਸਰਦਾਰ ਅਜੈਬ ਸਿੰਘ ਢਿੱਲੋਂ, ਸਰਦਾਰ ਲਛਮਣ ਸਿੰਘ ਢਿੱਲੋਂ, ਇਕਬਾਲ ਸਿੰਘ ਢਿੱਲੋਂ, 4 ਇਹ ਭਾਈਆਂ ਦਾ ਇਕੱਠਾ ਪਰਿਵਾਰ ਆ ਜਿਹੜਾ ਢਿੱਲੋਂ ਪਰਿਵਾਰ ਹੈ। ਅਤੇ ਉਸ ਤੋਂ ਬਾਅਦ ਪੁੱਤਰਾਂ 'ਚ ਗੁਰਮੀਤ ਸਿੰਘ ਢਿੱਲੋਂ ਹੈ, ਅਤੇ ਜਗਦੇਵ ਸਿੰਘ ਢਿੱਲੋਂ ਹੈ, ਹਰਦੇਵ ਸਿੰਘ ਢਿੱਲੋਂ ਹੈ, ਜਗਮੀਤ ਸਿੰਘ ਢਿੱਲੋਂ ਹੈ, ਅਤੇ ਸਰ ਕਰਮਜੀਤ ਸਿੰਘ ਬਰਾੜ ਜਵਾਈ ਨੇ ਪਰਿਵਾਰ ਦੇ। ਸੋ ਸਾਰੇ ਤੁਸੀਂ ਜਾਣਦੇ ਹੋ ਜਗਦੇਵ ਹੋਣਾ ਨੂੰ ਅਤੇ ਪਰਿਵਾਰ ਨੂੰ। ਸੋ ਨਿੱਜੀ ਤੌਰ 'ਤੇ ਪਰਿਵਾਰ ਦੇ ਨਾਲ ਦੁੱਖ ਦੀ ਘੜੀ 'ਚ ਸ਼ਰੀਕ ਇਸ ਸਮੇਂ। ਸੰਯੁਕਤ ਪਰਿਵਾਰ 'ਚ ਜਦ ਕੋਈ ਬੰਦਾ ਘਟਦਾ ਹੈ ਬਹੁਤ ਦੁੱਖ ਹੈ। ਅੱਡ ਵਿੱਡ ਹੋਏ ਲੋਕਾਂ ਨੂੰ ਕੰਧਾਂ ਪਾਈਆਂ ਘਰਾਂ ਦੇ ਵਿੱਚ, ਵੱਡੀ ਹੋਈ ਜ਼ਮੀਨ ਨੂੰ ਅਤੇ ਵੰਡੇ ਹੋਏ ਹਲਾਂ ਨੂੰ ਉਹਨਾਂ ਦਰੇਗ ਨਹੀਂ ਹੁੰਦਾ, ਫਿਰ ਵੀ ਭੱਜੀਆਂ ਬਾਹਾਂ ਗਲ ਨੂੰ ਆਉਂਦੀਆਂ ਨੇ। ਪਰ ਜਦ ਸੰਯੁਕਤ ਪਰਿਵਾਰ ਹੋਵੇ, ਪਤਾ ਹੀ ਨਹੀਂ ਕੌਣ ਕਿੱਥੇ ਫਿਰ ਰਿਹਾ, ਅਤੇ ਚਾਚਾ ਤਾਇਆ ਬਾਪੂ ਸਭ ਸਮਾਨ, ਸਾਰੀਆਂ ਮਾਵਾਂ, ਕਿਹਨੇ ਕਿਹਦਾ ਸੀਰ ਚੁੰਗਿਆ ਬਰਾਬਰ ਦੇ ਭਾਈਆਂ 'ਚ, ਗੋਦੀ 'ਚ ਚਾਚੀ ਤਾਈਆਂ ਪਾ ਕੇ ਕਹਿੰਦੇ ਫੜ ਵੇ ਦੁੱਧ ਪੀ, ਰੌਲਾ ਪਾਉਣਾ, ਪਿਲਾ ਦਿੰਦੀਆਂ। ਸੋ ਇਹ ਪਰਿਵਾਰ ਮੜਾਕ ਪਰਿਵਾਰ, ਜਿਹੜਾ ਢਿੱਲੋਂ ਪਰਿਵਾਰ, ਮੈਂ ਮੜਾ ਕੇ ਕਹਿਣਾ ਉਹਨਾਂ ਨੂੰ। ਅਤੇ ਮਾਤਾ ਜੀ ਇੱਕ ਵਾਰ ਮੈਨੂੰ ਕਿਸੇ ਨਗਰ ਕੀਰਤਨ 'ਚ ਮਿਲੇ, ਹਾਕ ਮਾਰ ਕੇ, ਹਰਜੀਤ ਸਿੰਘ ਤੈਨੂੰ ਪੁੱਤ ਅਸੀਂ ਬਹੁਤ ਪਿਆਰ ਕਰਦੇ ਹਾਂ, ਬਸ ਉਹ ਦਿਨ ਆ ਅਤੇ ਅੱਜ ਦਾ ਦਿਨ ਹੈ। ਇਹੀ ਕਹਾਣੀ ਆ ਬਸ, ਹੋਰ ਕੁਛ ਨਹੀਂ ਹੈ ਇੱਥੇ, ਕੱਢਣ ਪਾਉਣ ਨੂੰ ਕੱਖ ਨਹੀਂ, ਸਿਰਫ ਅਤੇ ਸਿਰਫ ਮੋਹ ਆ। ਜਦ ਅੰਦਰ ਦੱਸਦੀ ਹੈ ਕਿ ਇੱਥੇ ਖਿੱਚ ਹੈ, ਫਿਰ ਜ਼ਿੰਦਗੀ ਦੇ ਸੰਬੰਧ ਹੁੰਦੇ ਨੇ। ਸਾਵਲ ਧਾਮੀ ਹੋਰਾਂ ਦੀ ਕਹਾਣੀ ਮੱਲਮ 47 ਤੋਂ ਪਹਿਲਾਂ ਬਾਰੂ ਨੰਗਲ ਮੈਦਾਨੀ ਇਲਾਕਿਆਂ, ਪਹਾੜੀ ਲੋਕਾਂ ਦੇ ਹੁੰਦੇ ਵਪਾਰ ਦਾ ਕੇਂਦਰ। ਉਹਨਾਂ ਦਿਨਾਂ 'ਚ ਪਸ਼ਾਵਰ ਦਾ ਤੰਬਾਕੂ ਅਤੇ ਦੂਰ ਪਹਾੜਾਂ ਦੇ ਮਸਾਲਿਆਂ ਦੀ ਮਹਿਕ ਇਸ ਪਿੰਡ ਦੀ ਫਿਜ਼ਾ 'ਚ ਘੁੰਮਦੀ, ਘੁਲ ਜਾਂਦੀ। ਸ਼ਿਵਾਲਕ ਦੀਆਂ ਪਹਾੜੀਆਂ ਦੇ ਪੈਰਾਂ 'ਚ ਵਸਿਆ ਬੁੱਢੇ ਪਿੱਪਲਾਂ, ਅੰਬਾਂ ਅਤੇ ਜਾਮਣਾ ਅਤੇ ਅੱਧ ਲੁਕਿਆ ਨਾਰੂ ਗੋਤ ਦੇ ਰਾਜਪੂਤ ਮੁਸਲਮਾਨਾਂ ਦਾ ਪਿੰਡ। ਅਤੇ ਜ਼ਮੀਨਾਂ ਦੇ ਮਾਲਕ ਜਿਹੜੇ ਸਨ ਰਾਜਪੂਤ, ਪਰਿਆਂ 'ਚ ਪੀਂਦੇ ਹੁੱਕਾ, ਸਾਰੇ ਉਹਨਾਂ ਦੀਆਂ ਹਿੰਦੂ ਸੈਣੀ ਅਤੇ ਸਿੱਖ ਲਵਾਣੇ ਜ਼ਮੀਨਾਂ ਪੱਟੇ 'ਤੇ ਲੈਂਦੀਆਂ। ਪਿੰਡ ਦਾ ਮੋਹਤਬਰ ਬੰਦਾ ਮੀਆਂ ਮੁਹੰਮਦ ਬਖਸ਼, ਲੋਕ ਉਹਨੂੰ ਇੱਜ਼ਤ ਨਾਲ ਮੀਆਂ ਜੀ ਕਹਿੰਦੇ, ਕੁੱਲੇ ਵਾਲੀ ਪੱਗ, ਸਲਵਾਰ ਕਮੀਜ਼ ਦੇ ਤਿੱਲੇਦਾਰ ਜੁੱਤੀ ਪਾ ਕੇ, ਘੋੜੇ 'ਤੇ 12 ਬੋਰ ਪਾ ਕੇ ਨਿਕਲਦਾ, ਅਤੇ ਇਕੱਠਾ ਟੱਕ 80 ਕਿੱਲੇ ਦਾ, ਹਵੇਲੀ 3 ਮੰਜ਼ਲਾਂ ਦੀ, ਘਰਾਂ ਜਿਹੜੀਆਂ ਤਰੀਮਤਾਂ ਘਰ ਦੀਆਂ ਬਾਹਰ ਨਾਲ ਨਿਕਲਦੀਆਂ, ਖੂਹ ਜਿਹੜੇ 4-5ਵਾਂ ਖੂਹ ਘਰ ਦੇ ਵਿੱਚ, ਅੱਧੀ ਮੌਣ ਹਵੇਲੀ ਦੀ ਕੰਧ ਤੋਂ ਬਾਹਰ, ਅੱਧੀ ਅੰਦਰ, ਸਾਰਾ ਪਿੰਡ ਖੂਹ ਤੋਂ ਪਾਣੀ ਭਰਦਾ। ਮੀਆਂ ਦੀ ਬੇਗਮ ਅਤੇ ਧੀ ਨਫੀਸਾ ਕਦੇ ਕਦੇ ਘਰੋਂ ਜਾਂਦੀ। ਰੋਜ਼ ਸਵੇਰੇ ਮਿੱਥੇ ਸਮੇਂ 'ਤੇ ਹਕੀਮਾਂ ਦਾ ਫਜ਼ਲਾ ਮੀਆਂ ਦੀ ਦਾੜੀ ਦੀ ਹਜਾਮਤ ਕਰਨ ਦਾ। ਇੱਕ ਦਿਨ ਉਹਨੇ ਸਿਰ ਚੁੱਕਿਆ, ਨਫੀਸਾ ਕੁਦਰਤੀ ਬਿਨਾਂ ਬੁਰਕੇ ਤੋਂ ਖੜੀ ਸੀ। ਉਹਨੇ ਆ ਕੇ ਯਾਰ ਨਾਲ ਕਰਮੂ ਸੈਣੀ ਨੂੰ ਕਹਿੰਦਾ, ਕਰਮੂ ਆ, ਉਹ ਤਾਂ ਪੋਸ ਦੇ ਫੁੱਲਾਂ ਨੂੰ ਮਾਤ ਪਾਉਂਦੀ ਆ ਯਾਰ। ਕਰਮੂ ਤੋਂ ਤੁਰੀ ਗੱਲ ਸਫ਼ਰ ਤੈਅ ਕਰਦੀ, ਮੁੜ ਕੇ ਮੀਆਂ ਦੀ ਹਵੇਲੀ ਚਲੇ ਗਈ। ਅਤੇ ਕਰਮਦੀਨ ਫਜ਼ਲੇ ਦਾ ਬਾਪ ਸੀ, ਉਹ ਬਾਜ਼ਾਰ ਦੀ ਹਿਕਮਤ ਅਤੇ ਹਜ਼ਾਮਤ ਦਾ ਕੰਮ ਕਰਦਾ ਅਤੇ ਨਾਲ ਦਵਾ ਦਾਰੂ ਦਾ ਕੰਮ ਕਰਦਾ। ਕਈ ਪੀੜ੍ਹੀਆਂ ਤੋਂ ਇਹ ਪਰਿਵਾਰ ਉਹ ਮੱਲਮ ਕਰਕੇ ਮਸ਼ਹੂਰ ਸੀ, ਡੂੰਘੇ ਤੇ ਡੂੰਘੇ, ਵੱਡੇ ਤੋਂ ਵੱਡੇ, ਬਿਗੜੇ ਤੋਂ ਬਿਗੜੇ ਜ਼ਖਮਾਂ ਨੂੰ ਪੂਰ ਦਿੰਦੀ। ਅੱਜ ਜਦ ਮੀਆਂ ਨੇ ਸੁਨੇਹਾ ਭੇਜਿਆ ਤਾਂ ਫਜ਼ਲਾ
ਜਦ ਹਵੇਲੀ 'ਚ ਗਿਆ ਤੇ ਫਿਰ ਫਜ਼ਲੇ ਤੇ ਮਾਰੇ ਥੱਪੜਾਂ ਦੀ ਆਵਾਜ਼ ਸਾਰੇ ਨਾਰੂ ਨੰਗਲ 'ਚ ਚੱਲੀ। 6 ਮਹੀਨੇ ਫਜ਼ਲਾ ਬੋਲਿਆ ਨਾ ਤੇ ਪੈਰ ਨੂੰ ਮੀਏ ਦੇ ਜ਼ਖਮ ਹੋ ਗਿਆ। ਮੀਏ ਦੇ ਨੌਕਰ ਨੇ ਜਦ ਆ ਕੇ ਕਿਹਾ ਮੀਏ ਦਾ ਪੈਰ ਖਰਾਬ ਹੋ ਗਿਆ, ਮੱਲਮ ਦੀ ਲੋੜ ਆ। ਫਜ਼ਲਾ ਬਹੁਤ ਖੁਸ਼ ਬਈ ਹੁਣ ਨਹੀਂ ਲਾਉਣੀ। ਅੱਜ 3 ਮੰਜ਼ਲੀ ਹਵੇਲੀ ਮੀਏ ਦੀ ਫਜ਼ਲੇ ਨਾਈ ਦੇ ਪੈਰਾਂ ਦੇ ਵਿੱਚ ਝੁਕੀ ਖੜੀ ਸੀ। ਜਦ ਅੱਬਾ ਘਰੇ ਪਰਤਿਆ ਤਾਂ ਅੱਬੇ ਨੂੰ ਨੇ ਕਿਹਾ, ਅੱਬਾ ਆਪਾਂ ਮੱਲਮ ਨਹੀਂ ਲਾਉਣੀ। ਉਹ ਕਹਿੰਦਾ ਤੂੰ ਕਈ ਪੀੜ੍ਹੀਆਂ ਦੀ ਕਮਾਈ ਖੂਹ 'ਚ ਪਾਤੀ ਫਜ਼ਲਿਆ, ਇਹ ਮੱਲਮ ਲੈ ਕੇ ਹੰਕਾਰੀ ਨਹੀਂ ਹੋਣਾ, ਨਹੀਂ ਹੱਥ 'ਚੋਂ ਸਫਾ ਜਾਊ। ਮੱਲਮ ਲੈ ਕੇ ਆਪਾਂ ਤਾਂ ਪੁੱਤ ਸੇਵਾ ਕਰਨੀ ਹੈ, ਇਹ ਨਹੀਂ ਗੱਲ ਹੈ, ਇਉਂ ਨਾ ਨਹੀਂ ਤੂੰ ਕਰ ਸਕਦਾ। ਜਾ ਕੇ ਫਜ਼ਲੇ ਦੇ ਪਿਓ ਨੇ ਮੱਲਮ ਲਾਤੀ ਮੀਆਂ ਦੇ। ਖਾਧੇ ਪੀਤੇ ਹਿਕਮ ਦਾ ਝੋਲਾ ਚੱਕ ਜਗਾ। ਮੇਲਿਆਂ ਤਿਉਹਾਰਾਂ ਤੇ ਗੁਰਪੁਰਬਾਂ ਨੂੰ ਮਾਣਦਾ ਪਿੰਡ ਹੌਲੀ ਹੌਲੀ ਜਿਹੜਾ ਵਸ ਰਿਹਾ ਸੀ, ਖੁਸ਼ ਸੀ। ਤੇ ਬਸ ਰੇਡੀਓਆਂ ਨੇ ਬੋਲਣ ਲਾਤਾ ਵੀ ਹੁਣ ਪਾਕਿਸਤਾਨ ਤੇ ਭਾਰਤ ਬਣਨਾ। ਲਹਾਰਾਂ ਦਾ ਸੱਤਾ ਪਿਓ ਵਾਂਗੂ ਛਵੀਆਂ ਤੇ ਦਾਤਰ ਪਾਉਣ ਦਾ ਮਸ਼ਹੂਰ ਸੀ। ਲਹਿਲੀ ਖੁਰਦ ਦੇ ਜੱਟਾਂ ਨੇ ਆ ਕੇ ਇੱਕ ਦਿਨ ਸੱਤੇ ਨੂੰ ਨਾਲ ਲੈ ਕੇ ਸੱਤਾ 5ਵੇਂ ਦਿਨ ਮੁੜ ਕੇ ਆਇਆ। ਹੱਥ ਦੀਆਂ 2 ਉਂਗਲਾਂ ਜਿਹੜੀਆਂ ਪੀਚੀਆਂ ਪਈਆਂ, ਹੱਥ ਦੀਆਂ ਉਂਗਲਾਂ ਤੇ ਉਹਨੇ ਪੱਗ ਲਪੇਟੀ, ਰੋਂਦਾ ਆਵੇ। ਲੋਕਾਂ ਨੂੰ ਪਤਾ ਸੀ ਵੀ ਜੱਟ ਇੱਥੋਂ ਛਵੀਆਂ ਤੇ ਗੰਡਾਸੇ ਚੰਡਾ ਕੇ ਸਾਡੀ ਤਿਆਰੀ ਕਰਨ ਨੇ। ਮੁਸਲਮਾਨਾਂ ਦੇ ਪਰਿਵਾਰਾਂ ਨੇ ਗਾਲਾਂ ਕੱਢੀਆਂ, ਕੁੱਖੋਂ ਜੰਮ ਕੇ ਪਰਦੇ ਨਾ ਪਾ ਬੇਗੁਰਿਆ ਵੇ, ਜੱਟਾਂ ਨੇ ਤਾਂ ਮੁੰਨੀਆਂ ਛੱਡ ਕੇ ਛਵੀਆਂ ਚੁੱਕ ਲੀਆਂ, ਤੂੰ ਹਲਾਂ ਦੇ ਚੰਡਾ ਮਾਰਦਾ ਫਿਰਦਾ ਸੀ। ਸੱਤੇ ਦੀ ਮਾਂ ਨੇ ਕਿਹਾ। ਪਿੰਡ ਘੱਗ ਘੁੱਗ ਵਸਦਾ ਸੀ ਸੱਤਾ। ਲਹਾਰ ਚਾਹੇ ਮੁਸਲਮਾਨ ਨਹੀਂ ਸੀ ਪਰ ਭਾਈਆਂ ਵਾਂਗੂ ਰਹਿੰਦਾ। ਸੱਤਾ ਪਰਤਿਆ, ਮੀਏ ਦੀ ਹਵੇਲੀ 'ਚ ਮੁਸਲਮਾਨਾਂ ਦਾ ਇਕੱਠ ਹੋ ਗਿਆ। ਅੱਜ ਮੀਏ ਦੀ ਹਵੇਲੀ ਕੰਮੀ ਕਮੀਣਾ ਦੇ ਮੂਹਰੇ ਝੁਕੀ ਖੜੀ ਸੀ। ਚੌਧਰੀ ਉਹ ਲਾਗੀ ਬਰਾਦਰੀ 'ਚੋਂ ਚਿਰਾਗਦੀਨ ਮਰਾਸੀ ਨੇ ਖੜਦਿਆਂ, ਤੁਸੀਂ ਸਾਡੇ ਪਹਿਲਾਂ ਵੀ ਮਾਲਕ ਸੀ, ਅੱਜ ਵੀ ਹੋ। ਅਸੀਂ ਗਰੀਬ ਗੁਰਬਿਆਂ ਨੇ ਤੁਹਾਡੀ ਓਟ ਲੈ ਕੇ ਬਖਸ਼ਣਾ। ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਮੀਆਂ ਖੜਾ ਹੋਇਆ, ਪਹਿਲੀ ਵਾਰ ਹੱਥ ਜੋੜੇ। ਜਦ ਹੱਥ ਜੋੜੇ ਤਾਂ ਸਾਰੇ ਕੰਮੀ ਕਮੀਣ ਜਿੰਨੇ ਮੁਸਲਮਾਨ ਸੀ ਉਹਨਾਂ ਨੂੰ ਲੱਗਿਆ ਵੀ ਹਵੇਲੀ ਝੁੱਕ ਕੇ ਪੈਰਾਂ 'ਚ ਪੈ ਗਈ। ਮੀਆਂ ਕਹਿੰਦਾ, ਪਹਿਲੀ ਗੱਲ ਹੈ ਜੀ ਹਿੰਦੂ ਤੇ ਸਿੱਖਾਂ ਤੇ ਬਿਲਕੁਲ ਵਿਸ਼ਵਾਸ ਨਾ ਕੀਤਾ ਜਾਵੇ। ਦੂਜੀ ਗੱਲ, ਲੜਾਈ ਲਈ ਤਿਆਰ ਰਹੋ, ਹਥਿਆਰ ਨਹੀਂ ਤਾਂ ਰੋੜੇ ਬੱਟੇ ਇਕੱਠੇ ਕਰਿਓ। ਤੀਜੀ ਗੱਲ, ਔਰਤਾਂ ਘਰੋਂ ਬਾਹਰ ਨਾ ਜਾਣ। ਚੌਥੀ ਗੱਲ, ਬਹੁਤ ਹੀ ਖੁਫੀਆ ਢੰਗ ਨਾਲ ਨੇੜੇ ਪਿੰਡ 'ਚ ਨਾਲ ਦੇ ਜਿਹੜੇ ਹਮ ਮਜ਼ਹਬੀ ਨੇ ਉਹਨਾਂ ਨੂੰ ਰਾਬਤਾ ਕਾਇਮ ਕਰੋ। ਪਹਿਰਾ ਲਾਜ਼ਮ ਹੈ ਖੂਹ 'ਤੇ ਖਾਸ ਤੌਰ 'ਤੇ। ਅਤੇ ਫਿਰ ਪਿੰਡ ਛੱਡਣ ਵਾਲੇ, ਜਦ ਪਿੰਡ ਛੱਡਣ ਦੀ ਗੱਲ ਕੀਤੀ ਲੋਕਾਂ ਦੇ ਸਾਹਸ ਹੋ ਗਏ। ਫੈਸਲਾ 2-4 ਦਿਨਾਂ 'ਚ ਫਿਰ ਹਾਲਤਾਂ ਦੇਖ ਕੇ ਕੀਤਾ ਜਾਊ। ਹਲੇ ਬੋਲਣ ਲੱਗੀ ਤੀ ਸੱਤੇ ਦੀ ਮਾਂ ਨੇ, ਕਰਮੁੰਦੀ ਨਾ ਛੇਤੀ ਬੋੜੀ ਵੇ, ਸੱਤੇ ਦੇ ਸੱਟ ਵੱਜ ਗਈ। ਸੱਤੇ ਦੀ ਮਾਂ ਨੇ ਗੱਲ ਸੁਣ ਕੇ ਮਜਲਸ ਦਾ ਸਨਾਟਾ ਛਾ ਗਿਆ। ਸੁਣ ਹਕੀਮਾ, ਨੂਰ ਮੁਹੰਮਦ ਕਰਮਦੀਨ ਦੇ ਮੂਹਰੇ ਹੁੰਦਾ, ਜੇ ਭਾਈ 'ਚ ਰਹਿਣਾ ਤਾਂ ਲਹਾਰ ਦੇ ਪੁੱਤ ਦੇ ਮੱਲਮ ਨਾ ਲਾਈ। ਇਹ ਜੱਟਾਂ ਨੂੰ ਸਰਦਾਰਾਂ ਨੂੰ ਗੰਡਾਸੇ ਚੰਡ ਕੇ ਆਇਆ 6 ਦਿਨ, ਸਾਡੇ ਧੌਣ ਤੇ ਗੰਡਾਸੇ ਜਾਣੇ ਨੇ। ਇਹ ਮੱਲਣ ਦੇ ਸਾਲੇ ਨੂੰ ਕੁੱਤੇ ਦੀ ਮੌਤ, ਗਾਮੀ ਨੇ ਕੜੱਤਰ ਨਾਲ ਕਿਹਾ। ਚਗਾਠ ਦਾ ਆਸਰਾ ਲਈ ਸੱਤੇ ਦੀ ਮਾਂ ਝਾਕ ਰਹੀ ਸੀ। ਘਰ 'ਚ ਮੁੜਦਿਆਂ ਕਰਮਦੀਨ ਸੱਤੇ ਨੂੰ ਛਵੀਆਂ ਚੰਡਦੇ ਦਾ ਸੋਚਿਆ, ਪਰ ਉਹਦਾ ਮਨ ਇਉਂ ਸੀ ਫਜ਼ਲਾ ਤੇ ਸੱਤਾ ਯਾਰ ਸੀ। ਦੁਕਾਨ 'ਚ ਜਾ ਕੇ ਹਿਕਮਤ ਵਾਲਾ ਝੋਲਾ ਚੱਕਿਆ ਤਾਂ ਜਾ ਕੇ ਸੱਤੇ ਦੇ ਦਵਾਈ ਲਾਤੀ, ਨਾਲੇ ਉਹਨੇ ਗੰਡਾਸੇ ਚੰਡੇ ਸੀ। ਸੱਤੇ ਦੀ ਮਾਂ ਵੀ ਹੈਰਾਨ। ਸਵੇਰ ਤੱਕ ਸੱਤੇ ਦੇ ਜ਼ਖਮਾਂ 'ਚ ਲਹੂ ਸਿੰਮਣਾ ਬੰਦ ਹੋ ਗਿਆ ਤੇ ਦੁਪਹਿਰੇ ਹੱਥਾਂ ਛਵੀਆਂ ਉਲਾਰੀ ਸਿੱਖ ਮੁੰਡਿਆਂ ਦੀ ਟੋਲੀ ਨਾਰੂ ਨੰਗਲ 'ਚ ਆ ਪਹੁੰਚੀ। ਟੋਲੀ ਹਕੀਮ ਦੀ ਦੁਕਾਨ ਮੂਹਰੇ ਖੜ ਗਈ। ਉਹ ਫਜ਼ਲਿਆ, ਮੈਂ ਧੰਨਾ ਓਏ ਲਹਿਲੀ ਵਾਲਾ, ਦਰ ਖੋਲ। ਫਜ਼ਲੇ ਦਰ ਖੋਲਿਆ। 8-10 ਮੁੰਡੇ, ਕਰਮਦੀਨ ਮੂਹਰੇ ਖੜਾ ਸੀ। 10 ਪੁੱਤ, ਬਾਪੂ ਦੇ ਸੱਟ ਲੱਗੀ ਚਾਚਾ, ਝੋਲਾ ਚੱਕ ਤੁਰ ਪਾ ਛੇਤੀ, ਮੁੰਡੇ ਵਾਪਸ ਮੁੜ ਜਾਣਗੇ। ਬਿੱਲੀਆਂ ਅੱਖਾਂ ਵਾਲੇ ਮੁੰਡੇ ਨੇ ਗੱਲ ਕੀਤੀ। ਇਹ ਧੰਨਾ ਸੀ ਲਹਿਲੀ ਖੁਰਦ ਵਾਲਾ। ਧੰਨਾ ਤੇ ਫਜ਼ਲਾ ਜਮਾਤੀ ਸੀ। ਹੁਣ ਧੰਨਾ ਅੰਮ੍ਰਿਤ ਛਕ ਕੇ ਪੂਰਾ ਸਿੰਘ ਸਜਿਆ ਸੀ। ਧੰਨਾ ਸਿੰਘ ਜਥੇਦਾਰ ਬਣ ਗਿਆ। ਧੰਨਾ ਸਿੰਘ ਬੈਂਸ, ਮੁੰਡੇ ਧਾਵੇ ਬੋਲਦੇ, ਮੁਸਲਮਾਨਾਂ ਨੂੰ ਕਤਲ ਕਰਦੇ, ਸੋਹਣੀਆਂ ਕੁੜੀਆਂ ਨੂੰ ਚੱਕ ਕੇ ਲੈ ਜਾਂਦੇ। ਹੁਣ ਇਹ ਧਰਮ ਦਾ ਕੰਮ ਕਰਨ ਲੱਗੇ ਸੀ। ਉਹ ਤਾਂ ਠੀਕ ਆ ਪੁੱਤ, ਹਕੀਮ ਡੂੰਗੀ, ਪਰ ਮੀਏ ਹੋਣਾ ਨੇ ਮਨਾ ਕੀਤਾ ਪਿੰਡੋਂ ਆਉਣ ਤੇ। ਚਾਚਾ ਧੰਨਾ ਤੈਚ ਕਿਹੜੀਆਂ ਗੱਲਾਂ ਕਰਦਾ, ਮੀਆਂ ਮੂਆਂ ਕੀ ਆ, ਮੀਆਂ ਤਾਂ ਅੜਾ ਦਈਏ ਅਸੀਂ ਫੂਕ ਨਾਲ, ਰਾਜ ਸਾਡਾ ਹੁਣ ਇੱਥੇ। ਚਾਚਾ ਤੁਰ, ਚੱਕ ਝੋਲਾ। ਮੀਆਂ ਕੌਣ ਆ? ਮੀਆਂ ਤਾਂ ਤੇਰੇ ਕਰਕੇ ਅਸੀਂ ਰੋਕਿਆ, ਨਹੀਂ ਹੁਣ ਨੂੰ ਨਾਰੂ ਨੰਗਲ ਉਡਾ ਦੇਣਾ ਸੀ ਅਸੀਂ। ਅੱਬਾ ਜਾ ਐਵੇਂ ਵਿਲਕਦਾ ਹੋਵੇ ਵਿਚਾਰਾ ਪੀੜ ਨਾਲ, ਫਜ਼ਲੇ ਨੇ ਕਿਹਾ।
ਉਹ ਤਾਂ ਠੀਕ ਆ ਪੁੱਤ, ਪਰ ਕੀ ਅੱਬਾ, ਤੂੰ ਤਾਂ ਕਹਿੰਦਾ ਹੁੰਦਾ ਸੀ ਮੱਲਮ ਭਾਈ ਹਰ ਇੱਕ ਦੇ ਲੱਗਣੀ ਹੈ, ਕਨ੍ਹਈਆ ਬਣ ਕੇ ਦਿਖਾ। ਗਲੀ 'ਚ ਆਉਂਦਿਆਂ ਟੋਲੀ ਦੇ ਮੂਹਰੇ ਲੱਗ ਗਿਆ, ਪਿੰਡੋਂ ਨਿਕਲ ਕੇ ਲਹਿਲੀ ਦੇ ਰਾਹ ਪੈ ਗਏ। ਰਾਹ 'ਚ ਮੁੰਡਿਆਂ ਨੇ ਕਰਮਦੀਨ ਨੂੰ ਰੋਕ ਲਿਆ। ਚਾਚਾ ਤੇਰੇ ਨਾਲ ਹੈਗੀ ਆ ਸਾਂਝ ਸਾਡੀ। ਧੰਨਾ ਮੂਹਰੇ ਹੋ ਕੇ ਕਹਿੰਦਾ, ਮੈਂ ਤੇਰੇ ਮੂਹਰੇ ਝੂਠ ਨਹੀਂ, ਬਾਪੂ ਦੇ ਸੱਟ ਸੁੱਟ ਨਹੀਂ ਲੱਗੀ, ਤੈਨੂੰ ਮਾਣ ਕਰਕੇ ਲਿਆਇਆ। ਗੱਲ ਸੁਣ, ਤੇਰਾ ਹੈਗਾ ਹਕੀਮਾਂ ਦੇ ਹਕੀਮ ਕਰਕੇ ਘਰ 'ਚ ਆਉਣ ਜਾਣ, ਸਾਨੂੰ ਸਿੱਧਾ ਦੱਸ ਨੰਗਲ 'ਚ ਕਿੰਨਾ ਕੁ ਅਸਲਾ ਹੈ? ਉਹ ਪੁੱਤਾ ਅਸੀਂ ਕੈਂਚੀਆਂ ਉਸਤਰੇ ਵਾਲੇ, ਸਾਡੇ ਕੋਲ ਕਾਹਦਾ ਅਸਲਾ ਹੈ? ਸੋਟੀ ਵੀ ਨਹੀਂ ਕਿਸੇ ਕੋਲ। ਐ ਨਾ ਕਰ ਚਾਚਾ, ਮੇਰਾ ਮਾਣ ਰੱਖ, ਜੇ ਪੁੱਠੀਆਂ ਮੱਤਾਂ ਵਾਲੇ ਵਿਗੜ ਗਏ ਮੇਰੇ ਤੋਂ ਨਹੀਂ ਸਾਂਭੇ ਜਾਣੇ, ਮੁੰਡੇ ਪਿੱਛੇ ਖੜੇ ਨੇ। ਦੇਖ ਚਾਚਾ, ਤੁਸੀਂ ਚਲੇ ਜਾਣਾ ਆਪਣੇ ਪਾਕਿਸਤਾਨ, ਮੈਂ ਵੀ ਤੇ ਫਜ਼ਲੇ ਅਰ ਗਈ ਹਾਂ, ਮੈਨੂੰ ਮੱਲਮ ਦਾ ਨੁਸਖਾ ਹੀ ਦੇ ਜਾ ਫਿਰ। ਧੰਨੇ ਨੇ ਤਰਸ ਭਰੀ ਧੀਮੀ ਬਾਜ ਕੇ, ਉਹ ਧੰਨਿਆ ਪੁੱਤ, ਇਹ ਮੱਲਮਾ ਪੁੱਤ ਭਾਈ ਕਨ੍ਹਈਏ ਦੀ ਕੁੱਲ 'ਚੋਂ ਜੰਮਣਾ ਪੈਂਦਾ ਹੈ ਮੱਲਮਾਂ ਖਾਤਰ। ਸੋਚ ਚਾਹੀਦੀ ਆ, ਉਹ ਐਂ ਮੱਲਮ ਨਹੀਂ ਕੋ ਕਰਦੀ। ਗੁੰਮ ਸੇ ਮੁੰਡੇ ਨੇ 2 ਕਦਮ ਸਾਹਮਣੇ ਕਰਕੇ ਸ਼ਬੀ ਹਕੀਮ ਦੇ ਫਜ਼ਲੇ ਦੇ ਬਾਪ ਦੇ ਛਾਤੀ ਤੇ ਰੱਖ ਨਾ ਜੈਲਿਆ ਚਾਚਾ ਆਪਣਾ। ਧੰਨਾ ਤਰਬ ਕੇ ਬੋਲਿਆ, ਜੈਲਾ ਪਿੱਛੇ ਹਟ ਗਿਆ। ਚੱਲ ਚਾਚਾ ਐਂ ਦੱਸ ਵੀ ਤੇਰੇ ਪਿੰਡ 'ਚ ਫਿਰ ਸਭ ਤੋਂ ਸੋਹਣੀ ਕੁੜੀ ਕਿਹੜੇ ਮੁਸਲਮਾਨ ਦੇ ਘਰੇ ਆ? ਹਕੀਮ ਦੀਆਂ ਅੱਖਾਂ 'ਚ ਲਹੂ ਉਤਰਿਆ। ਸ਼ਰਮ ਕਰ ਪੁੱਤ, ਤੈਨੂੰ ਮੈਂ ਫਜ਼ਲੇ ਵਰਗਾ ਸਮਝਿਆ? ਮੇਰੀਆਂ ਤਾਂ ਧੀਆਂ ਨੇ, ਸਾਰੀਆਂ ਧੀਆਂ ਹੁੰਦੀਆਂ ਨੇ ਸੋਹਣੀਆਂ, ਤੇ ਜਿਹੜੀਆਂ ਕੋਜੀਆਂ ਨਹੀਂ ਹੁੰਦੀਆਂ ਕੋਈ। ਉਹ ਸਰਦਾਰਾ ਖੁੰਡੀਆਂ ਮੁੱਛਾਂ ਵਾਲੇ ਮੁੰਡੇ ਨੇ ਮੂਹਰੇ ਹੋ ਕੇ ਕਿਹਾ, ਪਰਾਂ ਹੋਏ, ਇਹਨੂੰ ਨਿਬੇੜੀਏ ਕੰਮ, ਪਰਾਂ ਕਰੀਏ ਕਾਟੂ ਮਾਲ ਨੂੰ। ਨਾ ਇਹ ਨਹੀਂ ਗੱਲ, ਤੂੰ ਤਾਂ ਬਹੁਤ ਚੱਕਦਾ ਹੀ, ਲੈ ਲਾ ਚਾਚੇ ਤੋਂ ਸੂਹਾਂ। ਨਾਲੇ ਨੁਸਖਾ ਮੱਲਮ ਦਾ ਕਾਲੇ ਕੁੜਤੇ ਵਾਲੇ ਨੇ ਕੁੜਤਾ ਆਪਣਾ ਝਣਕਿਆ ਥੋੜ੍ਹਾ ਜਿਹਾ, ਚੱਕ ਕੇ ਭੋਥਾ ਉਹਨੇ ਪਿੱਛੇ ਖੁੱਚਾਂ ਤੋਂ ਉੱਚਾ ਕਰ ਲਿਆ। ਉਹ ਵਕਤ ਨਾ ਬਰਬਾਦ ਕਰੋ, ਪੱਕੀ ਰੰਗ ਦੇ ਚਿੱਟੀਆਂ ਅੱਖਾਂ ਵਾਲੇ ਨੇ ਪਛਤਾਵੇ ਨਾਲ ਕਿਹਾ। ਧੰਨੇ ਨੇ ਘੋੜੀ ਨੂੰ ਲੱਤ ਦੇ ਦੀ, ਕਹਿੰਦਾ ਜੋ ਮਰਜ਼ੀ ਕਰੋ। ਮੁੰਡਿਆਂ ਨੇ ਸਿੱਧੀਆਂ ਛਵੀਆਂ ਕਰਮੁਦੀਨ ਦੇ ਮਾਰੀਆਂ। ਸਿਰ 'ਚ ਪੁੱਠਾ ਪਿਆ ਤਾਂ 5-7 ਡਾਂਗਾਂ ਦੇ ਤੇ ਗੰਡਾਸਿਆਂ ਦੇ ਸਿੱਧੇ ਜ਼ਖਮ ਮਾਰ ਭੱਜ ਗਿਆ। ਨਾਰੂ ਨੰਗਲ 'ਚੋਂ ਪਿੰਡ ਇਕੱਠਾ ਹੋ ਕੇ ਆਇਆ, ਦੇਖਿਆ ਵੀ ਅੱਬਾ ਨਹੀਂ ਆਇਆ ਫਜ਼ਲੇ ਦੇ ਨਾਲ ਸਾਰੇ, ਤੇ ਜਦ ਦੇਖਿਆ ਹੂੰਗਣ ਦੀ ਆਵਾਜ਼ ਆਈ, ਹਾਏ ਓ ਰੱਬਾ। ਅੱਬਾ ਦਾ ਕਲਾਵਾ ਭਰ ਕੇ ਜਾਰੋ ਜਾਰ ਫਜ਼ਲਾ ਰੋਣ ਲੱਗੇ। ਫਜ਼ਲਿਆ ਹੋਸ਼ ਕਰ, ਪਾਸਿਓ ਘਰ ਨੂੰ ਚੱਲੀਏ। ਕਮਾਲ ਨੇ ਹਕੀਮ ਦੀ ਦੇਹ ਨੂੰ ਨਿਢਾਲ ਕਰਕੇ ਚੀਕ ਚਿਹਾੜਾ ਪਿੰਡ ਇਕੱਠਾ ਹੋ ਗਿਆ। ਅੱਬਾ ਬੋਲਦਾ ਕਿਉਂ ਨਹੀਂ ਫਜ਼ਲਾ? ਮੁੜ ਕਾਹੇ? ਦੇਖ ਲਾ ਭਾਈਚਾਰ ਨਾਲ ਧਰੋ ਦਾ ਫਾਲਾ, ਚੋਰੀ ਕਾਫਰਾਂ ਦੇ ਜ਼ਖਮਾਂ ਤੇ ਮੱਲਮ ਲਾਉਂਦਾ, ਸਜ਼ਾ ਪਾ ਲਈ। ਫਜ਼ਲੇ ਦੀ ਦੁਕਾਨ ਮੂਹਰੇ ਸਾਰੇ ਮੁਸਲਮਾਨ ਕਹਿ ਰਹੇ ਸੀ। ਕਰੋ ਦੀਨ ਸਾਹ ਤੋੜ ਗਿਆ, ਸਪੁਰਦੇ ਖਾਕ ਕਰਤਾ। ਪਿੱਠ ਤੇ ਬਹੁਤ ਡੂੰਘੇ ਟਾਕਾ। ਛਵੀਆਂ ਦੇ ਕਰਮ ਦੀ ਗੱਲ ਸੁਣ ਕੇ ਉਹਨੇ ਨੀਵੀਂ ਪਾ ਲਈ। ਕਬਰਸਤਾਨ ਤੋਂ ਮੁੜਦਿਆਂ ਦੇਖਿਆ ਪਿੰਡ ਦੀ ਫਿਜ਼ਾ ਜ਼ਹਿਰ ਘੁਲ ਗਈ, ਤਾਂ ਹਿੰਦੂ ਸਿੱਖਾਂ ਨੇ ਕੀਮਤੀ ਸਮਾਨ ਦੀਆਂ ਗਠੜੀਆਂ ਬੰਨ੍ਹ ਕੇ ਗੱਡਿਆਂ 'ਤੇ ਲੱਦ ਲਈਆਂ। ਉੱਧਰੋਂ ਖਬਰਾਂ ਆ ਗਈਆਂ ਹਿੰਦੂਆਂ ਦੇ ਕਤਲ ਹੋ ਰਹੇ ਨੇ, ਇੱਧਰ ਮੁਸਲਮਾਨਾਂ ਦੀ ਜਾਨ ਟੁੱਟ ਗਈ। ਜੰਦਰੇ ਮਾਰ ਕੇ ਬਹੀਰਾਂ ਕੱਤਣ ਲੱਗੇ, ਤਾਂ ਜਦ ਪਿੰਡ ਦੇ ਵਿੱਚੋਂ ਸਿੱਖ ਗੱਲਾਂ ਕਰਨ ਲੱਗੇ ਤਾਂ ਮੂਹਰੇ ਗਰੀਬ ਖੜ ਕੇ ਕਹਿੰਦੇ, ਸਰਦਾਰ ਉਹ ਤੁਹਾਡੇ ਸਿਰ 'ਤੇ ਅਸੀਂ ਖੜੇ ਸੀ, ਆਹ ਕੀ ਕਰਦੇ ਹੋ? ਸਾਨੂੰ ਛੱਡ ਕੇ ਤੁਸੀਂ ਕਿੱਥੇ ਨੂੰ ਚੱਲੇ ਹੋ? ਨਾਲ ਦੇ ਖਾਧੇ ਤਕੜੇ ਹੋਏ ਸਾਰਿਆਂ ਨੇ ਪਿੱਠਾਂ ਕਰ ਲਈਆਂ। ਹੱਥ ਨੇ ਮੀਆਂ ਦੀ ਹਵੇਲੀ 'ਚ ਇਕੱਠ ਹੋਇਆ। ਫਿਰ ਇਉਂ ਕਰੋ, ਕੀਮਤੀ ਸਮਾਨ ਚੱਕੋ, ਦੇਰੀ ਨਹੀਂ ਕਰਨੀ। ਇਹ ਪਿੰਡ ਹੁਣ ਸਾਡਾ ਨਹੀਂ, ਵਤਨ ਹੁਣ ਸਾਡਾ ਨਹੀਂ, ਇੱਜ਼ਤ ਅਣਖ ਤੋਂ ਵੱਡੀ ਕੋਈ ਚੀਜ਼ ਨਹੀਂ। ਧੀਆਂ ਭੈਣਾਂ ਨੂੰ ਹੱਥੀਂ ਕਤਲ ਕਰ ਦਿਓ, ਕਾਫਰਾਂ ਨੂੰ ਹੱਥੀਂ ਜ਼ਲੀਲ ਹੋਣ ਲਈ ਨਾ ਛੱਡਿਓ। ਚੌਂਕੀਦਾਰ ਦਾ ਹੋਕਾ ਸੁਣ ਕੇ ਮਸਜਿਦ ਦੇ ਮੂਹਰੇ ਜੁੜ ਜਾਓ। ਲੋਕਾਂ ਰੋ ਗਠੜੀਆਂ ਬੰਨ੍ਹ ਲਈਆਂ। ਚੌਂਕੀਦਾਰ ਨੇ ਜੰਮਣ ਪੋਸ਼ ਛੱਡਣ ਦੀ ਬੋਲੇ ਜੋ ਨਿਆਲ ਦੇ ਜਕਾਰਿਆਂ ਨਾਲ ਅੰਬਰ ਗੂੰਜ ਉੱਠਿਆ। ਚੀਕ ਚਿਹਾੜਿਆਂ ਤੋਂ ਬਾਅਦ ਰਾਜਪੂਤਾਂ ਦੀ ਹਵੇਲੀਆਂ 'ਚੋਂ ਅੱਲਾਹੂ ਅਕਬਰ ਦੀਆਂ ਹੇਕਾਂ ਆਉਣ ਲੱਗੇ। ਗੋਲੀਆਂ ਦੀਆਂ ਦਗੜ ਛਵੀਆਂ ਨੂੰ ਬੌਣਿਆਂ ਕਰਕੇ ਸਿੱਧੀਆਂ ਚੱਲੀਆਂ। ਪਿੰਡ ਲੁੱਟਿਆ ਗਿਆ, ਵੱਢਿਆ ਗਿਆ। ਮੀਆਂ ਮਾਰਤਾ, ਮੀਆਂ ਦੀ ਘਰ ਵਾਲੀ ਮਾਰਤੀ, ਤੇ ਪੰਡਤਾਂ ਵਾਲੀ ਖੂਹ ਤੇ ਮੀਆਂ ਵਾਲੀ ਖੂਹ ਲਾਸ਼ਾਂ ਨਾਲ ਭਰ ਗਏ। ਮਿੰਦਰ ਖੂਹ ਦੇ ਵਿੱਚ ਵੜ ਗਿਆ, ਚੱਬੇ ਵਾਲੀਆ ਮਿੰਦਰ ਮੀਏ ਦੇ ਅੰਦਰ ਵੜ ਗਿਆ। ਉਹਦੇ ਨਫੀਸਾ ਹੱਥ ਲੱਗ ਗਈ। ਨਫੀਸਾ ਘੋੜੀ ਤੇ ਬਿਠਾ ਕੇ ਮਿੰਦਰ ਚੱਬੇ ਵਾਲੀਆ ਭੱਜ ਗਿਆ। ਧੰਨਾ ਗੁੱਸੇ 'ਚ ਕੁੱਤਾ ਭੈਣ ਆਪਣੀ ਗਾਲ ਕੱਢਣ ਲੱਗਿਆ ਉੱਚੀ ਤੇ, ਗਾਲ ਗੁਰੂ ਦਾ ਝੂਠਾ ਸਿੰਘਾ, ਪਿੱਛਾ ਕਰੋ ਗਦਾਰਾਂ ਦਾ। ਧੰਨੇ ਨੂੰ ਐਂ ਸੀ ਵੀ ਮੈਂ ਨਫੀਸਾ ਲਿਜਾਣੀ ਹੈ। ਜਥੇਦਾਰ ਦੇ ਹੁਕਮ ਦੀ ਪਾਲਣਾ, ਪਰ ਮੁੰਡਿਆਂ ਨੇ ਮਿੰਦਰ ਦੇ ਪਿੱਛੇ ਘੋੜੇ ਲਾਏ। ਹਮਲਿਆਂ ਦੀ ਮਾਰ ਸੀ। ਮਿੰਦਰ ਆਉ ਗਿਆ। ਘਰ ਉੱਜੜ ਗਏ। ਅੱਧੀ ਕਰਾਤੇ ਜਿੰਨੇ ਕੁ ਬਚੇ। ਉੱਠੋ ਭਰਾਵੋ, ਮਾਤਮ ਦਾ ਬੇੜਾ ਨਹੀਂ। ਮੈਂ 7 ਲਹਾਰਾਂ ਦਾ, ਮੈਂ ਲਹਿਲੀਓਂ ਆਇਆ ਦੌੜ ਕੇ, ਵੱਡੇ ਤੜਕੇ ਫੇਰ ਹਮਲਾ ਹੋਣਾ। ਸੱਤੇ ਨੇ ਯਾਰੀ ਪਗਾਈ ਫਜ਼ਲੇ ਨਾਲ।
ਫਜ਼ਲਿਆ ਉੱਠ, ਤੁਹਾਨੂੰ ਕੈਂਪ 'ਚ ਛੱਡ ਕੇ ਆਈਏ। ਫਜ਼ਲੇ ਦੀ ਆਵਾਜ਼ ਸੁਣ ਕੇ ਸੱਤਾ ਤੇ ਫਜ਼ਲਾ ਇਕੱਠੇ ਹੋਏ, ਜਿੰਨੇ ਸੀ ਸਾਰਿਆਂ ਨੇ, ਧੜੱਲੇਦਾਰ ਜਿੰਨੇ ਮੁਸਲਮਾਨ ਸੀ ਖਤਮ ਹੋ ਗਏ। ਇਕੱਠੇ ਹੋ ਕੇ ਧੰਨੇ ਦਾ ਜਥਾ ਪਿੰਡੋਂ ਪਿੰਡ ਉੱਠ ਰਿਹਾ ਸੀ। ਨੇੜੇ ਦੇ ਕੈਂਪ ਦੇ ਵਿੱਚ ਜਿਹੜਾ ਸੱਤਾ ਛੱਡਿਆ ਆ, ਜਦ ਆ ਕੇ ਧੰਨੇ ਨੇ ਦੇਖਿਆ ਨਾਰੂ ਨੰਗਲ ਖਾ ਲਿਆ। ਮੁਸਲਿਆਂ ਨੂੰ ਸੂਹ ਕਿਹਨੇ ਦਿੱਤੀ, ਪਤਾ ਲੱਗ ਜਾਏ ਕੌਮ ਦਾ ਗਦਾਰ ਕਹਿਣਾ, ਗੁਰੂ ਦੀ ਸਹੁੰ ਕੁੱਤੇ ਦੀ ਮਾਰਾ ਮੌਤ ਮਾਰਾਂਗੇ। ਸਿੰਘ ਅੱਗ ਬਬੂਲਾ ਹੁੰਦੇ। ਪਰ ਸਾਰਾ ਟੱਬਰ ਤੁਰ ਗਿਆ। ਨਾਰੂ ਨੰਗਲ 'ਚ ਰਾਜਪੂਤਾਂ ਦੀ ਜ਼ਮੀਨਾਂ ਸਾਂਭਣ ਵਾਲੇ ਪਹੁੰਚ ਗਏ। ਟਿਕਟਕਾ ਹੋ ਗਿਆ। ਸਿਆਲਕੋਟੀਏ, ਭਿੰਡਰ, ਕਲੇਰ ਤੇ ਬਾਜਵੇ, ਕੋਈ ਬਾਹਮਣ ਵੀ ਆਏ ਜੱਟਾਂ ਵਾਂਗੀ ਖੇਤੀ ਕਰਨ ਦੇ ਪੂਰੇ ਖਰਾਟ। ਇਹਨਾਂ ਨਵਿਆਂ ਦੀਆਂ ਤਾਂ ਕੁੜੀਆਂ ਹੀ ਸੈਣੀ ਦੇ ਲਵਾਣੇ ਮੁੰਡਿਆਂ ਨੂੰ ਖੰਘਣ ਨਹੀਂ ਦਿੰਦੀਆਂ। ਇਹ ਕਿੱਥੇ ਆ ਗਏ? ਨਵਿਆਂ ਦੀ ਬੋਲੀ ਬੇਸ ਤੇ ਕੰਮ ਕਰ ਜੱਦੀ ਬਸ਼ਿੰਦਿਆਂ ਨੂੰ ਓਪਰੇ ਲੱਗਦੇ। ਜਿਹੜੇ ਚੱਲੇ ਗਏ ਉਹ ਚੰਗੇ ਸੀ। ਸੁਰ 'ਚ ਕੋਈ ਕਹਿੰਦਾ, ਸੱਚ ਆਖਿਆ ਬਾਲੇ ਚੰਗੇ ਸੀ। ਸਾਲਿਆਂ ਰੌਲਿਆਂ ਨੇ ਸਾਥੋਂ ਚੰਗੇ ਖੋਹ ਲਏ, ਕੋਈ ਬਗੋਚੇ 'ਚ ਕਹਿੰਦਾ। ਸਿਆਲਕੋਟੀਆਂ ਨੇ ਮਸਜਿਦ 'ਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਬਿਰਾਜਮਾਨ ਕਰ ਲਈ। ਲਿਹਾਰਾਂ ਤੇ ਲਵਾਣਿਆਂ ਦਾ ਗੁਰਦੁਆਰਾ ਪਹਿਲਾਂ ਸੀ, ਇਹਨਾਂ ਨਵਾਂ ਗੁਰਦੁਆਰਾ ਦਾ ਮਸਜਿਦ ਵਾਲਾ ਗੁਰਦੁਆਰਾ ਨਾਂ ਪੈ ਗਿਆ। ਅਤੇ ਸੰਤਾ ਸਿੰਘ ਕਈ ਵਾਰ ਉਲਾਂਭੇ ਦਿੰਦਾ, ਆਖਦਾ ਕਿ ਮੀਂਹ ਵਾਲੇ ਖੇਤਾਂ ਨੂੰ ਉਹਦੇ ਵਾਲੇ ਮੁਰੱਬੇ ਕਿਉਂ ਨਹੀਂ ਕਹਿੰਦੇ। ਸੰਤੇ ਨੂੰ ਮੁਰੱਬੇ ਮਿਲ ਗਏ ਸੀ, ਪਰ ਹਲੇ ਵੀ ਮੀਆਂ ਵਾਲੇ ਮੁਰੱਬੇ ਕਹਿੰਦੇ। ਨਿੰਮ ਦੇ ਥੱਲੇ ਜਿਹੜੀ ਨਿੰਮ ਦੇ ਥੱਲੇ ਲੋਕ ਬਹਿੰਦੇ, ਉਹ ਮੁਸਤਫੇ ਵਾਲੀ ਨਿੰਮ 40 ਸਾਲ ਹੋ ਗਈ ਸ਼ਾਮ ਮਾਣਦੇ ਆ, ਸਾਡੀ ਨਹੀਂ ਹੋਈ ਹਲੇ। ਹੰਸੇ ਬਾਹਮਣ ਦਾ ਮੁੰਡਾ ਦੁਖੀ ਹੁੰਦਾ। ਮੀਆਂ ਵਾਲੀ ਕੋਠੀ ਹਕੀਮ ਦੀ ਦੁਕਾਨ ਉਸ ਤਰ੍ਹਾਂ ਹੀ ਹੁੰਦੀ। ਗਰਮੀਆਂ ਦੀ ਰੁੱਤ ਦੀ ਸ਼ੁਰੂਆਤ, ਨਾਰੂ ਨੰਗਲ ਦੇ ਅੰਬਾਂ ਨੂੰ ਬੂਰ ਪੈ ਰਿਹਾ ਦੀ। ਇੱਕ ਹੱਥ ਨੇ ਵੱਖਰੀ ਜੀ ਕਿਸਮ ਦਾ ਬੰਦਾ, ਉੱਪਰਾ ਜਿਹਾ ਵਿਅਕਤੀ ਮਿੰਨੀ ਬਾਚੋਂ ਉਤਰਿਆ। ਹੱਥ 'ਚ ਹੱਥ, ਸੂਟਕੇਸ, ਲੰਮਾ ਕੱਦ, ਪਤਲਾ ਸਰੀਰ, ਕਤਰੀ ਹੋਈ ਬੱਗੀ ਦਾੜੀ, ਗੋਰਾ ਨਸ਼ੋਰ ਰੰਗ ਤੇ ਮੋਟੀਆਂ ਕਾਲੀਆਂ ਅੱਖਾਂ। ਅਤੇ ਇਸ ਸ਼ਖਸ ਨੇ ਚਿੱਟੀ ਪੱਗ ਤੇ ਸਲਵਾਰ ਪਾਈ। ਪਿੰਡ ਦੇ ਬਾਜ਼ਾਰ 'ਚੋਂ ਲੰਘਿਆ ਨਾਰੂ ਨੰਗਲ ਦੇ 'ਚੋਂ, ਅਤੇ ਆਲੇ ਦੁਆਲੇ ਨੂੰ ਗਾਹ ਨੂੰ ਦੇਖਦਾ। ਉਦਾਸ ਚਿਹਰਾ, ਥੱਕੇ ਹੋਏ ਕਦਮਾਂ, ਦੁਕਾਨ ਦਾ ਦਰ ਲੰਘ ਕੇ ਅੰਦਰ ਵੜ ਗਏ। ਉਹੀ ਲੱਕੜ ਦਾ ਬੂਹਾ, ਉਹੀ ਕੰਧ ਰੋਸ਼ਨ ਦਾ। ਇਨਸਾਨ ਬਦਲ ਗਏ। ਮੁੰਡੇ ਨੇ ਅੰਦਰੋਂ ਕਿਹਾ, ਦੱਸੋ ਕੀ ਚਾਹੀਦਾ? ਉਹਨੂੰ ਐ ਸੀ ਕੱਪੜੇ ਵੇਚਣ ਵਾਲਾ ਸੀ। ਕੀ ਵਿਖਾਵਾਂ? ਕੁਝ ਤਾਂ ਲਓ, ਆਪਣੀ ਦੁਕਾਨ ਹੈ। ਉਹਦਾ ਦਿਲ ਦਾ ਰੁੱਗ ਭਰਿਆ, ਮੇਰੀ ਅੱਬੇ ਦੀ ਤੇ ਸਾਡੀ ਦੁਕਾਨ। ਉਹ ਦੁਕਾਨ 'ਚੋਂ ਨਿਕਲ ਕੇ ਤੁਰਿਆ ਜਾਂਦਾ ਬੰਦਾ ਕਹਿੰਦਾ, ਅੱਲਾ ਕਰਿਓ ਜਿਉਂਦਾ। ਸੱਤੇ ਦੀ ਕਾਰਖਾਨੇ ਵਾਲੀ ਥਾਂ 'ਤੇ ਆਟੇ ਵਾਲੀ ਚੱਕੀ ਚੱਲਦੀ। ਸਾਹਮਣੇ ਤੌੜ 'ਤੇ ਖੜੇ ਸ਼ਤੂਤ ਦੀ ਛਾਵੇਂ ਡੱਠੇ ਅਲਾਣੇ ਮੰਜੇ 'ਤੇ ਬਜ਼ੁਰਗ ਪਿਆ। ਕੋਈ ਡੂੰਘੀ ਸੋਚ ਉਤਰਿਆ ਸੀ। ਬਾਹਰੋਂ ਆਏ ਬੰਦੇ ਨੇ ਮੰਜੇ 'ਤੇ ਝੁੱਕ ਕੇ ਕਿਹਾ, ਸੱਤਿਆ ਕੌਣ? ਐਨਕ ਦੇ ਮੋਟੇ ਸ਼ੀਸ਼ੇ 'ਚ ਝਾਕਦਾ ਸੱਤਾ ਉੱਠ ਕੇ ਬਹਿ ਗਿਆ। ਉਹ ਐਡੀ ਛੇਤੀ ਭੁੱਲ ਗਿਆ ਲਹਾਰਾ ਸਾਨੂੰ ਹੱਥੀਂ ਰੁਖਸਤ ਕਰਕੇ। ਇਹ ਸੁਣ ਕੇ ਸੱਤਾ ਖੜਾ ਗਿਆ। ਉਹ ਬੱਲੇ ਬੱਲੇ ਫਜ਼ਲਿਆ, ਉਹ ਫਜ਼ਲਿਆ ਤੂੰ ਫਜ਼ਲਿਆ, ਰੌਲਾ ਪੈ ਗਿਆ। ਉਹ ਕਮਾਲਾਂ ਹੋ ਗਈਆਂ ਯਾਰ, ਮੈਂ ਤਾਂ ਆਸ ਮੁਕਾ ਛੱਡੀ ਸੀ। ਸੱਤੇ ਨੇ ਫਜ਼ਲੇ ਨੂੰ ਕਲਾਵੇ 'ਚ ਲੈ ਲਿਆ। ਚੁੱਪ-ਚਾਪ ਖੜੇ ਸੀ, ਅੱਖਾਂ 'ਚੋਂ ਅੱਥਰੂ, ਬਾਹਾਂ ਖੁੱਲੀਆਂ। ਨਿੱਕੀ ਜਿਹੀ ਭੀੜ ਇਕੱਠੀ ਹੋ ਗਈ। ਨਾਰੂ ਨੰਗਲ 'ਚ ਰੌਲਾ ਪੈ ਗਿਆ, ਫਜ਼ਲਾ ਆ ਗਿਆ, ਫਜ਼ਲਾ ਕਰਮੂਦੀਨ ਦਾ। ਚੱਕੀ ਵਾਲਿਆਂ ਦੇ ਸਲਵਾਰ ਵਾਲਾ ਭਾਈ ਆਇਆ। ਪਿੰਡ 'ਚ ਮੁਸਲਮਾਨ ਆ ਗਿਆ। ਲਾਹੌਰਾਂ ਤੇ ਪਾਕਿਸਤਾਨੀ ਆਇਆ। ਇੱਕ ਮੇਲਾ ਲੱਗ ਗਿਆ, ਮੇਲਾ। ਗੱਲਾਂ ਤੁਰ ਪਈਆਂ। ਰੋ ਰੋ ਕੇ ਅੱਖਾਂ ਸਜਾ ਲੀਆਂ ਦੋਨੇ ਯਾਰਾਂ ਨੇ। ਫਜ਼ਲੇ ਨੇ ਖੰਗੂਰਾ ਮਾਰ ਗਿਆ, ਲਾਹੌਰ ਵਧੀਆ ਦੁਕਾਨ ਆਪਣੀ ਸੱਤਿਆ। ਹੁਣ ਮੁੰਡਿਆਂ ਨੇ ਸੋਹਣਾ ਕੰਮ ਤੋਰ ਲਿਆ। ਧੀ ਆਪਣੇ ਘਰ ਆ, ਬੜੀ ਖੁਸ਼ ਆ। 4 ਰੁਪਏ ਵੀ ਆ, ਸੁੱਖ ਨਾਲ ਥੋੜ੍ਹਾ ਆਰਾਮ ਵੀ ਮਿਲਿਆ ਅੱਲਾ ਦੇ ਕਰਮ ਦਾ। ਹਕੀਮੀ ਨਹੀਂ ਕਰਦਾ ਫਿਰ ਅੱਜ ਕੱਲ੍ਹ? ਸੱਤੇ ਨੇ ਕਿਹਾ, ਮਾੜੀ ਮੋਟੀ ਮੱਲ ਮੁਹਤਰਾ ਬਣਾਉਣਾ ਹੁਣ ਵੀ ਮੈਂ। ਬੜੀ ਦੂਰੋਂ ਲੋਕ ਪਏ ਆਉਂਦੇ ਆ, ਅਤੇ ਲੋਕ ਜ਼ਖਮ ਲੈ ਕੇ ਅਤੇ ਬਸ ਲਾ ਦਿੰਦਾ ਬਾਬੇ ਵਾਲੀ ਮੱਲਮ। ਬਾਬੇ ਵਾਲੀ ਆ। ਫਜ਼ਲੇ ਨੇ ਕਿਹਾ। ਸੱਤਾ ਮਸਕਾ, 5-7 ਮੱਲਮ ਦੀਆਂ ਡੱਬੀਆਂ ਮੈਂ ਪਿੰਡ ਨੂੰ ਵੀ ਲੈ ਕੇ ਆਇਆ। ਮੈਂ ਮੱਲਮ ਲਾਵਾਂਗੇ ਤੁਹਾਡੇ ਪਿੰਡ 'ਤੇ। ਫਜ਼ਲੇ ਨੇ ਕਿਹਾ, ਆਪਣੇ ਪਿੰਡ 'ਤੇ। ਲੋਕ ਰੋਣ ਲੱਗ ਗਏ। ਪਤਾ ਸੀ ਉਹਦੇ ਹਾਣਦਿਆਂ ਨੂੰ, ਜਵਾਕਾਂ ਨੂੰ ਸੀ ਪਹੁੰਚ। ਫਜ਼ਲਾ ਦੇ ਕਹਿਣ 'ਤੇ ਸੱਤਾ ਹੱਸ ਪਿਆ, ਕਹਿੰਦਾ 5-7 ਡੱਬੀਆਂ ਨਾਲ ਕੀ ਬਣਨਾ, ਜ਼ਖਮਾਂ ਨਾਲ ਦਿਲ ਭਰੇ ਪਏ ਨੇ। ਗੁਰੂ ਘਰ 'ਤੇ ਹਮਲਾ, ਦਿੱਲੀ ਦੀ ਕਤਲੋ ਗਾਰਤ, ਨਿਰਦੋਸ਼ ਹਿੰਦੂਆਂ ਦੇ ਕਤਲ, ਝੂਠੇ ਪੁਲਿਸ ਮੁਕਾਬਲੇ। ਫਜ਼ਲਿਆ ਮੱਲਮ ਬਣਾਉਂਦਾ ਤੂੰ ਥੱਕ ਜਾਣਾ, ਪੰਜਾਬ ਤਾਂ ਅੰਬਿਆ ਪਿਆ। ਸੂਰਜ ਦੂਜੇ ਦਿਨ ਉੱਗਣ ਤੋਂ ਪਹਿਲਾਂ ਫਜ਼ਲਾ ਘਰੋਂ ਨਿਕਲਿਆ। ਹਰ ਘਰ ਦਾ ਮਹਿਮਾਨ ਸੀ। ਹਰ ਘਰ ਨੇ ਤੇਲ ਚੁਆ ਕੇ ਫਜ਼ਲਾ ਅੰਦਰ ਵਾੜਿਆ। ਫਜ਼ਲੇ ਜਿੱਧਰ ਵੀ ਜਾਂਦੇ, ਵਾਹ ਸਮਿਆਂ ਤੇਰੇ ਰੰਗ। ਫਜ਼ਲਾ ਨਾਰੂ ਨੰਗਲ ਨੂੰ ਦੇਖਦਾ।
ਕਰਮੂ ਸੈਣੀ ਹਟਕੋਰੇ ਭਰਨ ਲੱਗਿਆ। ਮਾਫ ਕਰੀ, ਬਸ ਸਮਿਆਂ ਤੇ ਦੁੱਖਾਂ ਦੀਆਂ ਮਜਬੂਰੀਆਂ ਸੀ। ਮੈਂ ਆਖਰੀ ਸਮੇਂ ਤੈਨੂੰ ਕੁਛ ਨਹੀਂ ਬੋਲ ਸਕਿਆ ਫਜਲਿਆ, ਮੈਂ ਕੱਖ ਨਹੀਂ ਕਰ ਸਕਿਆ। ਫਜਲੇ ਨੇ ਕਿੰਨੇ ਕੁ ਦਿਨਾਂ ਬਾਅਦ ਪਿੱਛੋਂ ਮੁੜੇ ਸੀ ਫੇ ਉਦੋਂ ਦੂਜੇ ਦਿਨ। ਦੇਖ ਲਾ ਕਰਮਾ, ਅਸੀਂ 40 ਸਾਲ ਕੱਟ ਲਏ, ਬਸ ਮੈਂ ਜਾਂ ਮੇਰਾ ਰੱਬ ਹੀ ਜਾਣਦਾ ਫਜਲੇ ਦਾ ਗੱਚ ਭਰਿਆ ਆ। ਰਾਤ ਜਦੋਂ ਸੱਤਾ ਦੇ ਫਜਲਾ ਲੰਮੇ ਪਏ ਤਾਂ ਫਜਲਾ ਕਹਿੰਦਾ, ਸਤਿਆ ਗੱਲ ਕਿਹੜੀ ਸੀ ਜਿਹਦੇ ਤੋਂ ਜਾਨ ਤੋਂ ਪਿਆਰੇ ਮਿੱਤਰਾਂ ਨੂੰ ਜਾਨ ਦੇ ਦੁਸ਼ਮਣ ਬਣਾਤਾ? ਬੱਸਾ ਸੱਤਾ ਕਹਿੰਦਾ, ਕੰਮ ਅਖਲੀ ਆਖ ਲੈ, ਕਈ ਚੀਜ਼ਾਂ ਹੀ ਰਲ ਜਾਂਦੀਆਂ ਜਦੋਂ ਬੰਦੇ ਦੀ ਬੁੱਧੀ ਭ੍ਰਿਸ਼ਟ ਹੋਣੀ ਹੈ। ਐਂ ਕਰ, ਤੂੰ ਆਪਣੇ ਬਾਰੇ ਦੱਸ, ਤੂੰ ਕਿਉਂ ਤੁਰ ਗਿਆ ਸੀ ਛਵੀਆਂ ਚੰਡਣ ਜਦ ਤੇਰਾ ਹੱਥ ਨੁੱਚੜਦਾ ਸੀ? ਸੱਤਾ ਤੁਰ ਤੱਕ ਕੰਬ ਗਿਆ। ਮੈਂ ਯਾਰ ਇਹ ਨਹੀਂ ਗੱਲ ਕਰਨੀ ਬਸ। ਅੱਛਾ ਇਉਂ ਤਾਂ ਦੱਸ, ਨਫੀਸਾ ਹੈਗੀ ਹੈ? ਦੂਜੇ ਦਿਨ ਅੱਖਾਂ ਖੁੱਲਦੇ ਫਜਲੇ ਸੱਤੇ ਨੂੰ ਪੁੱਛ, ਮੀਆਂ ਦਾ ਸਾਰਾ ਪਰਿਵਾਰ ਮਾਰਿਆ ਗਿਆ ਸੀ ਤੇ ਨਫੀਸਾ ਹੈਗੀ ਆ, ਚੱਬੇ ਵਾਲ ਵਸਦੀ ਹੈ ਇੱਕ ਜੱਟ ਦੇ। ਸੱਤੇ ਨੇ ਸਹਿਜ ਪਰ, ਉਹ ਸੱਤਿਆ ਮੈਂ ਮਿਲਣਾ ਚਾਹੁੰਦਾ ਨਫੀਸਾ ਨੂੰ। ਸੱਤੇ ਨੇ ਆਪਣੇ ਪੁੱਤ ਮੋਲਕ ਸਿੰਘ ਨੂੰ ਆਵਾਜ਼ ਮਾਰ ਕੇ ਕੋਲ ਵਾੜਿਆ। ਮੋਲਕ ਚੱਬੇ ਵਾਲ ਨੇੜਲੇ ਸਕੂਲ 'ਚ ਪੜ੍ਹਦਾ। ਕਾਕਾ ਧਿਆਨ ਨਾਲ ਸੁਣ, ਇੱਧਰ ਆ ਓਏ। ਚੱਬੇ ਵਾਲ ਦੇ ਲਹਿੰਦੇ ਪਾਸੇ ਚੌਧਰੀ ਸਰਦਾਰੇ ਦੇ ਘਰ ਕੋਲ, ਜਿੱਥੇ ਪੰਡਤਾਂ ਦੀ ਛੱਤੀ ਹੋਈ ਖੂਹੀ ਆ, ਉਹਦੇ ਸੱਜੇ ਹੱਥ ਡੇਰੇ ਵਾਲੇ ਘਰ ਜਾਣਾ। ਮਿੰਦਰ ਜੱਟ ਦਾ ਘਰ ਆ, ਉਹਦੇ ਘਰੋਂ ਆ ਨਫੀਸਾ। ਇਹ ਪਿੰਡ ਦੀ ਧੀ ਹੈ। ਉਹਨੂੰ ਦੱਸੀ ਫਜ਼ਲਾ ਆਇਆ ਹਕੀਮਾਂ ਦਾ, ਪਾਕਿਸਤਾਨ ਤੈਨੂੰ ਮਿਲਣਾ ਦਾ, ਸਾਈਕਲ ਤੇ ਬਿਠਾ ਦੇ। ਪੁੱਤ ਸਮਝਾਉਂਦਾ ਰਿਹਾ ਫਜ਼ਲਾ, ਅੱਖ ਬੰਦ ਕਰਕੇ ਅਤੀਤ ਬਾਰੇ ਪਰਤਦਾ ਰਿਹਾ। ਖਿੜਕੀ ਤੋਂ ਝਾਕਦਾ ਖੂਬ ਚਿਹਰਾ, ਥੱਪੜਾਂ ਦੀ ਗੂੰਜ, 47 ਦੀ ਕਤਲੋਗਾਰਤ, ਨਾਰੂ ਨੰਗਲ ਤੇ ਹਵੇਲੀ ਵੱਲ ਦੇਖਦਾ। ਦੁਪਹਿਰੋਂ ਬਾਅਦ ਦੱਸੀਆਂ ਨਿਸ਼ਾਨੀਆਂ ਤੇ ਮੋਲਕ ਤਰੇਕ ਵਾਲੇ ਘਰ 'ਚ ਜਾ ਵੜਿਆ। ਤਰੇਕ ਦੇ ਛਾਵੇਂ ਟੱਠੇ ਮੰਜੇ ਤੇ ਬਜ਼ੁਰਗ ਆਦਮੀ ਬਿਮਾਰ ਵਾਂਗੂ ਪਿਆ ਸੀ। ਨੇੜਲੀ ਮੰਜੀ ਤੇ ਬੈਠੀ ਔਰਤ ਨੂੰ ਪੱਖੀ ਜਾ, ਕੌਣ ਆਵੇ ਭਾਈ? ਉੱਚੀ ਲੰਮੀ ਤਿੱਖੇ ਨੈਣ ਨਕਸ਼, ਮੋਟੀਆਂ ਨੀਲੀਆਂ ਅੱਖਾਂ, ਗੋਰੇ ਨਿਸ਼ੋ ਨੰਗ, ਗੱਠਵੇਂ ਸਰੀਰ ਦੀ ਕੋਈ 55 ਸਾਲ ਦੀ ਔਰਤ ਦਰ ਤੇ ਖੜੀ। ਤੁਹਾਡਾ ਨਾਂ ਨਫੀਸਾ ਬੀਬੀ ਜੀ? ਅਮੋਲਕ ਨੇ ਕਿਹਾ, ਨਾ ਪੁੱਤਰਾ, ਮੈਂ ਤਾਂ ਜੋਗਿੰਦਰ ਕੌਰ ਹਾਂ। ਨਫੀਸਾ ਤਾਂ ਪਿਛਲੇ 40 ਸਾਲਾਂ ਤੋਂ ਕਾਬਜ਼ ਹੋਈ। ਜੋਗਿੰਦਰ ਕੌਰ ਤੇ ਬੋਲਦੇ, ਮੈਂ ਨਾਰੂ ਨੰਗਲੋਂ ਤੋਂ ਆਇਆ, ਸੁਨੇਹਾ ਲੈ ਕੇ। ਘਰ ਤਾਂ ਇਹੀ ਦੱਸਿਆ ਜੀ। ਚੰਗਾ, ਮੈਂ ਮਾਫ ਕਰਦਾ। ਅਮੋਲਕ ਤੁਰਨ ਲੱਗਿਆ। ਨਾ ਆ ਜਾ ਪੁੱਤ, ਚੁੰਨੀ ਨਾਲ ਅਥਰੂ ਪੂੰਝਦੀ ਕਿਹਾ, ਤੂੰ ਸੁਨੇਹਾ ਦੇ ਪੁੱਤਰਾ, ਮੈਂ ਉਹੀ ਹਾਂ ਜਿਹਦਾ ਨਾਂ ਨਾ ਲਈ। ਹੁਣ ਪਾਕਿਸਤਾਨੋਂ ਫਜ਼ਲਾ ਚਾਚਾ ਆਇਆ ਹਕੀਮਾਂ ਦਾ, ਤੁਹਾਨੂੰ ਮਿਲਣਾ ਚਾਹੁੰਦਾ। ਔਰ ਦਾ ਸਿਰ ਚੱਕਰਾ ਗਿਆ, ਡਿੱਗਣੋਂ ਬਚੀ। ਆ ਜਾ ਪੁੱਤ, ਤੂੰ ਅੰਦਰ ਵੜ, ਬਾਹਰ ਕਾਹਤੋਂ ਖੜਾ? ਆ ਜਾ ਬੈਠ। ਕੌਣ ਆ ਜਿੰਦਰ ਖੁਰੇ? ਬਜ਼ੁਰਗ ਨੇ ਆਵਾਜ਼ ਕੀਤੀ। ਮੁੰਡਾ ਆਇਆ ਨਾਰੂ ਨੰਗਲੋਂ, ਮੇਰਾ ਵੀਰ ਆਇਆ ਪਾਕਿਸਤਾਨ, ਉਹਦਾ ਗੱਚ ਪਰ। ਅੱਛਾ, ਤੇਰਾ ਭਰਾ? ਤੂੰ ਦੱਸਿਆ ਨਹੀਂ? ਨਹੀਂ, ਪਿੰਡੋਂ ਆਇਆ, ਸਹੇਲੀਆਂ ਦਾ ਭਰਾ ਫਜ਼ਲਦੀਨ ਹਕੀਮਾਂ ਦਾ। ਔਰਤ ਵਿਚਲੀ ਜੋਗਿੰਦਰ ਕੌਰ ਤੇ ਨਫੀਸਾ ਦੋਨੇ ਉਲਝ ਰਹੇ। ਯਾਦ ਆਇਆ, ਕਰਮਦੀਨ ਦਾ ਮੁੰਡਾ, ਦੇਵਤਾ ਬੰਦਾ ਸੀ ਕਰਮਦੀਨ। ਉਹਦੇ ਸਭ ਤੋਂ ਵੱਧ ਛਵੀਆਂ ਮੈਂ ਮਾਰੀਆਂ ਸੀ ਉਹਦੇ। ਇਹ ਦੇਖ ਕੇ ਉਹ ਮੋਲਕ ਤੇ ਨਿਗਾਹ ਸੀ। ਦੇਖ ਲਾ ਮੁੰਡਿਆ, ਅੱਜ ਮੰਜੇ ਤੇ ਪਿਆ, ਮਿੱਟੀ ਦਾ ਢੇਰ ਹੋ ਕੇ, ਕਦੇ ਹਵਾ 'ਚ ਉੱਡਦੇ ਫਿਰਦੇ ਸੀ। ਤੇਰੇ ਪਿੰਡ ਮੈਨੂੰ ਇੱਕੋ ਬਾਂਹ 'ਚ ਇਹਨੂੰ ਮੈਂ ਲਿਆਇਆ ਸੀ ਚੱਕ ਕੇ ਘੋੜੀ ਤੇ ਸੁੱਟ ਕੇ। 100 ਪਿੰਡਾਂ 'ਚ ਇਹਦੇ ਅਰਗੀ ਨਹੀਂ ਸੀ ਕੋਈ। ਸੋਚਿਆ ਸੀ ਮਜ਼ਾ ਲੁੱਟ ਕੇ ਗਾਹਾਂ ਤੁਰਾਂਗੇ, ਪਰ ਨਾ, ਇਹ ਨਹੀਂ ਤੁਰੀ। ਫਿਰ ਜਾਨੂੰ ਉਹ ਪਾਣੀ ਲੈ ਕੇ ਆ ਗਈ। ਬਸ ਕੱਖ ਨਹੀਂ ਹੈ, ਪਰ ਸਾਰਾ ਕੁਛ ਉੱਜੜ ਗਿਆ। ਉਜਾੜ ਕੇ ਆਵਾਜ਼ ਨਹੀਂ ਕੋਈ ਪੁੱਤਰਾ ਹੋ ਸਕਦਾ। ਦੇਖ ਲਾ, ਸਾਡਾ ਘਰ ਲੁੱਟੀਆਂ ਸ਼ਹਿਆਂ 'ਚੋਂ ਜਿੰਦਰ ਕੌਰ ਨੇ ਵਫਾ ਕੀਤਾ, ਸਭ ਕੁ ਗਿਆ। ਮੁੰਡਾ ਸੀ ਜਵਾਨ, ਉਹ ਮਰ ਗਿਆ। ਬਸ ਥੱਲੇ ਆ ਗਿਆ। ਜਵਾਕ ਦੀ ਆਵਾਜ਼ ਸੁਣਨ ਨੂੰ ਤਰਸ ਗਏ। ਬਜ਼ੁਰਗ ਦਾ ਗੱਚ ਭਰਿਆ ਸਿਰ ਕੰਬਣ ਲੱਗਿਆ। ਔਰਤ ਕੋਲ ਆ ਕੇ, ਸਰਦਾਰ ਜੀ, ਤੇ ਤੁਸੀਂ ਆਖੋ ਜਾਇਆ ਵਾ, ਫਿਰ ਜਾ ਮਿਲਿਆ। ਬਜ਼ੁਰਗ ਤੋਂ ਇਜਾਜ਼ਤ ਲੈ ਕੇ ਔਰਤ ਮੁੜ ਦਲਾਨ ਨੂੰ ਗਈ, ਤਿਆਰ ਹੋ ਗਈ। ਤੁਰਨ ਵੇਲੇ ਬਜ਼ੁਰਗ ਨੇ ਕਿਹਾ ਮੋਲਕ ਨੂੰ, ਮੋਲਕ ਪੁੱਤ, ਦੇਖੀ ਮੈਂ ਕੀੜੇ ਪੈ ਕੇ ਮਰਨਾ। ਕੀੜੇ, ਘੁੱਗੀ ਦਾ ਆਲਣਾ ਆਹ ਉੱਪਰ ਆ ਦੇਖ, ਇਹਦੇ ਤੇ ਕਾਂ ਹਮਲੇ ਕਰਦਾ ਹਰ ਰੋਜ਼। ਮੈਂ ਕਾਂ ਨੂੰ ਹਮਲਾ ਨਹੀਂ ਕਰਨ ਦਿੰਦਾ, ਇਹ ਆਂਡੇ ਪੀਣ ਨੂੰ ਫਿਰਦਾ। ਪਰ ਮੈਂ ਵੀ ਮਰ ਕੇ ਕਾਂ ਹੀ ਬਣਨਾ। ਮਿੰਦਰ ਚੱਬੇ ਵਾਲੀ ਨੇ ਕਿਹਾ, ਜਾ ਜਿੰਦਰ ਕੁਰੇ, ਇੱਕ ਤਾਂ ਫਜ਼ਲੇ ਤੋਂ ਮਾਫੀ ਮੰਗੀ, ਦੂਜਾ ਨੂੰ ਆਖੀ ਕਿ ਜਦ ਤੁਸੀਂ ਕਰ ਗਏ ਹੋ, ਜਦ ਦੇ ਤੁਰੇ ਹੋ, ਉਦੋਂ ਦਾ ਸਹੁਰੇ ਦੇ ਜ਼ਖਮਾਂ ਤੇ ਅੰਗੂਰ ਹੀ ਆਉਣਾ ਭੁੱਲ ਗਿਆ। ਨਾਰੂ ਨੰਗਲ 'ਚ ਜਾਂਦਾ ਸਾਈਕਲ ਪਿੱਛੇ ਬੈਠੀ ਨਫੀਸਾ, ਜਿਹੜੀ ਜੋਗਿੰਦਰ ਕੌਰ ਬਣ ਗਈ, ਮੂਹਰੇ ਜਦ ਫਜ਼ਲੇ ਨੇ ਦੇਖਿਆ, ਤਾਂ ਕਰਕੇ ਜੱਫੀਆਂ ਪਈਆਂ। ਸਾਰਾ ਨਾਰੂ ਨੰਗਲ ਰੋ ਰਿਹਾ ਸੀ। ਦੇਖ ਲਾ ਵੀਰਾ, ਇਹ ਕਹਿ ਕੇ ਮੋਢੇ ਤੇ ਸਿਰ ਰੱਖ ਕੇ ਨਫੀਸਾ ਨੇ ਤਾਹ ਮਾਰੀ, ਜੋ ਅੱਲਾ ਨੂੰ ਮਨਜ਼ੂਰ, ਹੌਸਲਾ ਰੱਖ। ਫਜ਼ਲੇ ਨੇ ਦਿਲਾਸਾ ਦੇ ਕੇ, ਬਾਂਹ ਦਾ ਸਾਰਾ ਦੇ ਕੇ ਮੰਜੇ ਪਏ।
ਕਿਹੜਾ ਅੱਲਾ, ਮੈਥੋਂ ਤਾਂ ਅੱਲਾ ਵੀ ਖੋਹ ਲਿਆ ਵਕਤਾਂ ਨੇ। ਰੋਣ ਲੱਗ ਪਈ। ਸੱਤੇ ਦੀ ਘਰ ਵਾਲੀ ਨੇ ਪਾਣੀ ਦਾ ਗਲਾਸ ਲਿਆਂਦਾ। ਨਿੱਕੀਆਂ ਗੱਲਾਂ ਨਿਕਲ ਚ ਗੱਲਾਂ ਚੱਲ ਪਿਆ। ਫੇਰ ਵੀ ਚੰਗਾ ਨਿਕਲਿਆ ਵੀਰਾ, ਥਾਂ ਕਥਾਂ ਨਹੀਂ ਰੋਲਿਆ, ਪੂਰਾ ਮਾਣ ਦਿੱਤਾ। ਹੁਣ ਮੰਜੇ ਤੇ ਪਿਆ, ਲੱਤ ਤੇ ਜੜਾਂ ਵਾਲਾ ਫੋੜਾ ਨਿਕਲਿਆ, ਵਿਗੜਦਾ ਹੀ ਗਿਆ। ਉਹਨੂੰ ਕੁਛ ਨਾ ਹੋਵੇ ਵੀਰਾ, ਮੇਰਾ ਸੁਹਾਗ ਹੈ। ਨਫੀਸਾ ਜਿਹੜੀ ਜੋਗਿੰਦਰ ਕੌਰ ਬਣੀ ਬੈਠੀ। ਫਜ਼ਲਾ ਉੱਠ ਕੇ ਗਿਆ ਆਪਣੇ ਟੈਚੀ ਚੋਂ ਮੱਲਮ ਦੀ ਡੱਬੀ ਲਿਆ ਖੜ ਕੇ, ਲੈ ਨਫੀਸਾ ਲਾ ਦੀ 2 ਵਾਰ, ਦੇਖੀ ਆਰਾਮ ਨੂੰ, ਕਹੇ ਤਾਂ ਮੈਂ ਕੱਲ੍ਹ ਨੂੰ ਗੇੜਾ ਮਾਰ। ਨਾ ਵੀਰਾ ਤੂੰ ਨਾ ਹੀ ਘਰੇ, 40 ਸਾਲ ਹੋ ਗਏ ਮੈਨੂੰ ਨਫੀਸਾ ਤੋਂ ਜੱਟੀ ਬਣ ਕੇ ਰੜਕ ਨਾਲ ਰਹਿੰਦਿਆਂ। ਜਦ ਤੂੰ ਆ ਗਿਆ ਤਾਂ ਮੈਂ ਜੱਟੀ ਜੋਗਿੰਦਰ ਕੌਰ ਤੋਂ ਨਫੀਸਾ ਜਦੇ ਬਣ ਜਾਣਾ। ਤੁਰਨ ਲੱਗੀ ਨਫੀਸਾ ਨੂੰ 11 ਰੁਪਈਏ ਦੇ ਕੇ ਫਜ਼ਲੇ ਨੇ ਮਾਣ ਦਿੱਤਾ। ਵੀਰਾ ਕਿਸੇ ਨੂੰ ਨਾ ਦੱਸੀ ਮੈਂ ਜਿਉਂਦੀ ਹਾਂ, ਕਬਰੀ ਪਏ ਅੱਬਾ ਦੀ ਹੱਥ ਕਹੂ। ਤੁਰੀ ਜਾਂਦੀ ਨਫੀਸਾ ਜੋਗਿੰਦਰ ਕੌਰ ਨੇ ਆਪਣੀ ਹਵੇਲੀ ਵੇਖੀ, ਜਿੱਥੇ ਘੋੜੀਆਂ ਹਿਣਕਦੀਆਂ, 20 ਨੌਕਰ ਫਿਰਦੇ, ਸਾਰਾ ਪਿੰਡ ਖੂਹ ਤੋਂ ਪਾਣੀ ਭਰਨ ਆਉਂਦਾ। ਚੁੰਨੀ ਦੇ ਲੜ ਮੱਲਮ ਬੱਧ ਲਈ, ਜਾ ਕੇ ਮੱਲਮ ਲਾ ਦਿੱਤੀ। ਜ਼ਖਮ ਠੀਕ ਹੋਣ ਲੱਗ ਗਿਆ। ਤੇ ਦਿਨ ਤੁਰਦੇ ਗਏ। ਫਜ਼ਲਾ ਜਿਹੜਾ ਇੱਕ ਦਿਨ ਮੀਏ ਦੀ ਹਵੇਲੀ 'ਚ ਗਿਆ, ਉਹਦੇ ਪੈਰ ਰੁਕੇ ਜਿੱਥੇ ਖੜ ਕੇ ਨਫੀਸਾ ਦੇ ਪਿਆਰ ਨੂੰ ਪਹਿਲੀ ਵਾਰ ਉਹਨੇ ਦੇਖਿਆ। ਮੀਏ ਨੇ ਥੱਪੜ ਹੋਏ ਤੇ ਬਾਪੂ ਜੀ ਬਾਹਰ ਆਇਓ, ਬਾਬਾ ਜੀ ਆਏ ਨੇ ਪਾਕਿਸਤਾਨ ਵਾਲੇ। ਨਜ਼ਰ ਉਠਾਈ ਤਾਂ ਖਿੜਕੀ ਸੰਤਾ ਸਿਉਂ ਦੀ ਪੋਤੀ ਖੜੀ ਸੀ। ਖਿੜਖੜਾ ਕੇ ਹੱਸ ਪਈ, ਪਤਾ ਨਹੀਂ ਕੁੜੀ ਦੀ ਗੱਲ ਤੇ ਜਾਂ ਵਕਤ 'ਤੇ ਬਹਿਣ ਤੋਂ। ਉਹ ਤੇ ਸੰਤਾ ਸਿੰਘ ਦੁਪਹਿਰ ਤੱਕ ਆਰ ਪਾਰ ਦੀਆਂ ਗੱਲਾਂ ਕਰੀ ਗਏ, ਨਸੀਬਾਂ ਦੀਆਂ ਖੇਡਾਂ ਦੀਆਂ ਗੱਲਾਂ ਕਰੀ ਗਏ। ਤੇ ਸੰਤੇ ਕੋਲ ਹਾਂਸਾ, ਜਦ ਨੂੰ ਮੁੜ ਕੇ ਆਇਆ ਸੱਤੇ ਕੋਲ ਹਾਂਸਾ ਬਾਹਮਣ ਬੈਠਾ ਸੀ, ਜਿਹੜਾ ਪੰਜਾਬ 'ਚ ਖਾੜਕੂਬਾਦ ਕਰਕੇ ਪਿੰਡ ਛੱਡ ਕੇ ਨੇੜੇ ਦੇ ਸ਼ਹਿਰ ਬਸ ਗਿਆ। ਗੁੱਸਾ ਬਹੁਤ ਸੀ ਹਾਂਸੇ ਦੇ ਕੋਲ। ਹਿੰਦੁਸਤਾਨ ਦੀ ਹਿੰਦੂ ਸਟੇਟ, ਪਾਕਿਸਤਾਨ ਦੀ ਮੁਸਲਿਮ ਸਟੇਟ ਵੰਡ ਦੇ ਆਧਾਰ 'ਤੇ ਗੱਲ ਹੋ ਗਈ। ਆਪਣੇ ਹਿੰਦੁਸਤਾਨ 'ਚੋਂ ਹਜ਼ਾਰਾਂ ਮੁਸਲਮਾਨ ਭੇਜੇ, ਕਤਲ ਕੀਤੇ। ਫਜ਼ਲੇ ਨਾਲੋਂ 4-5 ਸਾਲ ਵੱਡਾ ਸੀ। ਹਾਂਸੇ ਨੇ ਵੀ ਬੰਦੇ ਮਾਰੇ। ਫਜ਼ਲੇ ਉਹਨੂੰ ਪਛਾਣਿਆ ਨਾ, ਜੱਫੀ ਪਾਈ, ਪਰ ਹਾਂਸੇ ਦੀ ਬਾਂਹ ਦੇ ਵਿੱਚ ਤਵਾਕ ਨਹੀਂ ਸੀ, ਫਜ਼ਲੇ ਦੀ ਬਾਂਹ 'ਚ ਪਿਆਰ ਸੀ। ਬੜੇ ਖੁਸ਼ ਹੋ ਤੁਸੀਂ ਆਪਣੇ ਦੇਸ਼ 'ਚ? ਹੁਣ ਹੰਸਰਾਜ ਪਹਿਲਾਂ ਹੀ ਬੋਲੇ। ਸਾਰੇ ਪਾਸੇ ਲੀਡਰ ਰੁਕੀ ਜਾਂਦੇ ਆ। ਹੰਸਰਾਜ ਕਾਹਦੇ, ਅਸੀਂ ਵੀ ਦੁਖੀ ਹਾਂ, ਤੁਸੀਂ ਵੀ ਦੁਖੀ ਹੋ। ਤੁਸੀਂ ਪੰਜਾਬ ਤੇ ਕਸ਼ਮੀਰ 'ਚ ਬਹੁਤ ਅੱਤ ਚੱਕੀ ਹੈ। ਹੰਸਾ ਬੋਲਿਆ। ਪੰਡਿਤ ਜੀ ਕੋਈ ਹੋਰ ਗੱਲ ਕਰੋ, ਘਰੇ ਆਇਆ ਬੰਦਾ। ਹੋਰ ਗੱਲ ਕਾਹਦੀ? ਅਸੀਂ ਘਰੋਂ ਬੇਘਰ ਹੋਏ ਪਿਆ, ਹਾਲੇ ਵੀ ਲੈ ਜਾਓ। ਇਹ ਆਪਣੇ ਦੇਸ਼ ਦੇ ਇੱਥੋਂ ਸਾਰੇ ਮੁਸਲਮਾਨ, ਇਹਨਾਂ ਤਰੱਕੀ ਨਹੀਂ ਹੋਣ ਦੇਣੀ। ਮੈਂ ਫਖਰ ਨਾਲ ਕਹਿਣਾ ਮੈਂ ਮੁਸਲਮਾਨ ਮਾਰੇ ਆ। ਮੈਂ ਤੈਨੂੰ ਇਹ ਸੁਨੇਹਾ ਦੇਣ ਲਈ ਦੁਪਹਿਰ ਦਾ ਰੁਕਿਆ ਬੈਠਾ। ਮੇਰੀ ਗੱਲ ਸਮਝ ਲਓ, ਪਾਣੀ ਦੇ ਸੋਟਾਂ ਮਾਰਿਓ, ਟਰੂਨਗਾਂ ਦੇਣੀਆਂ ਬੰਦ ਕਰ ਦਿਓ ਤੁਸੀਂ। ਹਾਂਸੇ ਦੇ ਵਿੱਚੋਂ ਕੱਟੜਵਾਦੀ ਹਿੰਦੂ ਬੋਲ ਰਿਹਾ ਸੀ। ਸੱਤ ਨੇ ਰੋਕਦਿਆਂ ਤੇ ਧੌਣ ਅਖੜਾ ਕੇ ਫਜ਼ਲੇ ਨੂੰ ਘੂਰਦਿਆਂ ਬੋਲਿਆ, ਚੰਗੇ ਭਲੇ ਸੀ ਜਦੋਂ ਦਾ ਪਿੰਡ ਛੁੱਟਿਆ ਉਦੋਂ ਦੇ ਰਹਿ ਗਿਆ ਸੀ, ਤਾਂ ਤੁਸੀਂ ਤਾਂ ਬਣਾ ਲਿਆ ਪਾਕਿਸਤਾਨ, ਤੇ ਫਿਰ ਇੱਥੇ ਲੈਣ ਕੀ ਆਉਨੇ ਹੋ? ਅਮੋਲਕ ਨੇ ਮੁੱਛ ਨੂੰ ਹੋੜਾ ਦੇ ਕਹਿੰਦਾ, ਚਾਚਾ ਤੂੰ ਪਿੰਡ ਕੀ ਲੈਣ ਆਉਣਾ ਹੈ? ਹਾਂਸਾ ਚੇਪ ਮੰਨ ਗਿਆ। ਫਜ਼ਲਾ ਚੁੱਪ ਰਿਹਾ। ਗੱਲਾਂ ਕਰਦੇ ਉਹਦੀ ਗੱਲ ਨਾ ਕੀਤੀ। ਫਜ਼ਲੇ ਨੇ ਸੱਤਿਆ ਧੰਨਾ ਹੈਗਾ ਭਲਾ? ਹੈਗਾ, ਪਰ ਹੋਇਆ ਨਾਲ ਦਾ ਹੀ ਹੈ। ਇੱਕ ਦਿਨ ਹਸਪਤਾਲ ਵੇਖਿਆ, ਭਤੀਜੇ ਲੈ ਕੇ ਆਏ ਸੀ, ਗੱਡੇ ਤੇ ਪਾ ਕੇ, ਪਿੰਡਾ ਜ਼ਖਮਾਂ ਨਾਲ ਭਰਿਆ ਪਿਆ, ਕੀੜੇ ਪਏ ਪਏ ਨੇ। ਦਿੱਲੀ ਚਲੇ ਗਿਆ ਸੀ, ਦਿੱਲੀੋਂ ਉੱਜੜ ਕੇ ਆਇਆ 84 'ਚ। ਕੱਚੀ ਦੋਨੇ ਹੀ ਦੋਸਤ ਲਹਿਲੀ ਨੂੰ ਤੁਰ ਪਏ ਧੰਨੇ ਨੂੰ ਮਿਲਣ। ਨੰਗੇ ਜਾਂਦੇ ਸੀ, ਮਰਾਸੀਆਂ ਦੇ ਨਕਲਾਂ ਕਵਾਲਾਂ ਦੇ ਮੁਕਾਬਲੇ, ਚਿਰਾਗਾਂ ਦਾ ਮੇਲਾ, ਤਕੀਏ ਦੇ ਕੋਲ ਦੀ ਲੰਘੇ, ਸੜਕੇ ਪੈ ਗਏ। ਸੱਤਿਆ ਇੱਥੇ ਅੰਬਾਂ ਦਾ ਝੁਰਮਟ ਹੁੰਦਾ ਸੀ ਯਾਰ, ਯਾਦ ਆ ਤੇਰੇ? ਹਾਂ ਯਾਰ, ਜਦ ਆਪਾਂ ਭੱਜ ਕੇ ਇੱਥੇ ਲੁਕਦੇ ਸੀ। ਜਾ ਕੇ ਸਿੱਧੇ ਧੰਨੇ ਦੇ ਪੁਰਾਣੇ ਘਰ 'ਚ ਅੰਦਰ ਵੜ ਗਏ। ਤੇ ਜਾਂ ਅੰਦਰ ਲੰਘੇ ਦਲਾਨ 'ਚ ਵੱਡੇ ਵੱਡੇ ਪਾਵਿਆਂ ਵਾਲੇ ਨਵਾਰੀ ਮੰਜੇ ਤੇ ਹੱਡੀਆਂ ਦੀ ਮੁੱਠ ਹੋਇਆ ਬੰਦਾ ਟੇਢਾ ਪਿਆ। ਓ ਜੱਟਾ! ਫਜ਼ਲੇ ਨੇ ਪਾਵੇ ਤੇ ਹੱਥ ਧਰ ਕੇ ਬੋਲੇ, ਇਹ ਕੀ ਪਿਆ ਮਰੀਆਂ ਵਾਂਗੂ? ਉੱਠ ਕੇ ਬੈਠ ਤੇ ਛੱਡ ਜਕਾਰਾ। ਫਜ਼ਲੇ ਨੇ ਕਿਹਾ। ਧੰਨੇ ਨੇ ਦੇਹ ਨੂੰ ਸਿੱਧੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਦੁੱਖ ਬਹੁਤ ਸੀ। ਸਿਆਣਿਆ ਨਹੀਂ ਮੈਂ ਤੈਨੂੰ, ਉਹਨੇ ਸਿਰ ਤੇ ਝੁਕੇ ਨੂੰ। ਸਾਨੂੰ ਲਾਗੀਆਂ ਨੂੰ ਕਾਹਤੋਂ ਸਿਆਣਦਾ ਨੂੰ ਢੁੱਡ ਰਕਾਵਾਂ? ਜਮਾਤੀਆਂ ਨੇ ਫਜ਼ਲੇ ਦੀ ਅੱਗ ਹੱਲ ਲਾਗੀ ਤੇ ਧੰਨੇ ਦੀ ਢੁੱਡ ਰਕਾਵ ਪਾਈ। ਦੋਨੇ ਯਾਰ ਸੀ ਸਕੂਲ ਦੇ। ਕਿਹੜੇ ਪਿੰਡੋਂ ਆ ਭਾਈ? ਫਿਰ ਧੰਨੇ ਨੇ ਕਿਹਾ, ਨਾਰੂ ਨੰਗਲ ਤੋਂ ਆਇਆ ਜੱਟਾ, ਦੱਸ ਤੂੰ ਸੁਣਿਆ ਕਦੇ ਪਿੰਡ? ਫਜ਼ਲੇ ਦੀਆਂ ਅੱਖਾਂ 'ਚ ਹੈਂ? ਧੰਨੇ ਦੀਆਂ ਡੂੰਘੀਆਂ ਡਰੀਆਂ ਬਰਾਂਜੀਆਂ ਅੱਖਾਂ। ਫਜ਼ਲਿਆ ਤੂੰ, ਇੰਨਾ ਕਹਿ ਕੇ ਲੇਰ ਅਸਮਾਨੀ ਚੜ੍ਹ ਗਈ। ਫਜ਼ਲਾ ਵੀ ਭੁੱਬੀ ਰੋਵੇ, ਸੱਤਾ ਵੀ, ਧੰਨਾ ਵੀ। ਹੋਸ਼ ਕਰ ਯਾਰ, ਕੋਈ ਗੱਲ ਗੁੱਲ ਕਰੋ। ਸੱਤੇ ਨੇ ਗੱਲ ਬਦਲੀ। ਧੰਨਾ ਮੈਲੀ ਪੱਗ ਦੇ ਲੜ ਨਾਲ
अथरू पूंज रहा जाता कमाला हो गया मैं तो पल्ला अड्ड के माफिया मंगदा फजला जुत्तियां मार मेरे सिर ते धन्ना लेलड़ियां कट्टे घर बार दी सुनाबा घर तेरे सामने आ धी रंडी हो के घरे बैठी आ प्राहुणा गड्डी चलाउंदा सी 84 च मारता बड़ा मुंडा जेड़ा ਉਹਦੇ गल च टायर पा के मारता छोटा मुंडा नशई हो गया मैं आ पिया बस धन्ने दी धी चाह दा गलास ले चिट्टा सिर ते चुन्नी तेरा चाचा दीपो फजला पाकिस्तानों आया फजला उठे ते कुड़ी दे सिर पोड़ा मैं ते तेरा प्यो पुत्त कट्ठे पढ़दे सी कदे दस्सिया इहने चाह दियां चुस्कियां भरदे फजले दी नज़र अचानक दलान दे खूंजे पे संदूक ते पई ये तां संदूक बेबे दा मेरी मां दा मां च पहली लांगण सी जिहड़ी निम्म दा संदूक लैके आई फजले दा जेड़ा दिल पाट गया हर शै नाल ध्यान जा धन्ने दी ਜਿਹਦੇ ਮੰਜੇ ਤੇ ਬੈਠੇ ਜਦੋਂ ਨਾ ਪਾਵਿਆਂ ਤੇ ਗੱਲ ਪਈ ਤਾਂ ਸੱਜੇ ਪੈਰ ਨਾਲ ਧੰਨਾ ਪਾਵੇ ਢੱਕਣ ਦੀ ਕੋਸ਼ਿਸ਼ ਕਰ ਰਿਹਾ ਸੀ ਫਜਲੇ ਨੇ ਪਾਵੇ ਤੇ ਜੜੇ ਕੋਕਿਆਂ ਨਾਲ ਆਪਣਾ ਮੰਜਾ ਵੀ ਪਛਾਣ ਲਿਆ ਫਜਲੇ ਨੇ ਬਿਨਾਂ ਦੱਸੇ ਮੰਜੇ ਦੇ ਪਾਵੇ ਤੇ ਹੱਥ ਫੇਰਿਆ ਐ ਹੱਥ ਫੇਰ ਰਿਹਾ ਸੀ ਜਿਵੇਂ ਉਹਦਾ ਬਾਪ ਕਰਮੁਦੀਨ ਉਹਦੇ ਸਿਰ ਤੇ ਫੇਰਦਾ ਮੰਜਾ ਵੀ ਫਜਲੇ ਦਾ ਤੇ ਸੰਦੂਕ ਵੀ ਫਜਲੇ ਦੀ ਮਾਂ ਦਾ ਤੁਰਨ ਲੱਗਿਆ ਧੰਨੇ ਦੀ ਧੀ ਨੂੰ 11 ਰੁਪਏ ਦਾ ਪਿਆਰ ਦਿੱਤਾ ਕਮੀਜ਼ ਦੀ ਜੇਬ 'ਚੋਂ ਮਲਕੜੇ ਜੇ ਮੱਲਮ ਦੀ ਡੱਬੀ ਕੱਢੀ ਧੰਨੇ ਨੂੰ ਦੇਤੀ ਇਹਨੂੰ ਲਾ ਲਈਆਂ ਜ਼ਖਮ ਤੇ ਫੋੜਾ ਠੀਕ ਹੋ ਜਾਊ ਜ਼ਖਮਾਂ ਬਦਲੇ ਮੱਲਮ ਦੇ ਚੱਲਿਆ ਭੈੜਿਆ ਕਿਹੜੀ ਮੌਤ ਮਾਰ ਚੱਲਿਆ ਅੱਜ ਅੱਧੀ ਸਦੀ ਬਾਅਦ ਮਿੱਤਰਾ ਮਾਫ ਤਾਂ ਕਰਦੇ ਧੰਨੇ ਨੇ ਫੇਰ ਲੇਰ ਮਾਰੀ ਖੁਸ਼ ਰਹਿ ਧੰਨਿਆ ਤੈਨੂੰ ਇੱਕ ਨਹੀਂ 1000 ਵਾਰ ਮਾਫ ਕੀਤਾ 9 ਵਾਰ ਨਾ ਹੋ ਕੇ ਘਰ ਸੰਭਾਲ ਚੰਗਾ ਖੁਦਾ ਹਾਫਿਜ਼ ਫਜਲੇ ਨੇ ਲੰਬੇ ਪੈ ਧੰਨੇ ਦਾ ਕਲਾਵਾ ਭਰਿਆ ਤੁਰੇ ਜਾਂਦੇ ਸੱਤੇ ਨੂੰ ਕਹਿੰਦਾ ਸੱਤਿਆ ਤੇਰੀ ਐਡੀ ਵਾਕਫੀ ਹੋਊ ਧੰਨੇ ਦੀ ਧੀ ਦਾ ਰਿਸ਼ਤਾ ਕਰਾ ਹਾਂ ਕਿਤੇ ਅਗਲੀ ਸਵੇਰ ਖੈਰ ਲਵਾਣੇ ਦਾ ਮੁੰਡਾ ਸੁਰਜਨ ਟਾਂਗਾ ਲੈ ਕੇ ਆ ਗਿਆ ਸਵੇਰੇ ਬਾਹਰ ਤੁਰਨ ਨੂੰ ਖੜੇ ਫਜਲੇ ਨੇ ਅੱਜ ਜਾਣਾ ਸੀ ਪਾਕਿਸਤਾਨ ਨੂੰ ਇੱਕ ਮੁੰਡਾ ਭੱਜ ਕੇ ਹੱਥ 'ਚ ਪੱਗ ਇਹ ਧੰਨਾ ਸਿਓ ਨੇ ਭੇਜੀ ਆ ਜੀ ਲੈ ਲਿਓ ਫਜਲੇ ਨੇ ਪੱਗ ਨੂੰ ਚੁੰਮਿਆ ਕੁਝ ਪਲਾਂ ਲਈ ਸਿਰ ਤੇ ਰੱਖਿਆ ਸੋਚਿਆ ਸਾਡੀਆਂ ਇੱਜ਼ਤਾਂ ਕੱਲ੍ਹ ਵੀ ਸਾਂਝੀਆਂ ਸੀ ਅੱਜ ਵੀ ਸਾਂਝੀਆਂ ਨੇ ਮੌਲਾ ਕਰੇ ਰਹਿੰਦੀ ਦੁਨੀਆ ਤੱਕ ਰਹਿਣ ਸਿਆਲਕੋਟੀਆਂ ਨੇ ਫਜਲੇ ਨੂੰ ਰਾਹ ਵੀ ਪਾਰਲੀ ਧਰਤੀ ਤੇ ਉਹਨਾਂ ਵੱਲੋਂ ਸਜਦਾ ਕਰਨ ਲਈ ਕਿਹਾ ਫਜਲੇ ਨੇ ਸਭ ਨੂੰ ਦੁਆ ਸਲਾਮ ਕੀਤੀ ਚੰਗਾ ਬਈ ਪਿੰਡਾ ਵਸਦਾ ਰਹੇ ਨਾਰੂ ਨੰਗਲ ਮੇਰਾ ਵਸਦਾ ਰਹੇ ਇਹ ਇਲਾਕਾ ਤੇ ਕਾਸ਼ ਦਾਤਾ ਮਿਹਰ ਕਰੇ ਮਿੱਟੀ ਮੇਰੀ ਇਸ ਪਿੰਡ 'ਚ ਦਫਨ ਹੋਵੇ ਅਚਾਨਕ ਪੈਰਾਂ ਪਾੜ ਵਗੈਰਾ ਸਿਰ ਨੂੰ ਝੁਕਾ ਕੇ ਉਹਨੇ ਮਿੱਟੀ ਨੂੰ ਸਜਦਾ ਕੀਤਾ ਦੋਵੇਂ ਦੋਸਤ ਟਾਂਗੇ 'ਚ ਬਹਿ ਗਏ ਸੱਤਾ ਉਹਨਾਂ ਹੁਸ਼ਿਆਰਪੁਰ ਦੇ ਰੇਲਵੇ ਸਟੇਸ਼ਨ ਤੱਕ ਚੱਲੇ ਸੁਰਜਨ ਨੇ ਟਾਂਗਾ ਤੋਰ ਲਿਆ ਪਿੰਡ ਵਾਲਿਓ ਫਜਲਾ ਬੋਲਿਆ ਆਪਣੇ ਜਵਾਕਾਂ ਨੂੰ ਸਾਡੀ ਦਾਸਤਾਨ ਦੱਸਿਓ ਦਾਦੀ ਮਾਂ ਦੀਆਂ ਬਾਤਾਂ ਵਾਂਗੂ ਉਹਨਾਂ ਅੰਦਰ ਕਿਉਂ ਪੈਦਾ ਕਰਨੀ ਕਿਉਂ ਹੋਇਆ ਅੱਛਾ ਸੁਣਿਆ ਨਾਲੇ ਮੱਲਮ ਦਾ ਨੁਸਖਾ ਮੈਂ ਅਮੋਲਕ ਨੂੰ ਦੇ ਚੱਲਿਆ ਸਾਰਾ ਲਾਹੌਰ ਪਾਕਿਸਤਾਨ ਨੇ ਮੱਲਮ ਦਾ ਲੱਖਾਂ ਰੁਪਈਆ ਦਾ ਨੁਸਖਾ ਮੰਗਦਾ ਸੀ ਮੈਂ ਤੁਹਾਡੇ ਪੁੱਤ ਨੂੰ ਦੇ ਚੱਕਿਆ ਫਜਲੇ ਨੇ ਸ਼ਰਕਦੀਆਂ ਅੱਖਾਂ ਨਾਲ ਧੰਨਾ ਵੱਲੋਂ ਭੇਜੀ ਅੱਖਾਂ ਜਿਹੜੀ ਪੱਗਾਂ 'ਚ ਲੁਕੋ ਲਈ ਵਿਦਾ ਕਰਨ ਲਈ ਅੱਖਾਂ ਰੋਪੀਆਂ ਸੁਰਜਨ ਨੇ ਟਾਂਗਾ ਤੋੜਤਾ ਹੌਲੀ ਹੌਲੀ ਤੁਰਦਾ ਟਾਂਗਾ ਅੱਖਾਂ ਤੋਂ ਓਝਲ ਹੋ ਗਿਆ ਅਮੋਲਕ ਹੱਥ 'ਚ ਮੱਲਮ ਵਾਲੀ ਡੱਬੀ ਫੜੀ ਖੜਾ ਸੀ ਅਮੋਲਕ ਵੀ ਤਾਂ ਹੀ ਰੋ ਰਿਹਾ ਸੀ ਸਾਰਾ ਨਾਰੂ ਨੰਗਲ ਰੋ ਰਿਹਾ ਸੀ ਇੱਕ ਜਗ੍ਹਾ ਤੇ ਜਦ ਮਿੰਦਰ ਚੱਬੇ ਵਾਲਿਆਂ ਨਫੀਸਾਂ ਨੂੰ ਲੈ ਜਾਂਦਾ ਤਾਂ ਧੰਨੇ ਦੇ ਯਾਰ ਕਹਿੰਦੇ ਨੇ ਫਿਰ ਹੁਣ ਫਿਰ ਨਿਉਂਦਾ ਭੁੱਲੇ ਵਾਲ ਰਾਠਾਂ ਰਾਠ ਦੀਆਂ 3 ਧੀਆਂ ਨੇ 'ਚੋਂ ਇੱਕ ਵਿਆਹਾਂਗੇ ਨਾਲ ਉਹਦੇ ਬਠੁੱਲੇ ਵਾਲਾ ਜਗਤ ਅਤੇ ਸਿਆਣੀਏ ਜਿਆਣੀਆਂ ਸੰਤਾਂ ਦੋਨੇ ਆਲੇ ਦੁਆਲੇ ਖੜੇ ਉਹਨਾਂ ਪਿੰਡਾਂ ਦੇ ਵਿੱਚ ਆਲੇ ਦੁਆਲੇ ਨਾਲ ਪਿੰਡ ਆ ਭੁੱਲੇ ਵਾਲਾ ਰਾਠਾਂ ਬਸਤੀਆਂ ਆਲੇ ਦੁਆਲੇ ਨਾਰੂ ਨੰਗਲ ਹੈ ਸਾਵਲ ਧਾਮੀ ਨੇ ਬਹੁਤ ਕਰੜੀ ਜਿਹੜੀ ਕਹਾਣੀ ਇਹ ਲਿਖੀ ਹੈ ਗਗਨ ਨਾਹਲ ਪ੍ਰੋਗਰਾਮ ਦਾ ਸਪਾਂਸਰ ਹੈ 604 527 47 69 202 66 25 152 ਏ ਸਟਰੀਟ ਇਹ ਕਿਤਾਬ ਹੈ 1947 ਵਾਲੇ ਜ਼ਖਮਾਂ ਦੀ ਦਾਸਤਾਂ ਜ਼ਿੰਦਰ ਉਹਨਾਂ ਨੇ ਛਾਪੀ 'ਚ ਸਾਰੀਆਂ ਕਹਾਣੀਆਂ ਇਹ ਨੇ ਧੰਨਵਾਦ ਬਾਈ ਜੀ ਜੀਤੀ ਹੋਣੀ ਪੜ੍ਹਾਉਣ ਵਾਲੇ ਪਿਛਲੇ ਹਫਤੇ ਦੇ ਕੇ ਗਏ ਕਿਤਾਬ ਇਹ ਪੜ੍ਹਨੀ ਹੁੰਦੀ ਬਹੁਤ ਔਖੀ ਹੈ ਸਰ ਗੁਰਮੁਖ ਸਿੰਘ ਜੀ ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕਿਸ ਲਫ਼ਜ਼ਾਂ ਨਾਲ ਅਸੀਂ ਤੁਹਾਡਾ ਧੰਨਵਾਦ ਕਰੀਏ ਜੀ ਐਨ ਜਮਾ ਦਾ ਤੁਸੀਂ ਉਸ ਚੀਜ਼ ਦੇ ਵਿੱਚ ਲੈ ਜਾਂਦੇ ਹੋ ਜੀ ਬੰਦੇ ਦਾ ਗੱਤ ਪੂਰਾ ਭਰ ਜਾਂਦਾ ਜੀ ਤੁਹਾਡੀ ਗੱਲ ਸੁਣ ਕੇ ਕਹਾਣੀ ਸੁਣ ਕੇ ਬਹੁਤ ਵਧੀਆ ਲੱਗਿਆ ਵੀਰ ਜੀ ਜਿਉਂਦੇ ਵਸਦੇ ਰਹੋ ਰੱਬ ਤੁਹਾਨੂੰ ਲੰਮੀ ਉਮਰਾਂ ਬਖਸ਼ੇ ਧੰਨਵਾਦ ਜੀ ਬਹੁਤ ਬਹੁਤ ਤੁਹਾਡੇ ਨਾਲ ਮੈਂ
ਸੁਣਨ ਵਾਲਿਆਂ ਨਾਲ ਮੈਂ ਬਾਹਲਾ ਫਰਕ ਨਹੀਂ ਰੱਖਦਾ, ਮੈਂ ਤੁਹਾਨੂੰ ਸਦਾ ਦੱਸਦਾ ਰਹਿਣਾ ਹੈ। ਰਾਤ ਜਦ ਮੈਂ ਕਹਾਣੀ ਇਹ ਤਿਆਰ ਕਰ ਰਿਹਾ ਸੀ ਲਿਵਿੰਗ ਰੂਮ 'ਚ ਬੈਠਾ, 3 ਵਾਰ ਮੈਂ ਕਿਤਾਬ ਬੰਦ ਕੀਤੀ, 3 ਵਾਰ ਮੈਂ ਰੋਇਆ। ਮੇਰਾ ਐ ਸੀ ਵੀ ਯਾਰ ਬਾਹਰ ਕੋਈ ਬਲਦੇ ਦੀਵੇ 'ਚੋਂ ਬਾਈ ਜੱਗੀ ਦੇ 'ਚੋਂ ਮੈਂ ਹਾਸੇ ਵਾਲੀ ਆ ਥੋੜ੍ਹੀ ਜਿਹੀ ਨਾਲੇ ਉਹ ਅਗਲੇ ਹਫਤੇ ਸੁਣਾਊਂ ਵੀ ਉਹ ਸੁਣਾ ਦੇਣਾ, ਛੱਡ ਯਾਰ। ਜਦ ਬਖਸ਼ੇ ਹੋਣੀ ਛੱਡ ਕੇ ਜਾਂਦੇ ਨੇ ਗੁਰਮੁਖ ਸਿੰਘ ਹੋਣਾ ਨੂੰ, ਬਾਹਰੀ ਕੋਈ ਬਲਦੇ ਦੀਵੇ 'ਚੋਂ ਸੁਣਾ ਦੇਣਾ। ਬਹੁਤ ਦੁੱਖ ਦੀ ਕਹਾਣੀ ਹੈ। 3 ਵਾਰ ਮੈਂ ਕਿਤਾਬ ਬੰਦ ਕੀਤੀ। ਲੰਮੀ ਕਹਾਣੀ ਹੈ, ਅਬਾਊਟ 28-29 ਪੇਜਸ ਪਤਲੇ ਲਿਖੇ ਹੋਏ। ਫਿਰ ਨਹੀਂ ਯਾਰ ਇਹ ਸੁਨੇਹਾ ਜਾਣਾ ਚਾਹੀਦਾ ਹੈ। ਅਸੀਂ ਧਰਮ ਦੇ ਮੋਢਿਆਂ 'ਤੇ ਚੜ੍ਹ ਕੇ ਕਈ ਵਾਰ ਕਾਤਲ ਕਿਵੇਂ ਬਣ ਜਾਂਦੇ ਹਾਂ। ਅਤੇ ਫਜ਼ਲੇ ਨੇ ਆ ਕੇ ਮੱਲਮ ਲਾਹੌਰ 'ਚ ਨਹੀਂ ਦਿੱਤੀ ਜਿੱਥੇ ਲੱਖਾਂ ਰੁਪਇਆ ਡਾਕਟਰ ਦਿੰਦੇ ਸੀ, ਅਮੋਲਕ ਨੂੰ ਫੜਾਤੀ। ਹਾਕ ਮਾਰੀ ਧੰਨੇ ਨੂੰ ਆ ਕੇ, ਧੰਨਾ ਇਕੱਠਾ ਹੋਇਆ ਪਿਆ ਲੈ ਲਿਆ। ਅਤੇ ਉਹਦੇ ਘਰ 'ਚ ਬੇਬੇ ਦਾ ਸੰਦੂਕ, ਉਹੀ ਮੰਜਾ ਜਿਹਦੇ 'ਤੇ ਪਿਆ ਪਾਵੇ 'ਤੇ ਹੱਥ ਫੇਰ ਕੇ ਫਜ਼ਲੇ ਨੇ ਕਿਹਾ ਨਹੀਂ ਵੀ ਸਾਡਾ ਮੰਜਾ ਹੋਏ। ਲਓ ਜੀ, ਰੱਬ ਰਾਖਾ। ਅਤੇ ਕੱਲ੍ਹ ਨੂੰ ਜੇ ਤਾਂ ਸਵਿੱਚ ਹੋ ਗਈ ਮੇਰੀ ਸ਼ਿਫਟ, ਤਾਂ ਮੈਂ 1 ਤੋਂ 3 ਤੁਹਾਡੇ ਲਈ ਸੇਵਾ 'ਚ ਹਾਜ਼ਰ ਹੋਊਂਗਾ। ਸਵੇਰੇ ਵਿਆਹ ਇੱਕ ਆਪਣੇ ਬਹੁਤ ਪਰਿਵਾਰ ਖਾਸ ਦਾ, ਬਾਈ ਸ਼ਵਿੰਦਰ ਸਿੰਘ ਨਾਲ ਸਾਡੇ ਪਰਮਿੱਤਰ ਨੇ, ਉਹਨਾਂ ਦੇ ਪੁੱਤਰ ਦਾ ਵਿਆਹ। ਅਤੇ ਜੇ ਨਾ ਕਵਰ ਹੋਈ ਤਾਂ ਫਿਰ ਕੱਲ੍ਹ ਦੀ ਛੁੱਟੀ, ਪਰਸੋਂ ਨੂੰ ਸੇਵਾ 'ਚ। ਰੱਬ ਰਾਖਾ।